ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਸਮੁੱਚੇ ਦਰਸ਼ਕਾਂ ਦਾ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਵਾਗਤ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਦੋਸਤੋ, ਪ੍ਰਾਈਮ ਫੋਕਸ ਦੇ ਵਿੱਚ ਤੁਸੀਂ ਜੁੜ ਰਹੇ ਹੋ, ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਗੱਲਾਂ ਬਾਤਾਂ ਥੋੜੀਆਂ ਲਕੀਰ ਤੋਂ ਜਾਂ ਲੀਕ ਤੋਂ ਹਟ ਕੇ ਕਰਨੀਆਂ ਨੇ। ਅੱਜ ਅਸੀਂ ਪੰਜਾਬੀ ਸੱਭਿਆਚਾਰ ਦੇ ਆਲੇ ਦੁਆਲੇ ਅਸੀਂ ਆਪ ਵੀ ਘੁੰਮਣਾ ਹੈ ਅਤੇ ਤੁਹਾਡੇ ਵੀ ਗੇੜੇ ਲਵਾਉਣੇ ਨੇ। ਪੰਜਾਬ ਦੇ ਵਿੱਚ ਇਸ ਵਕਤ ਕਾफ़ੀ ਗਰਮੀ ਹੋ ਗਈ ਹੋਣੀ ਹੈ, ਸੋ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਕਿ ਲੱਸੀ ਲਿਆ ਕੇ ਪੀਏ। ਬਈ ਕਈ ਅੱਗੇ ਪੁਰਾਣੇ ਵੇਲਿਆਂ 'ਚ ਹੁੰਦਾ ਸੀ ਕਿ ਲੱਸੀ ਘਰ ਦੀ ਨਹੀਂ ਤਾਂ ਗੁਆਂਢੀਆਂ ਤੋਂ ਮੰਗ ਲਿਆਉਣੀ, ਪਰ ਅੱਜ ਕੱਲ੍ਹ ਜ਼ਮਾਨਾ ਬਿਲਕੁਲ ਇਸ 'ਤੇ ਉਲਟ ਹੁੰਦਾ ਜਾ ਰਿਹਾ ਹੈ। ਲਗਭਗ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੌਰਾਨ ਕਰਨੀਆਂ ਨੇ। ਸਾਨੂੰ ਸਾਡਾ ਬਚਪਨ ਚੇਤੇ ਆ ਜਾਵੇ ਜਾਂ ਤੁਹਾਨੂੰ ਤੁਹਾਡਾ ਬੀਤਿਆ ਵੇਲਾ ਯਾਦ ਆ ਜਾਵੇ। ਗੱਲਾਂ ਬਾਤਾਂ ਪੰਜਾਬੀ ਸੱਭਿਆਚਾਰ ਦੀਆਂ ਹੋਣਗੀਆਂ, ਸੱਭਿਆਚਾਰ ਦੇ ਨਾਲ ਗੁੜਚ ਗੱਲਾਂ ਹੋਣਗੀਆਂ ਅਤੇ ਤੁਹਾਡਾ ਵੀ ਸਾਨੂੰ ਇੰਤਜ਼ਾਰ ਹੈ। ਟਿੱਪਣੀਆਂ ਜ਼ਰੂਰ ਕਰਿਓ। ਪਰ ਬਾਠ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰਨਾ ਬੜਾ ਜ਼ਰੂਰੀ ਬਣਦਾ ਹੈ, ਕਿਉਂਕਿ ਬਾਠ ਸਾਹਿਬ ਵੀ ਬਹੁਤ ਆਪਣੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਇਹਨਾਂ ਨੂੰ ਚੇਤੇ ਨੇ। ਬਾਠ ਸਾਹਿਬ ਸਵਾਗਤ ਜੀ ਆਇਆਂ ਨੂੰ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਮਸਲਾ ਪੁਰਾਣੇ ਦਾ ਨਹੀਂ, ਕਿਉਂਕਿ ਸਾਡੇ ਲਈ ਉਹ ਨਵਾਂ ਆ ਜੀ। ਅੱਜ ਵੀ ਉਹ ਬੇਸ਼ਕੀਮਤੀ ਹੈ। ਤੁਸੀਂ ਦੇਖੋ, ਜਦੋਂ ਕਦੇ ਨਾ ਅਚਾਨਕ ਚੇਤਾ ਆ ਜਾਂਦਾ ਕਿ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸੀ ਜੀ, ਜਦੋਂ ਅਚਾਨਕ ਚੇਤਾ ਆ ਜਾਂਦਾ ਕਿ ਘਰ ਦੀ ਚਾਰਦੀਵਾਰੀ ਹੈ ਨਹੀਂ ਸੀ, ਗੇਟ ਹੈ ਨਹੀਂ ਸੀ, ਭਾਵੇਂ ਕਮਰਾ ਇੱਕੋ ਹੀ ਹੋਵੇ, ਭਾਵੇਂ ਬਰਾਂਡਾ ਵੀ ਨਾ ਹੋਵੇ, ਭਾਵੇਂ ਦਰਵਾਜ਼ਾ ਉਦੋਂ ਔਖੇ ਹੋ ਕੇ ਕੁੰਡਾ ਲੱਗਦਾ ਹੋਵੇ, ਪਰ ਫਿਰ ਵੀ ਉਹ ਸਾਰੀਆਂ ਯਾਦਾਂ ਜਿਹੜੀਆਂ ਨੇ ਨਾ, ਉਹ ਤੁਹਾਡੇ ਚੇਤਿਆਂ 'ਚ ਵਸੀਆਂ ਹੁੰਦੀਆਂ। ਉਹ ਜਿਵੇਂ ਕਈ ਵਾਰੀ ਬੀਬੀਆਂ ਸਰਾਣੇ ਦੇ ਉੱਤੇ ਕੁਝ ਕੱਢ ਦਿੰਦੀਆਂ ਸੀ, ਕੁਝ ਹੋਰ ਚਾਦਰਾਂ ਦੇ ਉੱਤੇ ਕੱਢ ਦੇਣਾ, ਉਹ ਤੁਹਾਡੇ ਮਨ ਦੇ ਵਿੱਚ, ਤੁਹਾਡੇ ਦਿਲ ਦੇ ਉੱਤੇ, ਤੁਹਾਡੇ ਦਿਮਾਗ ਦੇ ਉੱਤੇ ਉਸ ਤਰੀਕੇ ਬੁਣੀਆਂ ਹੋਈਆਂ ਚੀਜ਼ਾਂ ਹੁੰਦੀਆਂ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਯਤਨ ਕਰਨਾ ਹੈ ਕਿ ਜਿੰਨਾ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦਾ ਪਰਿਵਾਰ ਹੈ, ਆਪਾਂ ਸਾਰਿਆਂ ਨੇ ਅੱਜ ਇੱਥੇ ਨਹੀਂ ਰਹਿਣਾ। ਅੱਜ ਆਪਾਂ ਕਰੋਨਾ ਵਾਇਰਸ 'ਚ ਨਹੀਂ ਰਹਿਣਾ ਜੀ। ਅੱਜ ਆਪਾਂ ਮੌਜੂਦਾ ਸਮੇਂ 'ਚ ਨਹੀਂ ਰਹਿਣਾ, ਮੌਜੂਦਾ ਸਮੱਸਿਆਵਾਂ ਦੇ। ਅੱਜ ਆਪਾਂ ਪਿੱਛੇ ਨੂੰ ਚੱਲਣਾ ਹੈ। ਪਿੱਛੇ ਨੂੰ ਇਸ ਕਰਕੇ ਚੱਲਣਾ ਕਿਉਂਕਿ ਪਿਛੋਕੜ ਕਿਸੇ ਦਾ ਮਾੜਾ ਹੋਵੇ, ਕਿਸੇ ਦਾ ਚੰਗਾ ਹੋਵੇ, ਕਿਸੇ ਦਾ ਗੁਰਬਤ ਦੇ ਵਿੱਚ ਰਿਹਾ ਹੋਵੇ, ਕਿਸੇ ਦਾ ਪੈਸੇ ਧੇਲੇ ਦੇ ਵਿੱਚ ਬੀਤਿਆ ਹੋਵੇ, ਕਿਸੇ ਦੇ ਕੁੱਟ ਖਾਂਦਿਆਂ ਬੀਤਿਆ ਹੋਵੇ, ਕਿਸੇ ਦਾ ਕੁੱਟਦਿਆਂ ਬੀਤਿਆ ਹੋਵੇ। ਪਿਛੋਕੜ ਹਮੇਸ਼ਾ ਚੰਗਾ ਲੱਗਦਾ। ਉਹਦੀਆਂ ਯਾਦਾਂ ਜਿਹੜੀਆਂ ਨੇ ਉਹ ਤੁਹਾਨੂੰ ਤਰੋਤਾਜ਼ਾ ਵੀ ਕਰਦੀਆਂ ਤੇ ਇੱਕ ਸਕੂਨ ਵੀ ਦਿੰਦੀਆਂ ਤੇ ਸ਼ਕਤੀ ਵੀ ਦਿੰਦੀਆਂ। ਬਾਠ ਸਾਹਿਬ, ਆਪਾਂ ਗੱਲ ਕੁਦਰਤਨ ਲੱਸੀ ਤੋਂ ਹੀ ਸ਼ੁਰੂ ਹੋ ਗਈ ਸੀ, ਕਿਉਂਕਿ ਗਰਮੀ ਸੀ, ਯਾਦ ਆ ਗਿਆ ਸੀ। ਮੈਨੂੰ ਇੰਨਾ ਕੁ ਯਾਦ ਹੈ ਕਿ ਜਦੋਂ ਬਚਪਨ ਦੇ ਵਿੱਚ ਛੋਟੇ ਹੁੰਦੇ ਨਾ, ਮੈਨੂੰ ਸਾਫ਼ ਲਿਖਣ ਦਾ ਬਹੁਤ ਸ਼ੌਕ ਸੀ। ਉਹ ਕਹਿੰਦੇ ਹੁੰਦੇ ਨੇ ਵੀ ਇੱਕ ਮੁਕਾਬਲੇ ਹੁੰਦੇ ਸੀ ਸੁਲੇਖ ਖੁਸ਼ਕਤ ਲਿਖਾਈ ਦੇ, ਜਦੋਂ ਬੈਠਿਆਂ ਨੇ ਲਿਖਣਾ, ਪਰ ਮੈਨੂੰ ਕਈ ਵਾਰੀ ਬੜਾ ਔਖਾ ਲੱਗਦਾ ਸੀ। ਮਨ ਕਈ ਵਾਰੀ ਉਦਾਸ ਜਾਂ ਦੁਖੀ ਹੁੰਦਾ ਸੀ। ਕਈ ਵਾਰੀ ਉਹ ਲਿਖਦੇ ਹੋਣਾ ਤੇ ਕਿਸੇ ਗੁਆਂਢਣ ਚਾਚੀ ਨੇ, ਤਾਈ ਨੇ, ਜਾਂ ਰਿਸ਼ਤੇ 'ਚ ਭਰਜਾਈ ਲੱਗਦੀ ਨੇ ਜਾਂ ਕਿਸੇ ਭੈਣ ਲੱਗਦੀ ਨੇ ਆ ਜਾਣਾ, ਚਾਚੀ ਆਹ ਲੱਸੀ ਪਾ ਦਿਓ, ਤਾਈ ਆਹ ਲੱਸੀ ਪਾ ਦਿਓ। ਕਿਉਂਕਿ ਮੈਨੂੰ ਪਤਾ ਹੁੰਦਾ ਸੀ ਕਿ ਹੁਣ ਪਾਉਣੀ ਮੈਨੂੰ ਪੈਣੀ ਉੱਠ ਕੇ, ਕਿਉਂਕਿ ਮਾਂ ਰੋਟੀਆਂ ਬਣਾ ਰਹੀ ਹੈ, ਉਹ ਕਿਤੇ ਦੂਰ ਬੈਠੀ ਹੈ। ਕਿਉਂਕਿ ਇਹ ਤਾਂ ਅੱਗੇ ਹੁੰਦਾ ਨਹੀਂ ਸੀ ਕਿ ਜਿੱਡਾ ਵੀ ਤੁਹਾਡਾ ਵਿਹੜਾ, ਕਈ ਵਾਰੀ ਤੁਸੀਂ ਉਹ ਦੂਰ ਜਾ ਕੇ ਇੱਕ ਕੋਠਾ ਜਿਹਾ ਬਣਾ ਕੇ ਇੱਕ ਚੁੱਲ੍ਹਾ ਤੁਹਾਡਾ ਉੱਥੇ ਰੱਖਿਆ ਹੁੰਦਾ ਸੀ। ਕਈ ਵਾਰੀ ਉੱਥੇ ਥੋੜ੍ਹੀ ਬਹੁਤੀ ਛਾਂ ਹੁੰਦੀ ਸੀ ਤੇ ਰੋਟੀਆਂ ਉੱਥੇ ਬਣਾਉਣੀਆਂ। ਸੋ ਮੈਂ ਦੇਖਦਾ ਹੁੰਦਾ ਸੀ ਕਿ ਜੇ ਸਵੇਰ ਵਕਤ ਛੁੱਟੀਆਂ ਦੇ ਦਿਨ ਵੀ ਨੇ, ਖਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ, ਗਰਮੀਆਂ ਦੇ ਵਿੱਚ ਤੇ ਲਾਈਨ ਲੱਗੀ ਰਹਿੰਦੀ ਸੀ। ਸੋ ਹਲੇ ਕਲਮ ਬਹੁਤ ਵਧੀਆ ਤਰੀਕੇ ਨਾਲ ਘੜ ਕੇ ਹਲੇ ਫਿਰ ਡਬੋਣੀ ਸ਼ਾਹੀ 'ਚ ਸੂਤ ਹੀ ਕਰਨੀ, ਵੀ ਸੂਤ ਹੀ ਕਰਨੀ, ਜਦ ਨੂੰ ਇੱਕ ਕਿਸੇ ਹੋਰ ਆ ਜਾਣਾ। ਸੋ ਆਪਾਂ ਚਾਹੁੰਦੇ ਹਾਂ ਕਿ ਉਹ ਜਿਹੜਾ ਜ਼ਮਾਨਾ ਸੀ, ਉਹ ਜਿਹੜਾ ਵੇਲਾ ਸੀ, ਇਹ ਦੇਖੋ ਭਰਾਤਰੀ ਜਾਂ ਭਾਈਚਾਰਕ ਗੱਲਾਂ ਸੀ। ਅੱਜ ਕੱਲ੍ਹ ਨਾ ਮੈਨੂੰ ਲੱਗਦਾ ਕੋਈ ਲੱਸੀ ਮੰਗਣ ਜਾਂਦਾ ਹੋਣਾ, ਨਾ ਬਹੁਤੀ ਕਿਸੇ ਦੇ ਦੇਣ ਵਾਲੀ ਹੋਣੀ ਹੋਈ ਹੈ। ਬੈਨੀਪਾਲ ਸਾਹਿਬ, ਮੰਗਣ ਤੋਂ ਪਹਿਲਾਂ ਵੀ ਉਹ ਚੇਤੇ ਕਰੀਏ ਉਹ ਸਮਾਂ ਜਦੋਂ ਬੀਬੀਆਂ ਨੇ ਸਵੇਰੇ ਉੱਠ ਕੇ ਉਹ ਲੱਸੀ ਰਿੜਕਣੀ, ਜਦੋਂ ਅਜੇ ਬਿਜਲੀ ਵਾਲੀਆਂ ਮਸ਼ੀਨਾਂ ਨਹੀਂ ਸੀ ਆਈਆਂ। ਆਪਾਂ ਅਜੇ ਸੁੱਤੇ ਹੀ ਹੋਈਦਾ ਸੀ। ਭਾਈ ਗੱਲ ਤੁਹਾਡੇ ਵੇਲਿਆਂ ਦੀ, ਸਾਡੇ ਵੇਲੇ ਅਜੇ ਸੁੱਤੇ ਹੀ ਹੋਈਦਾ ਸੀ। ਤੇ ਉਹਦੇ ਤੋਂ ਬਾਅਦ ਜਦੋਂ ਫਿਰ ਉਹ ਬੀਬੀਆਂ ਨੇ ਮਾੜੀ ਜੀ ਮਧਾਣੀ ਧੋਣੀ ਤੇ ਉਹਨੂੰ, ਜਦੋਂ ਉਹਦੀ ਇੱਕ ਵਿਸ਼ੇਸ਼ ਆਵਾਜ਼ ਹੁੰਦੀ ਸੀ, ਬੀਬੀਆਂ ਨੇ ਉਹਦੇ ਨਾਲ ਆਪਣੇ ਪੈਰ ਲਾ ਕੇ ਤੇ ਜਦੋਂ ਉਹਨੂੰ ਮਧਾਣੀ ਨੂੰ ਰਿੜਕਣਾ, ਫਿਰ ਉਹਨੂੰ ਕਈ ਵਾਰੀ ਵਿੱਚੋਂ ਸੈੱਟ ਕਰਨਾ, ਕਈ ਵਾਰੀ ਫਿਰ ਮਧਾਣੀ ਚੱਕ ਕੇ ਦੇਖਣਾ ਕਿ ਮੱਖਣ ਆ ਗਿਆ ਕਿ ਨਹੀਂ, ਤੇ ਵਿੱਚ ਵਿਚਾਲੇ ਜਦੋਂ ਦੇਖਣਾ ਕਿ ਕਿਸੇ ਨਿਆਣੇ ਦਾ ਮੰਜਾ ਖੜਕਿਆ, ਲੱਗਦਾ ਕਿ ਉੱਠਿਆ, ਤੇ ਉਹਨੂੰ ਲੱਸੀ ਵੀ ਦੇਣੀ, ਉਹਨੂੰ ਮੱਖਣ ਵੀ ਦੇਣਾ। ਤੇ ਉਹਦੇ ਤੋਂ ਬਾਅਦ ਬੈਨੀਪਾਲ ਸਾਹਿਬ, ਜਦੋਂ ਬੀਬੀਆਂ ਨੇ ਉੱਪਰੋਂ ਐਂ ਕਰਕੇ ਮੱਖਣ ਉਹਦਿਓ ਕਰਨਾ, ਮੱਖਣ ਮੁੜ ਕੇ ਉਹ ਜਿਹੜੇ ਵੀ ਭਾਂਡੇ ਦੇ ਵਿੱਚ ਉਹ ਪਾਉਣਾ, ਐਂ ਕਰਕੇ ਐਨ ਚੰਗੀ ਤਰ੍ਹਾਂ, ਫਿਰ ਬੀਬੀਆਂ ਨੇ ਐਨ ਚੰਗੀ ਤਰ੍ਹਾਂ ਸਾਰੀ ਚਾਟੀ ਦੇ ਵਿੱਚ ਦੇਖਣਾ ਕਿਤੇ ਮੱਖਣ ਰਹਿ ਨਾ ਜਾਵੇ, ਫਿਰ ਇੱਕ ਵਾਰੀ ਐਂ ਕਰਨਾ। ਫਿਰ ਜਦੋਂ ਉਹਨੂੰ ਚੰਗੇ ਤਰੀਕੇ ਕਰਕੇ ਬਾਅਦ ਵਿੱਚ ਉਹ ਮੱਖਣ ਵੀ ਸਾਂਭਣਾ, ਉੱਪਰ ਐ ਹੱਥ ਵੀ ਮਾਰਨੇ ਜੀ, ਜਿਹੜੇ ਕੌਲੇ ਦੇ ਵਿੱਚ ਮੱਖਣ ਪਾਉਣਾ ਨਾ, ਐਨ ਹੱਥ ਮਾਰ ਕੇ, ਜਿੱਦਾਂ ਆਟਾ ਗੁੰਨਣ ਤੋਂ ਬਾਅਦ ਬੀਬੀਆਂ ਸੈੱਟ ਕਰਦੀਆਂ ਸੀ, ਉੱਦਾਂ ਸੈੱਟ ਕਰਕੇ ਉਹਨੂੰ ਵੀ ਸਾਂਭਣਾ। ਬਾਅਦ ਵਿੱਚ ਚਾਟੀ ਵੀ ਚੰਗੇ ਤਰੀਕੇ, ਕਈ ਗੁਆਂਢਣਾਂ ਤਾਂ ਡੋਲੂ ਰਾਤ ਨੂੰ ਹੀ ਦੇ ਜਾਂਦੀਆਂ ਸੀ ਕਿ ਸਾਡੇ ਵਾਲੀ ਲੱਸੀ ਇਹਦੇ ਵਿੱਚ ਪਾ ਕੇ ਰੱਖਿਓ। ਉਹਨਾਂ ਦੀ ਲੱਸੀ ਵੀ ਪਾ ਦੇਣੀ, ਆਪਦੇ ਜੋਗੀ ਵੀ ਰੱਖ ਲੈਣੀ,
ਤੇ ਬੈਨੀਪਾਲ ਸਾਹਿਬ ਬਾਅਦ ਵਿੱਚ ਜਿਹੜੀ ਚਾਟੀ ਹੁੰਦੀ ਸੀ ਨਾ ਉਹ ਮੈਂ ਸੋਚਦਾ ਹੁੰਦਾ ਸੀ ਕਦੇ ਕਦੇ ਕਿ ਉਹ ਕਿੰਨਾ ਸਾਡਾ ਅਨਿੱਖੜ ਵਾਂਗ ਹੁੰਦੀ ਸੀ। ਜਿੰਨੀ ਦੇਰ ਤਾਂ ਉਹਦੇ ਵਿੱਚ ਲੱਸੀ ਰਹਿਣੀ ਉਨੀ ਦੇਰ ਤਾਂ ਉਹਦੀ ਇੰਪੋਰਟੈਂਸ ਹੁੰਦੀ ਸੀ। ਜਦੋਂ ਉਹਦੇ ਵਿੱਚੋਂ ਲੱਸੀ ਮੁੱਕ ਜਾਣੀ ਉਹਦੇ ਤੋਂ ਬਾਅਦ ਕਿਉਂਕਿ ਠੰਡੀ ਹੋ ਜਾਂਦੀ ਸੀ ਉਹ, ਬੀਬੀਆਂ ਨੇ ਬਹੁਤ ਔਖੀਆਂ ਹੋ ਕੇ ਉਹਨੂੰ ਧੋਣਾ, ਬਾਅਦ 'ਚ ਜਿੱਧਰਲੇ ਪਾਸੇ ਨੂੰ ਸੂਰਜ ਹੁੰਦਾ ਸੀ ਧੁੱਪ ਹੁੰਦੀ ਸੀ ਟੇਢੀ ਕਰਕੇ ਰੱਖਣੀ ਤੇ ਹਰ 15 ਮਿੰਟ ਹੀ ਨਿਆਣੇ ਨੂੰ ਉਹ ਦੇਖਿਓ ਕਿਤੇ ਚਾਟੀ ਜਿਹੀ ਲੱਤ ਨਾ ਵੱਜ ਜਾਵੇ ਤੇ ਕੁੱਟ ਵੀ ਕਈ ਵਾਰੀ ਪੈਂਦੀ ਆ। ਬਾਠ ਸਾਹਿਬ ਅਸਲ ਦੇ ਵਿੱਚ ਨਾ ਉਹ ਚਾਟੀ ਤੱਕ ਦੁੱਧ ਦੇ ਪਹੁੰਚਣ ਤੋਂ ਪਹਿਲਾਂ ਵੀ ਇੱਕ ਵੱਖਰੀ ਕਿਰਿਆ ਹੁੰਦੀ ਸੀ, ਜਾਂ ਫਿਰ ਜਦੋਂ ਦੁੱਧ ਰਿੜਕਣਾ ਵੀ ਜਿਸ ਤੁਸੀਂ ਜ਼ਿਕਰ ਕੀਤਾ ਕਿ ਮਾਵਾਂ ਨੇ ਜਾਂ ਕੋਈ ਵੀ ਘਰ ਦੀ ਸੁਆਣੀ ਨੇ ਜਦੋਂ ਉਹ ਦੁੱਧ ਰਿੜਕਣਾ ਉਹ ਇਕੱਲਾ ਦੁੱਧ ਨਹੀਂ ਸੀ ਰਿੜਕਦੀਆਂ। ਕਈ ਵਾਰੀ ਬਹੁਤ ਸਾਰੇ ਦਰਸ਼ਕ ਇਸ ਗੱਲ ਦੇ ਮੇਰਾ ਖਿਆਲ ਹੈ ਉਹਨਾਂ ਨੇ ਅੱਖੀਂ ਤੱਕੀਆਂ ਹੋਣੀਆਂ ਤੇ ਉਹ ਸੁਣਿਆ ਹੋਣਾ ਕਿ ਨਾਲ ਰਿੜਕੀ ਜਾਣਾ ਨਾਲ ਪਾਠ ਵੀ ਕਰੀ ਜਾਣਾ ਬਿਲਕੁਲ। ਸੋ ਨਿੱਕੀਆਂ ਨਿੱਕੀਆਂ ਗੱਲਾਂ ਨੇ ਹੁਣ ਦੇਖੋ ਅਸੀਂ ਵਿਸਰਦੇ ਜਾ ਰਹੇ ਹਾਂ, ਉਹ ਆਪਣੇ ਆਪ ਦੇ ਵਿੱਚ ਕਸਰਤ ਸੀ, ਵਰਜਿਸ਼ ਸੀ ਜੀ, ਨਾਲ ਕਸਰਤ ਕਰਦੇ ਰਹਿਣਾ। ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਕਾਰਡੀਅਕ ਜਦੋਂ ਹੁਣ ਆਪਾਂ ਵੀ ਜਾਂਦੇ ਹਾਂ ਕਿਸੇ ਜਿਮ ਦੇ ਵਿੱਚ ਜਾਈਦਾ ਉੱਥੇ ਉਹ ਕਹਿੰਦੇ ਨੇ ਕਿ ਭਾਈ ਲੱਤਾਂ ਦੀ ਤੁਹਾਡੀ ਅੱਡ ਐਕਸਰਸਾਈਜ਼ ਹੋਣੀ ਚਾਹੀਦੀ ਹੈ, ਬਾਹਾਂ ਦੀ ਅੱਡ ਹੋਣੀ ਚਾਹੀਦੀ ਹੈ, ਛਾਤੀ ਦੀ ਵੱਖਰੀ ਹੋਣੀ ਚਾਹੀਦੀ ਹੈ। ਇਹ ਜਿੱਥੇ ਇੱਕ ਵਧੀਆ ਅੰਗ ਸੀ ਜਾਂ ਅਨਿੱਖੜਵਾਂ ਅੰਗ ਸੀ ਜਾਂ ਘਰ ਦਾ ਦੁੱਧ ਘਿਓ ਬਣਦਾ ਸੀ ਉਹਦੇ ਨਾਲ ਨਾਲ ਆਪਣੇ ਆਪ ਦੇ ਵਿੱਚ ਇੱਕ ਕਸਰਤ ਵੀ ਸੀ। ਫਿਰ ਇਹ ਵੀ ਪਤਾ ਹੁੰਦਾ ਸੀ ਕਿ ਧਾਰਾਂ ਚੋਣ ਤੋਂ ਪਹਿਲਾਂ ਜਿਹੜਾ ਕੱਲ੍ਹ ਦਾ ਧਾਰਾਂ ਚੋ ਕੇ ਲਿਆਂਦਾ ਦੁੱਧ ਸੀ ਜਿਹਦਾ ਹੁਣ ਆਪਾਂ ਜਮਾਇਆ ਸੀ ਤੇ ਜਿਹਦਾ ਰਿੜਕਣਾ ਪਾਉਣਾ ਸੀ ਪਹਿਲਾਂ ਵਾਲੇ ਅੱਜ ਧਾਰਾਂ ਚੋਣ ਤੋਂ ਪਹਿਲਾਂ ਇਹਦਾ ਕੰਮ ਨਿਬੇੜਨਾ ਹੈ। 4 ਵਜੇ ਉੱਠ ਕੇ ਦੁੱਧ 'ਚ ਮਧਾਣੀ ਪਾ ਲੈਂਦੀਆਂ ਸੀ, ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਸਾਰੇ ਲੋਕ ਮਧਾਣੀ ਪਾਉਂਦੇ ਸੀ। ਉਹਨਾਂ ਵੇਲਿਆਂ ਦੇ ਵਿੱਚ ਵੀ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਖੁੱਲ੍ਹਾ ਦੁੱਧ ਜਾਂ ਖੁੱਲ੍ਹਾ ਘਿਓ ਨਹੀਂ ਸੀ ਹੁੰਦਾ। ਇਸੇ ਕਰਕੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਤੁਹਾਡੇ ਘਰਾਂ ਦੇ ਵਿੱਚੋਂ ਲੱਸੀ ਲੈ ਕੇ ਜਾਂਦੇ, ਪਰ ਫਿਰ ਵੀ ਬਹੁਤ ਸਾਰੀਆਂ ਕਹਾਣੀਆਂ ਇਹ ਸੁਣਨ ਨੂੰ ਮਿਲਦੀਆਂ ਸੀ ਕਿ ਉਹਨਾਂ ਨੇ ਘਰ ਦੇ ਵਿੱਚ ਲੱਸੀ ਓਨੀ ਲਾਗਤ ਨਹੀਂ ਸੀ ਹੁੰਦੀ ਜਿਨ੍ਹਾਂ ਨੂੰ ਸੋ ਕਾਲਡ ਆਪਣੇ ਕਹਿੰਦੇ ਵੀ ਛੋਟੀਆਂ ਜਾਤਾਂ ਅਸਲ ਦੇ ਵਿੱਚ ਇਹ ਸਾਡੀਆਂ ਹੀ ਬਣਾਈਆਂ ਹੋਈਆਂ ਨੇ, ਸਾਡੀਆਂ ਬਣਾਈਆਂ ਨੇ। ਉਹਨਾਂ ਨੇ ਕੀ ਕਰਨਾ ਤੁਹਾਡੇ ਘਰੋਂ ਵੀ ਲੱਸੀ ਲੈ ਗਈ, ਮੇਰੇ ਘਰੋਂ ਵੀ, ਉਧਰੋਂ ਕਈ ਵਾਰੀ ਪੁੱਛਣਾ ਚਾਚੀ ਤੁਸੀਂ ਸਾਰਾ ਦਿਨ ਲੱਸੀ ਲਈ ਜਾਂਦੇ ਹੋ। ਉਹ ਕਹਿੰਦੀਆਂ ਪੁੱਤ ਕੀ ਦੱਸੀਏ ਗਰੀਬੀ ਹੈ, ਅਸੀਂ ਕਈ ਘਰਾਂ ਦੇ ਘਰੋਂ ਲੈ ਕੇ ਲੱਸੀ ਮੰਗ ਕੇ ਉਹਦੇ ਉੱਤੇ ਸਾਡੇ ਬੱਚਿਆਂ ਜੋਗਾ ਕਿ ਉਹ ਘਰੇ ਫੇਰ ਇਕੱਠਾ ਹੋ ਜਾਂਦਾ। ਤੁਸੀਂ ਹਿਸਾਬ ਲਾ ਲਓ, ਨਾਲੇ ਪਹਿਲਾਂ ਕਸਰ ਨਹੀਂ ਛੱਡੀ ਜਾਂਦੀ। ਉਹਦੇ ਵਿੱਚੋਂ ਕੜੀ ਵੀ ਬਣਾਉਣੀ ਹੁੰਦੀ ਸੀ ਤੇ ਕਈ ਵਾਰੀ ਤਾਂ ਦੇਖੋ ਪਤਾ ਨਹੀਂ ਕਿਸੇ ਨੇ ਸਮਾਂ ਦੇਖਿਆ ਕਿ ਨਹੀਂ ਦੇਖਿਆ, ਕਈ ਵਾਰੀ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਨਾ ਖਾਣ ਜੋਗੀ ਨਹੀਂ ਸੀ ਦਾਲ ਹੁੰਦੀ, ਉਸੇ ਲੱਸੀ ਦੇ ਵਿੱਚ ਲੂਣ ਪਾ ਕੇ ਰੋਟੀਆਂ ਉਹਦੇ ਵਿੱਚ ਹੀ ਡੋਬ ਖਾ ਲੈਂਦੇ ਸੀ। ਪਰ ਇਹਦੋਂ ਸੀਗਾ ਕਿ ਉਦੋਂ ਕੋਈ ਮਨਾ ਨਹੀਂ ਸੀ ਕਰਦਾ ਲੱਸੀ ਦੇਣ ਤੋਂ। ਖਾਸ ਤੌਰ ਤੇ ਬੈਨੀਪਾਲ ਸਾਹਿਬ ਮੈਨੂੰ ਚੇਤਾ ਹੈ ਜਦੋਂ ਜੂਨ ਦਾ ਮਹੀਨਾ ਆ ਜਾਂਦਾ ਸੀ ਨਾ ਪਸ਼ੂਆਂ ਦੇ ਦੁੱਧ ਸੁੱਕ ਜਾਂਦੇ ਸੀ, ਗਰਮੀ ਬਹੁਤ ਹੁੰਦੀ ਸੀ, ਹੁਣ ਵਾਲਾ ਹਿਸਾਬ ਤਾਂ ਹੈ ਨਹੀਂ ਸੀ। ਜਦੋਂ ਦੁੱਧ ਘਟ ਜਾਣਾ ਉਦੋਂ ਫਿਰ ਉਹ ਲੱਸੀ ਵੀ ਘਟਣੀ, ਸਾਰੀਆਂ ਚੀਜ਼ਾਂ ਘਟਣੀਆਂ। ਪਰ ਇਹਦੇ ਬਾਵਜੂਦ ਵੀ ਕਈ ਵਾਰੀ ਕਈ ਬੀਬੀਆਂ ਨੱਕ ਬੁੱਲ ਮਾੜਾ ਮੋਟਾ ਕੱਢਦੀਆਂ ਹੁੰਦੀਆਂ ਸੀ, ਹੁਣ ਤਾਂ ਸਾਡੇ ਜੋਗੀ ਹੈ ਕਹਿ ਵੀ ਦੇਣਾ, ਪਰ ਮਾੜਾ ਮੋਟਾ ਇਹ ਵੀ ਕਹਿ ਦੇਣਾ ਚਲੋ ਨਿਆਣਾ ਨਿੱਕਾ ਹੈਗਾ ਜਾਂ ਫਲਾਨਾ ਬਿਮਾਰ ਆ ਜਾਂ ਚਾਚੀ ਜਿਹੜੀ ਹੈ ਲੱਸੀ ਬਹੁਤ ਖੁਸ਼ ਹੋ ਕੇ ਪੀਂਦੀ ਹੁੰਦੀ ਹੈ ਉਹਦੇ ਜੋਗੀ ਤੂੰ ਜ਼ਰੂਰ ਲੈ ਜਾ ਕਰੀ। ਇਹਦੇ ਨਾਲ ਇੱਕ ਹੋਰ ਵੀ ਹੁੰਦਾ ਸੀ, ਮੈਨੂੰ ਯਾਦ ਆ ਇਹ ਘਟਨਾ ਵੀ। ਮਾਂ ਨੇ ਕਹਿਣਾ ਦੇਖੀ ਪੁੱਤ, ਕਿਉਂਕਿ ਪੱਕੇ ਹੀ ਘਰ ਹੁੰਦੇ ਸੀ ਜਿਹੜੇ ਲੱਸੀ ਪੱਕੀ ਲੈਣ ਆਉਣੀ, ਨਾਲੇ ਪੜਦਾ ਪੁੱਤ ਕਿੰਨੇ ਲੋਕ ਲੱਸੀ ਲੈ ਗਏ, ਕੌਣ ਕੌਣ ਰਹਿੰਦਾ, ਮੈਂ ਦੱਸਣਾ ਮਾਂ ਫਲਾਣੇ ਹਲੇ ਅੱਜ ਆਏ ਨਹੀਂ, ਲੱਸੀ ਕਿੰਨੀ ਕੁ ਰਹਿ ਗਈ, ਮੈਂ ਕਹਿਣਾ ਮੈਂ ਤਾਂ ਲਾਤੀ ਨੇੜੇ। ਉਹਨੇ ਕਹਿਣਾ ਐਂ ਕਰ ਫਿਰ ਥੋੜਾ ਪਾਣੀ ਪਾ ਦੇ ਤਾਂ ਕਿ ਉਹ ਆਸ ਨਾਲ ਆਉਣਗੇ, ਕੋਈ ਵਾਪਸ ਨਾ ਮੁੜੇ। ਤੇ ਇਹਦੇ ਨਾਲ ਹੋਰ ਵੀ ਹੁੰਦਾ ਸੀ, ਅੱਗੇ ਸਿਰਫ ਲੱਸੀ ਪੀਣ ਦੇ ਕੰਮ ਹੀ ਨਹੀਂ ਸੀ ਆਉਂਦੀ। ਜਿਸ ਤਰ੍ਹਾਂ ਤੁਸੀਂ ਦੱਸਣਾ ਕਿ ਪਨੀਰ ਉਹ ਇੱਕ ਕੱਪੜੇ ਦੇ ਵਿੱਚ ਟੰਗ ਦੇਣਾ, ਫਿਰ ਉਹ ਕਾਫੀ ਦੇਰ ਤੱਕ ਨੁੱਚੜਦਾ ਰਹਿਣਾ। ਇਹਦੇ ਨਾਲ ਨਾਲ ਪੁਰਾਣੇ ਵੇਲਿਆਂ ਦੇ ਵਿੱਚ ਲੋਕ ਕਹਿੰਦੇ ਲੱਸੀ ਨਾਲ ਕੇਸੀ ਇਸ਼ਨਾਨ ਵੀ ਕਰਦੇ ਸੀ, ਠੰਡੀ ਹੁੰਦੀ ਹੈ। ਮੈਂ ਦੇਖੋ ਬੈਨੀਪਾਲ ਸਾਹਿਬ ਕਈ ਗੱਲਾਂ ਨਾ ਚੇਤੇ ਨਹੀਂ ਭੁੱਲਦੀਆਂ। ਤੁਸੀਂ ਜ਼ਿਕਰ ਕੀਤਾ ਕਿ ਫੱਟੀ ਲਿਖਣੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਫੱਟੀ ਮੈਂ ਵੀ ਲਿਖਦਾ ਰਿਹਾ, ਕਾਪੀ ਦੇ ਉੱਤੇ ਵੀ ਲਿਖਣਾ, ਕਿਉਂਕਿ ਗੋਡੇ ਤੇ ਰੱਖ ਕੇ ਲਿਖੀ ਦੀ ਸੀ ਥੱਲੇ ਬਹਿ ਕੇ ਬੋਰੀ ਵਿਛਾ ਕੇ। ਉਹ ਗੋਡੇ ਤੇ ਰੱਖ ਕੇ ਕਈ ਵਾਰੀ ਸੂਤ ਹੀ ਨਹੀਂ ਸੀ ਆਉਂਦਾ, ਗਰਮੀਆਂ ਹੁੰਦੀਆਂ, ਉਧਰੋਂ ਮੱਖੀ ਨੇ ਚੀਂ ਕਰੀ ਜਾਣਾ, ਕਈ ਵਾਰੀ ਪਸੀਨਾ ਆਇਆ ਆਪਦੀ ਕਾਰਵਾਈ ਪਾਈ ਜਾਣਾ। ਜਦੋਂ ਤੱਕ ਸੂਤ ਹੋ ਕੇ ਐਂ ਕਰਨਾ ਉਦੋਂ ਤੱਕ ਹਾਕ ਪੈ ਜਾਣੀ। ਇੱਕ ਬੜੀ ਵੱਡੀ ਉਦੋਂ ਚੁਣੌਤੀ ਸੀ, ਟਾਰਗੇਟ ਸੀ। ਉਹ ਟਾਰਗੇਟ ਕੀ ਸੀ ਕਿ ਕਈ ਵਾਰੀ ਜਦੋਂ ਲੱਸੀ ਦੇਣ ਜਾਣਾ ਜਾਂ ਆਪਣੇ ਲਈ ਵੀ ਪੀਣੀ, ਜਾਂ ਇਹ ਕਹਿਣਾ ਕਿ ਚਾਚੀ ਆਪਣੀ ਲੱਸੀ ਦੇ ਗਲਾਸ 'ਚ ਪਾ ਕੇ, ਉੱਪਰ ਪਾਣੀ ਆ ਜਾਂਦਾ ਸੀ, ਲੱਸੀ ਕਈ ਵਾਰੀ ਹੇਠ ਆ ਜਾਂਦੀ ਸੀ। ਹੁਣ ਨਿਆਣੇ ਨਿੱਕੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਉਹਨੂੰ ਕਿੱਦਾਂ ਹਿਲਾ ਕੇ ਤਾਂ ਸੈੱਟ ਕਰਨਾ ਪਹਿਲਾਂ। ਉਹ ਕਈ ਵਾਰੀ ਪਾਣੀ ਆ ਜਾਣਾ, ਫਿਰ ਚੱਕ ਵਿੱਚ, ਫਿਰ ਐਂ ਕਰ ਜਾਣੀ। ਉਹ ਵੀ ਹੁੰਦਾ ਸੀ, ਇਹ ਵੀ ਹੁੰਦਾ ਸੀ ਕਿ ਜੇ ਜ਼ੋਰ ਨਾਲ ਹਿਲਾਤੀ ਤਾਂ ਲੱਸੀ ਬਾਹਰ ਆ ਜਾਣੀ ਹੈ। ਸੋ ਆਪਣੇ ਆਪ ਦੇ ਵਿੱਚ ਉਹ ਸੰਤੁਲਨ ਕਿਵੇਂ ਰੱਖਣਾ ਹੈ, ਬੈਲੈਂਸ ਕਿਵੇਂ ਰੱਖਣਾ ਹੈ, ਉਹ ਚੁਣੌਤੀਆਂ ਹੁੰਦੀਆਂ ਸੀ। ਫਿਰ ਬੈਨੀਪਾਲ ਸਾਹਿਬ ਉਹ ਲੱਸੀ ਪੀਣ ਪਿਲਾਉਣ ਦਾ ਇੱਕ ਢੰਗ ਦੇਖੋ, ਇੱਕ ਤਾਂ ਚਲੋ ਲੈ ਗਏ ਆਪ ਪੀ ਲਏ, ਫਿਰ ਜਦੋਂ ਕੋ ਆ ਗਿਆ ਜੇ ਉਹਨੂੰ ਪੁੱਛਣਾ ਨਾ ਕਿ ਹੁਣ ਫਿਰ ਪਾਣੀ ਪੀਣਾ, ਲੱਸੀ ਪੀਣਾ, ਸ਼ੱਕਰ ਵਾਲਾ ਪਾਣੀ ਪੀਣਾ ਕਿ ਚਾਹ ਧਰ ਲਈਏ। ਗਰਮੀਆਂ ਦੇ ਵਿੱਚ ਪਹਿਲਾਂ ਹੁੰਦਾ ਜੇ ਲੱਸੀ ਹੈਗੀ ਤਾਂ ਫਿਰ ਕਿਆ ਹੀ ਬਾਤ, ਕਿਉਂਕਿ ਜਿਹਨੂੰ ਲੱਸੀ ਪੀਣ ਨੂੰ ਮਿਲ ਜਾਣੀ
ਫਿਰ ਇਹ ਵੀ ਹੁੰਦਾ ਸੀ ਕਿ ਲੂਣ ਪਾ ਕੇ ਪੀਣੀ ਆ, ਤੇ ਜਿਹਦੇ ਘਰ ਦੇ ਵਿੱਚ ਸ਼ੱਕਰ ਹੋਣੀ ਫਿਰ ਤਾਂ ਕਿਆ ਹੀ ਬਾਤਾਂ। ਉਹਨਾਂ ਨੇ ਲੱਸੀ ਤੇ ਲੜਾਈ ਦਾ ਵਧਾਉਣਾ ਕੀ ਹੈ, ਵਧਾਉਣਾ ਕੀ, ਇਸੇ ਕਰਕੇ ਉਹ ਕਹਿੰਦੇ ਸੀ ਪਾਣੀ ਹੋਰ ਪਾ ਲਾ, ਪਾਣੀ ਹੋਰ ਪਾ ਲਾ। ਲੱਸੀ ਇੱਕੋ ਹੀ ਕੰਮ ਨਹੀਂ ਸੀ ਆਉਂਦੀ। ਜਿਸ ਤਰ੍ਹਾਂ ਆਪਾਂ ਦੱਸਿਆ ਵੀ ਨਹਾਉਣ ਦੇ ਕੰਮ ਵੀ, ਪੀਣ ਦੇ ਕੰਮ ਵੀ, ਪਨੀਰ ਦੇ ਕੰਮ ਵੀ, ਤੇ ਕਈ ਵਾਰੀ ਲੱਸੀ ਦੂਸਰੇ ਦਿਨ ਵੀ ਬਹੁਤ ਸਾਰੇ ਸਵੇਰੇ ਲੋਕ ਮੰਗਦੇ ਦੇਖਿਆ ਕਿ ਯਾਰ ਲੱਸੀ ਕਿਉਂਕਿ ਲੱਸੀ ਫਿਰ ਲੱਸੀ ਹੁੰਦੀ ਸੀ। ਕਈ ਵਾਰੀ ਬੀਬੀਆਂ ਨੇ ਆਉਣਾ, ਲੱਸੀ ਕਿਸੇ ਦੀ ਨਹੀਂ ਕਰਨੀ, ਲੱਸੀ ਕਿਸੇ ਦੀ ਨਹੀਂ ਕਰਨੀ, ਬੀਬੀਆਂ ਨੇ ਆਉਣਾ, ਉਹ ਫਿਰ ਲੱਸੀ ਹੈਗੀ ਆ, ਉਹ ਕਹੇ ਕੀ ਹੋ ਗਿਆ ਸਵੇਰੇ, ਉਹ ਕਿੱਥੇ ਰਾਤ ਦਾ ਡਿੱਗਿਆ ਪਿਆ ਆ, ਕੱਪੜੇ ਉਹਦੇ ਹੁਣ ਧੋ ਕੇ ਹਟੀਆਂ, ਤੇ ਹੁਣ ਨਾਲੇ ਫਿਰ ਉਹਨੂੰ ਤੱਤੀਆਂ ਸੁਣਾਈਆਂ, ਤੇ ਨਾਲੇ ਮੈਂ ਕਿਹਾ ਹੁਣ ਲੱਸੀ ਲੱਗਦੀ ਨਹੀਂ, ਫੇਰ ਪੱਠੇ ਲੈਣ ਜਾਣਾ ਉਹਨੇ, ਤੱਤੀਆਂ ਸੁਣਾ ਕੇ ਠੰਡੀ ਲੱਸੀ ਪਿਲਾਉਣੀ ਹੈ। ਹੋਰ ਦੇਖੋ ਬੈਨੀਪਾਲ ਸਾਹਿਬ, ਲੱਸੀ ਦੇ ਨਾਲ ਜੁੜੀ ਇੱਕ ਹੋਰ ਗੱਲ ਆ, ਤੁਸੀਂ ਜਿਹੜਾ ਉਹ ਦੱਸਿਆ ਨਾ ਕਿ ਉਹ ਲੱਸੀ ਨੂੰ ਪੋਣੇ 'ਚ ਪਾਤਾ ਜਾਂਦਾ ਸੀ। ਦੇਖੋ ਹੁਣ ਹੋ ਸਕਦਾ ਕਿ ਉਹ ਵਿਸ਼ੇਸ਼ ਤਰ੍ਹਾਂ ਦਾ ਇੱਕ ਕੱਪੜਾ ਹੁੰਦਾ ਸੀ, ਮੈਨੂੰ ਨਹੀਂ ਪਤਾ ਕਿ ਉਹ ਕਿਹੜਾ ਕੱਪੜਾ, ਪਰ ਉਹ ਜਿਹੜਾ ਕੱਪੜਾ ਸੀ ਉਹ ਜਰਾ ਕੁ ਮੋਟਾ ਸੀ। ਆਮ ਤੌਰ 'ਤੇ ਨਲਕੇ ਦੇ ਹੈਂਡਲ ਦੇ ਨਾਲ ਉਹਨੂੰ ਬੰਨ੍ਹ ਦਿੱਤਾ ਜਾਂਦਾ ਸੀ, ਉਹਦੇ ਵਿੱਚ ਲੱਸੀ ਪਾ ਦੇਣੀ। ਉਹ ਮੋਟਾ ਕੱਪੜਾ ਸੀ, ਉਹਨੇ ਹੌਲੀ ਹੌਲੀ ਜਿਹੜਾ ਉਹ ਇੱਕ ਇੱਕ ਤਿਬਕਾ ਪਾਣੀ ਦਾ ਚੋਈ ਜਾਣਾ, ਵਿੱਚ ਜਿਹੜਾ ਉਹਦੇ ਗਾੜਾ ਪਦਾਰਥ ਰਹਿ ਜਾਣਾ। ਫਿਰ ਬੈਨੀਪਾਲ ਸਾਹਿਬ ਮੈਨੂੰ ਨਹੀਂ ਪਤਾ, ਪਰ ਬੋਲਿਓ ਸੱਚ, ਸਾਡੀ ਮਾਤਾ ਜਾਂ ਤਾਈ ਚਾਚੀ ਜਿਹੜੀ ਵੀ ਹੁੰਦੀ, ਉਹਨਾਂ ਨੇ ਸਾਨੂੰ ਦੋਨਾਂ ਭਰਾਵਾਂ ਨੂੰ ਜਾਂ ਜੇ ਕੋਈ ਨੇੜੇ ਆਲੇ ਕਹਿੰਦੇ ਖਿੱਚ ਕੇ ਫੜ, ਉਹ ਜਦੋਂ ਖਿੱਚ ਕੇ ਉਹਨੇ ਚਮਚੇ ਨਾਲ ਲਾਉਣਾ, ਉਹ ਵੀ ਕਿਆ ਹੀ ਬਾਤਾਂ ਹੁੰਦੀਆਂ ਸੀ। ਉਦੋਂ ਫਿਰ ਕਈ ਵਾਰੀ ਹੱਥੋਂ ਛੁੱਟ ਜਾਣਾ, ਫਿਰ ਮਾੜੀ, ਫਿਰ ਤਾਂ ਪਤਾ ਫਿਰ ਅਗਲੀ ਕਿਹੜੀ ਕਾਰਵਾਈ ਪੈਂਦੀ ਸੀ, ਤੁਸੀਂ ਲਿਖ ਦਿਓ ਕਾਰਵਾਈ ਕਿਹੜੀ ਹੁੰਦੀ ਸੀ। ਤੇ ਪਰ ਉਹਦੇ ਵਿੱਚ ਇਹ ਵੀ ਹੁੰਦਾ ਸੀ ਹੌਲੀ ਦੇਣੀ। ਕਈ ਵਾਰੀ ਚਲੋ ਅੱਜ ਕਿਸੇ ਨੂੰ ਬੁਰਾ ਲੱਗੇ, ਉਂਗਲੀ ਲਾ ਕੇ ਚੱਟਣ ਦਾ ਬੜਾ ਸਵਾਦ ਹੁੰਦਾ ਸੀ, ਕਿ ਉਹਦਾ ਸਵਾਦ ਵੱਖਰਾ ਸੀ ਨਾ। ਸਾਰਾ ਦਿਨ ਇਦਾਂ ਕਰਦੇ ਰਹਿਣਾ। ਫਿਰ ਇਹ ਵੀ ਹੋਣਾ ਕਿ ਜਦੋਂ ਉਹ ਨਲਕੇ ਤੇ ਟੰਗਿਆ ਹੋਣਾ, ਪਾਣੀ ਤਾਂ ਬੁੱਕਾਂ ਨਾਲ ਹੀ ਪੀਦਾ ਸੀ, ਉਦੋਂ ਫਿਰ ਬੀਬੀਆਂ ਨੇ ਵੀ ਕਹਿਣਾ ਮਾੜਾ ਜਿਹਾ ਪਰੇ ਹੋ ਕੇ ਪਾਣੀ ਪੀਵੀਂ, ਕਿ ਉਹ ਜੂਠਾ ਨਾ ਹੋ ਜਾਵੇ ਨਾ, ਉਹਦੇ ਉੱਤੇ ਛਿੱਟੇ ਨਾ ਪੈਣ। ਹੁਣ ਬੈਨੀਪਾਲ ਸਾਹਿਬ, ਲੱਸੀ ਦਾ ਜਿਹੜਾ ਮਸਲਾ ਕੜੀ ਨਾਲ ਬੜਾ ਜੁੜਿਆ ਹੋਇਆ, ਕਿਉਂਕਿ ਕਈ ਵਾਰੀ ਇਦਾਂ ਹੋਣਾ ਕਿ ਬੀਬੀਆਂ ਨੂੰ ਕਹਿਣਾ ਕਿ ਲੱਸੀ ਦੇ ਨਹੀਂ, ਉਹ ਪਿੱਛੇ ਕਰਕੇ ਰੱਖ ਦੇਣੀ, ਕੀ ਹੋਇਆ ਕੱਲ ਨੂੰ ਕੜੀ ਬਣਾਉਣੀ ਹੈ। ਇਹ ਦੋਨੇ ਚੀਜ਼ਾਂ ਦਾ ਆਪਸ ਦੇ ਵਿੱਚ ਮੇਲ ਆ। ਦੇਖੋ ਆਪਾਂ ਕਹਿੰਦੇ ਵੀ ਲੱਸੀ ਨਾ ਕਰਦੀ ਕਿਸੇ ਨੂੰ, ਦੂਜੇ ਕੜੀ ਨਾ ਇਹਦਾ ਯਾਰ ਕੜੀ ਘੁਲੀ ਜਾਂਦਾ, ਤੇ ਉਹ ਲੱਸੀ ਪਿੱਛੇ ਕਰਕੇ ਰੱਖੀ ਜਾਣੀ। ਫਿਰ ਬੀਬੀਆਂ ਨੇ ਕੜੀ ਵੀ ਬਣਾਉਣੀ, ਨਾਲ ਉਹਦੇ ਪਕੌੜੇ ਜੁੜੇ ਹੁੰਦੇ ਸੀ। ਤੇ ਬੈਨੀਪਾਲ ਸਾਹਿਬ ਇੱਕ ਗੱਲ ਹੋਰ ਦੇਖੋ, ਉਹ ਲੱਸੀ ਲੈ ਕੇ ਖੇਤਾਂ ਨੂੰ ਜਾਣਾ। ਉਹ ਜਦੋਂ ਲੱਸੀ ਲੈ ਕੇ ਖੇਤਾਂ ਨੂੰ ਜਾਣਾ ਤਾਂ ਫਿਰ ਤਾਂ ਕਿਆ ਹੀ ਬਾਤਾਂ, ਉੱਥੇ ਜਾ ਕੇ ਆਪ ਘਰੋਂ ਪੀ ਕੇ ਵੀ ਜਾਣੀ, ਤੇ ਫਿਰ ਜੀ ਕਰਨਾ ਕਿ ਉੱਥੇ ਵੱਟ ਤੇ ਬੈਠ ਕੇ ਨਾਲ ਜਿਹੜੀ ਉਹ ਫਿਰ ਪੀਏ। ਤੇ ਲੱਸੀ ਆਪਾਂ ਕਿਹੜਾ ਗਲਾਸ 'ਚ ਕਰੀ, ਜਿਹੜੀ ਦਹੀਂ ਨਾਲ ਰੋਟੀ ਖਾਣੀ, ਉਸੇ ਦਹੀਂ ਵਾਲੀ ਕੌਲੀ 'ਚ ਪਾ ਕੇ ਲੱਸੀ ਪੀਣ ਦਾ ਸਵਾਦ ਵੱਖਰਾ ਹੁੰਦਾ ਹੈ। ਦੇਖੋ ਜਿਹੜੀ ਲੱਸੀ ਹੈ ਨਾ, ਜੇ ਇਹਨੂੰ ਆਪਾਂ ਸਾਇੰਟੀਫਿਕ ਤੌਰ ਤੇ ਵੀ ਦੇਖੀਏ ਨਾ, ਇਹ ਸਿਰਫ ਇਹਨੂੰ ਇਹ ਨਾ ਸਮਝੇ ਕਿ ਜੀ ਇਹਦੇ ਵਿੱਚੋਂ ਘਿਓ ਕੱਢ ਲਿਆ ਜੀ, ਇਹ ਉਹ ਪਦਾਰਥ ਰਹਿ ਗਿਆ ਵੀ ਜਿਹੜਾ ਰਹਿੰਦ ਖੂੰਹਦ ਹੈ। ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਸੀ, ਉਹਨਾਂ ਨੇ ਕੀ ਕਰਨਾ, ਆਪਦੇ ਪੁੱਤਾਂ ਧੀਆਂ ਨੂੰ ਦੁੱਧ ਪਿਲਾਉਣਾ। ਜਿਹੜੇ ਸੀਰੀ ਕਾਮੇ ਨੌਕਰ ਰੱਖੇ ਹੁੰਦੇ ਸੀ, ਉਧਰ ਆਪਦੇ ਪੁੱਤ ਨੂੰ ਜੋ ਦੁੱਧ ਦਾ ਗਲਾਸ ਭਰਤਾ ਕੰਗਣੀ ਵਾਲਾ, ਤੇ ਉਧਰ ਸੀਰੀ ਨੂੰ ਜਾਂ ਨੌਕਰ ਨੂੰ ਜਾਂ ਕਾਮੇ ਨੂੰ ਲੱਸੀ ਪਿਲਾਉਣੀ। ਇਹ ਸਾਇੰਟੀਫਿਕ ਸਟੱਡੀ ਦੱਸਦੀ ਹੈ ਕਿ ਜਿਹੜੇ ਕਈ ਵਾਰੀ ਜ਼ਿਆਦਾ ਦੁੱਧ ਪੀਂਦੇ ਸੀ ਉਹਨਾਂ ਦੀ ਸਿਹਤ ਖਰਾਬ ਹੋਣੀ ਜੀ, ਤੇ ਜਿਹੜੇ ਲੱਸੀ ਪੀਂਦੇ ਸੀ ਉਹ ਸਿਹਤਯਾਬ ਰਹਿਣੇ ਜੀ। ਫਿਰ ਉਹਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੀ ਲੱਸੀ ਹੈ, ਇੱਕ ਤਾਂ ਤੁਹਾਡੀ ਜਿਹੜੀ ਪਾਚਨ ਕਿਰਿਆ ਉਹਦੇ ਤੇ ਬਹੁਤ ਵਧੀਆ ਤਰੀਕੇ ਨਾਲ ਇਫੈਕਟਿਵ ਕੰਮ ਕਰਦੀ ਹੈ, ਉਹ ਬਹੁਤ ਸੁਧਾਰ ਦਿੰਦੀ ਹੈ। ਜਦੋਂ ਕਿ ਜ਼ਿਆਦਾ ਦੁੱਧ ਪੀਤਿਆ ਕਈ ਵਾਰੀ ਥੋੜੀ ਪਾਚਨ ਪ੍ਰਣਾਲੀ ਦੇ ਵਿੱਚ ਵਿਗਾੜ ਪੈਦਾ ਕਰਦਾ ਜੀ। ਇੱਕ ਤਾਂ ਦੇਖੋ ਉਹਨਾਂ ਦੀ ਪਾਚਨ ਪ੍ਰਣਾਲੀ ਵਧੀਆ ਹੋ ਗਈ, ਹਾਜ਼ਮਾ ਦਰੁਸਤ ਹੋ ਗਿਆ। ਇੱਕੋ ਕਹਿੰਦੇ ਜਦੋਂ ਜਿਹੜੇ ਲੋਕ ਲੱਸੀ ਪੀਂਦੇ ਸੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਜੇ ਮਾੜੀ ਮੋਟੀ ਸ਼ਿਕਾਇਤ ਹੁੰਦੀ ਵੀ ਸੀ, ਕਿਉਂਕਿ ਦੂਸਰੇ ਪਾਸੇ ਦੁੱਧ ਹੈ, ਉਹ ਹੋ ਸਕਦਾ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ, ਤੁਹਾਨੂੰ ਖਰਾਬ ਕਰੇ, ਪਰ ਇਧਰਲੇ ਪਾਸੇ ਬਲੱਡ ਪ੍ਰੈਸ਼ਰ ਨੂੰ ਇਹ ਮੇਨਟੇਨ ਕਰਨ ਦੇ ਵਿੱਚ ਕੰਮ ਕਰਦੀ। ਫਿਰ ਇਸ ਤੇ ਨਾਲ ਉਹਨਾਂ ਨੇ ਜ਼ੋਰ ਦਾ ਕੰਮ ਕਰਨਾ ਹੁੰਦਾ ਸੀ। ਉਹਨਾਂ ਵੇਲਿਆਂ 'ਚ ਇਹ ਨਹੀਂ ਜੇ ਕੋਈ ਕੰਮ ਕਰ ਰਿਹਾ ਤਾਂ ਆਪਾਂ ਉਹ ਨਾਲ ਨਹੀਂ ਕਰਨਾ, ਲਗਭਗ ਇਕੱਠੇ ਹੀ ਸਾਰੇ ਕੰਮ ਕਰਦੇ ਸੀ। ਕਈ ਵਾਰੀ ਤਾਂ ਠੇਕੇ ਵਾਲਾ ਕੰਮ ਹੁੰਦਾ ਸੀ, ਜਾਂ ਵਟਾਈ ਵਾਲਾ ਕੰਮ ਹੁੰਦਾ ਸੀ, ਜਾਂ ਅੱਧੋ ਅੱਧ ਤੇ ਕੰਮ ਹੁੰਦਾ ਸੀ, ਹਿੱਸੇ ਤੇ ਕੰਮ ਹੁੰਦੇ ਸੀ। ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ, ਨਾਲ ਆਪ ਵੀ ਵਿਅਕਤੀ ਕੰਮ ਕਰ ਰਿਹਾ, ਪਰ ਉਹ ਜ਼ਰਵਾਣੇ ਹੋ ਜਾਂਦੇ ਸੀ, ਜ਼ੋਰ ਉਹਨਾਂ 'ਚ ਜ਼ਿਆਦਾ ਹੁੰਦਾ ਸੀ। ਫਿਰ ਇਹ ਸਾਇੰਟੀਫਿਕ ਸਟੱਡੀ ਇਹ ਦੱਸਦੀ ਹੈ ਕਿ ਜਿਹੜੀ ਉਹ ਪੀਂਦੇ ਸੀ, ਕਿਉਂਕਿ ਹੱਡੀਆਂ ਦੀ ਮਜ਼ਬੂਤੀ ਬੜੀ ਜ਼ਰੂਰੀ ਹੈ, ਇਹਦੇ ਵਿੱਚ ਇੱਕ ਗਲਾਸ ਦੇ ਵਿੱਚ ਇੱਕ ਕੱਪ ਦੇ ਵਿੱਚ 286 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ। ਸੋ ਹੱਡੀਆਂ ਮਜ਼ਬੂਤ ਕਰਨ ਦੇ ਵਾਸਤੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਸੀ। ਸੋ ਇਸ ਗੱਲ ਕਰਕੇ ਬਹੁਤ ਸਾਰੇ ਲੋਕ ਨੇ, ਜਦੋਂ ਇੱਥੇ ਆ ਜਿਹੜੇ ਵੈਟਰੀਨਰੀ ਡਾਕਟਰ ਨੇ, ਜਿਹਨਾਂ ਨੂੰ ਆਪਣੇ ਭਾਈ ਆਪਾਂ ਡੰਗਰ ਡਾਕਟਰੀ ਕਹੀ ਜਾਂਦੇ ਆ, ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛ ਲਿਆ, ਮੈਂ ਕਿਹਾ ਪੰਜਾਬ ਦੇ ਵਿੱਚ ਆਏ ਆ, ਜਿਹੜੀ ਲੱਸੀ ਆਪ ਪੀ ਕੇ ਉਹਦੇ ਤੋਂ ਬਾਅਦ ਜਿਹੜੇ ਪਿੰਡ ਦੇ ਲੋਕ ਲੈ ਗਏ, ਉਹਦੇ ਤੋਂ ਬਾਅਦ ਰਹਿ ਜਾਂਦੀ ਸੀ, ਕੁੱਤੇ ਜਿਹੜੇ ਰੱਖੇ ਹੁੰਦੇ ਸੀ ਅਸੀਂ ਉਹਨਾਂ ਨੂੰ ਪਿਲਾ ਦਿੰਦੇ ਸੀ। ਉਹ ਇੱਕ ਠੀਕਰਾ ਜਿਹੜਾ ਬਚਿਆ ਹੁੰਦਾ ਜਾਂ ਤਸਲਾ ਜਾਂ ਜਿਹਨੂੰ ਜੋ ਵੀ ਤਗਾਰ ਜੋ ਵੀ ਕਹਿੰਦੇ ਉਹ 'ਚ ਪਾ ਦੇਣੀ, ਤੇ ਕਹਿਣਾ ਖੁਰਕ ਪੈ ਗਈ। ਹਾਂ, ਕੁੱਤੇ ਨੇ। ਉਹ ਮੈਨੂੰ ਕਹਿੰਦਾ ਵੀ ਇਹ ਹੈਰਾਨੀ ਦੀ ਹੱਦ ਹੈ ਵੀ ਪੰਜਾਬ ਦੇ ਵਿੱਚ ਲਗਭਗ ਜੇ 100 ਘਰਾਂ ਦੇ ਕੁੱਤੇ ਰੱਖੇ ਹੋਏ ਨੇ ਤਾਂ ਉਹ 'ਚੋਂ 80 ਲੱਸੀ ਪੀਂਦੇ ਨੇ।
ਪਰ ਕੁੱਤੇ ਲਈ ਲੱਸੀ ਬਹੁਤ ਮਾੜੀ ਹੈ। ਉਹਦੇ ਖੁਰਕ ਪੈਂਦੀ ਆ। ਆਮ ਤੌਰ ਤੇ ਆਪਾਂ ਦੇਖਿਆ ਹੋਣਾ ਕਿ ਲੱਸੀ ਕੁੱਤੇ ਪੀਂਦੇ ਤੇ ਖੁਰਕ ਪੈਂਦੀ ਵੀ ਆ, ਪਰ ਉੱਥੇ ਸਾਰੀ ਲਗਭਗ ਲੱਸੀ ਕੁੱਤੇ ਨੂੰ ਪਿਲਾਈ ਜਾਂਦੇ ਆ। ਹੁਣ ਲੱਸੀ ਇੱਕ ਕਿਸਮ ਦੀ ਨਹੀਂ ਰਹਿ ਗਈ। ਜਿਵੇਂ ਜਿਵੇਂ ਇਹ ਪਦਾਰਥਵਾਦੀ ਯੁੱਗ ਹੋ ਗਿਆ, ਆਪਾਂ ਕਮਰਸ਼ੀਅਲ ਹੋ ਗਏ, ਇਸੇ ਤਰ੍ਹਾਂ ਲੱਸੀ ਵੀ ਕਮਰਸ਼ੀਅਲ ਹੋ ਗਈ। ਜਿਹੜੀ ਆਮ ਤੌਰ ਤੇ ਹੁਣ ਬਾਜ਼ਾਰੂ ਲੱਸੀ ਹੈ, ਉਹ ਲੱਸੀ ਨਹੀਂ ਜਿਵੇਂ ਆਪਾਂ ਰਿੜਕ ਕੇ ਉਹਦੇ ਵਿੱਚੋਂ ਵਾਧੂ ਪਦਾਰਥ ਰਹਿ ਜਾਂਦਾ ਸੀ, ਜਿਹਨੂੰ ਲੋਕ ਕਹਿੰਦੇ ਸੀ ਰਹਿੰਦ ਰਹਿ ਗਈ ਜੀ। ਜਾਣੀ ਹੁਣ ਲੱਸੀ ਦੀ ਵੀ ਬਾਜ਼ਾਰ ਨੇ ਲੱਸੀ ਕਰਤੀ ਆ। ਲੱਸੀ ਦੀ ਬਾਜ਼ਾਰ ਨੇ ਲੱਸੀ ਕਰ ਦਿੱਤੀ। ਹੁਣ ਲੱਸੀ ਨਮਕੀਨ ਹੋ ਗਈ, ਖੱਟੀ ਲੱਸੀ ਹੋ ਗਈ, ਮੈਂਗੋ ਲੱਸੀ ਹੋ ਗਈ, ਮਿੱਠੀ ਹੋ ਗਈ, ਨਮਕੀਨ ਹੋ ਗਈ। ਪਰ ਹੁਣ ਇਹ ਲੱਸੀਆਂ ਦੀ ਜਿੰਨੀਆਂ ਮਰਜ਼ੀ ਕਿਸਮਾਂ ਹੋ ਜਾਣ, ਲੱਸੀ ਦੀ ਜਿੰਨੀ ਮਰਜ਼ੀ ਕੋਈ ਲੱਸੀ ਕਰ ਦੇ, ਪਰ ਉਹ ਲੱਸੀ ਵਰਗਾ ਸਵਾਦ ਨਹੀਂ ਹੈਗਾ। ਬੈਨੀਪਾਲ ਸਾਹਿਬ, ਮੈਂ ਚਲੋ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਜਦੋਂ ਹਿਸਾਬ ਕਿਤਾਬ ਜਿਹਾ ਹੋਰ ਤਰ੍ਹਾਂ ਦਾ ਹੋ ਗਿਆ, ਪਿੰਡਾਂ ਦੇ ਵਿੱਚ ਹੁਣ ਜਿਹੜੀਆਂ ਉਹ ਰਿੜਕਣੀਆਂ ਘਟ ਗਈਆਂ ਆ, ਬਿਜਲੀ ਵਾਲੀਆਂ ਵੀ ਘਟ ਗਈਆਂ ਆ, ਪਸ਼ੂ ਪਾ ਕੇ ਇੱਕ ਦੋ ਸਾਰਿਆਂ ਨੇ ਰੱਖੇ ਹੁੰਦੇ ਸੀ, ਹੁਣ ਉਹ ਕੰਮ ਘਟ ਗਿਆ। ਬੀਬੀਆਂ ਵੀ ਹੁਣ ਘੱਟ ਵੱਧ ਥੋੜਾ ਕੰਮ ਕਰਕੇ, ਮੈਂ ਨਹੀਂ ਕਹਿੰਦਾ ਕਰਦੀਆਂ ਨਹੀਂ ਭਾਈ, ਥੋੜਾ ਘਟ ਗਈਆਂ। ਉਦੋਂ ਮੈਂ ਕੀ ਹੋਣਾ ਕਿ ਉਹ 1 ਲੀਟਰ ਵਾਲਾ ਪੈਕਟ ਲੈ ਆਉਣਾ, ਦੂਜੇ ਤੀਜੇ ਦਿਨ ਉਹਨੂੰ ਜੱਗ 'ਚ ਪਾ ਲੈਣਾ। ਮੈਂ ਘਰੇ ਕਈ ਵਾਰੀ ਇਕੱਲਾ ਹੀ ਹੁੰਦਾ ਸੀ, ਉਹ ਜੱਗ 'ਚ ਪਾ ਲੈਣਾ ਤੇ ਮੈਂ 1 ਗਲਾਸ ਉਹ 'ਚੋਂ ਪੀ ਲੈਣਾ ਤੇ 1 ਗਲਾਸ ਪਾਣੀ ਦੇ ਵਿੱਚ ਨਾਲ ਹੀ ਪਾ ਲੈਣਾ। ਜਾਣੀ ਕਿ ਰਾਤ ਤੱਕ ਲੱਸੀ ਜੱਗ ਦਾ ਜੱਗ ਜਿਹੜਾ ਰਾਤ ਤੱਕ ਹੁੰਦਾ ਸੀ, ਤੇ ਸਾਰੇ ਦਿਨ ਦੇ ਵਿੱਚ ਕਈ ਵਾਰੀ ਪਤਾ ਨਹੀਂ ਸੀ ਲੱਗਦਾ ਗਰਮੀਆਂ ਨੂੰ ਕਿ ਕਿੰਨੀ ਤੁਸੀਂ ਲੱਸੀ ਜਿਹੜੀ ਉਹ ਪੀ ਗਏ ਆ। ਹੁਣ ਇੱਕ ਇੱਥੇ ਮੈਂ ਗੱਲ ਘਟਨਾ ਤੁਹਾਨੂੰ ਸੁਣਾਉਣਾ, ਸੁਣਾਓ ਜੀ, ਕਿ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਕਿੰਨਾ ਨਿੱਘ ਹੁੰਦਾ ਸੀ ਜੀ। ਸਾਡੀ ਇੱਕ ਤਾਈ ਸੀ, ਹੁਣ ਦੁਨੀਆ ਤੇ ਹੈ ਨਹੀਂ। ਮੈਨੂੰ ਹੁਣ ਜਦੋਂ ਆਪਾਂ ਲੱਸੀ ਦੀ ਗੱਲ ਕੀਤੀ, ਮੈਨੂੰ ਚੇਤਾ ਆ ਗਿਆ, ਤੁਹਾਡੀ ਸਾਰਿਆਂ ਦੀ ਕੋਈ ਨਾ ਕੋਈ ਤਾਈ, ਚਾਚੀ, ਭੂਆ, ਮਾਸੀ, ਇੱਦਾਂ ਦਾ ਕੋਈ ਨਾ ਕੋਈ ਰਿਸ਼ਤਾ ਹੋਣਾ ਜੀ। ਮੈਂ ਯਾਦ ਕਰਦਾ ਸੀ ਕਿ ਅਸੀਂ ਦੋਨਾਂ ਭਰਾਵਾਂ ਨੇ ਜਦੋਂ ਚੌਥੀ, ਪੰਜਵੀਂ, ਤੀਜੀ, ਦੂਜੀ 'ਚ ਪੜ੍ਹਦੇ ਹੋਵਾਂਗੇ, 6ਵੀਂ 'ਚ ਵੀ ਪੜ੍ਹਦੇ ਹੋਵਾਂਗੇ, ਅਸੀਂ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ, ਆਪਣੇ ਘਰੋਂ ਖੇਡਦੇ ਖੇਡਦੇ, ਥੋੜੀ ਦੂਰ ਸੀ ਉਹਨਾਂ ਦਾ ਘਰ, ਤੇ ਆਪਣੇ ਘਰੋਂ ਖੇਡਦੇ ਖੇਡਦੇ ਚਾਹੇ ਦੁਪਹਿਰੇ 12 ਵਜੇ ਚਲੇ ਜਾਈਏ, 2 ਵਜੇ, ਉਦੋਂ ਕਿਹੜਾ ਟਾਈਮ ਦੇਖੀਦਾ ਸੀ? ਬਿਲਕੁਲ, ਉਦੋਂ ਤਾਂ ਖੁੱਲ੍ਹਾ ਹੀ ਹੁੰਦਾ ਸੀ ਕੰਮ, ਪੁੱਛ ਕੇ ਵੀ ਨਹੀਂ ਜਾਈਦਾ ਸੀ। ਉਹ ਕਈ ਵਾਰੀ ਤਾਂ ਤਾਈ ਨੇ ਮੰਜੀ ਤੇ ਲੰਮੀ ਪਈ ਹੋਣਾ, ਉਹਨੇ ਸਕਿੰਟ ਇੱਕੋ ਹੀ ਲਾਉਣਾ, ਦੇਖ ਕੇ ਪਹਿਲਾਂ ਮੈਂ ਪੁੱਤ ਲੱਸੀ ਦਿੰਨੀ ਆ ਤੁਹਾਨੂੰ। ਜੇ ਉਹ ਭਾਂਡਿਆਂ ਦਾ ਕਈ ਵਾਰੀ ਢੇਰ ਲੱਗਾ ਹੁੰਦਾ ਸੀ, ਕਿਉਂਕਿ ਖੇਤੀਬਾੜੀ ਕਰਦੇ ਸੀ, ਮਜ਼ਦੂਰ ਕਿਰਤੀ ਜਿਹੜੇ, ਉਹਨਾਂ ਦੀਆਂ ਵੀ ਰੋਟੀਆਂ ਪਾਣੀਆਂ, ਉਹਨੇ ਉੱਥੇ ਹੀ ਹੱਥ ਧੋਣ ਲੱਗ ਪੈਣਾ ਆਪਣੇ। ਜਾਣੀ ਇੱਦਾਂ ਨਹੀਂ ਕਹਿਣਾ ਕਿ ਮੈਂ ਪਹਿਲਾਂ ਆਪਣੇ ਭਾਂਡਿਆਂ ਦਾ ਕੰਮ ਨਿਬੇੜ ਲਵਾਂ, ਜਾਂ ਇਹ ਕਿੱਥੋਂ ਆ ਗਏ ਆ, ਇਸ ਲਈ ਜੇ ਆ ਗਿਆ ਤਾਂ ਮੇਰਾ ਕੰਮ ਜਿਹੜਾ ਰੁਕ ਜੂ ਨਾ। ਫਿਰ ਉਹਨੇ ਇਹ ਵੀ ਪੁੱਛਣਾ, ਕਦੇ ਉਹਨੇ ਲੂਣ ਪਾ ਕੇ ਦੇਣੀ, ਕਦੇ ਸ਼ੱਕਰ ਪਾ ਕੇ ਦੇਣੀ। ਉਹ ਜਦੋਂ ਉਹਨੇ ਉੱਥੇ ਜਾ ਕੇ ਬੈਠਣਾ, ਪਹਿਲਾਂ ਸਿਰ ਢਕਣਾ, ਜਦੋਂ ਲੱਸੀ ਪਾਉਣੀ ਨਾ, ਪਹਿਲਾਂ ਸਿਰ ਢਕਣਾ, ਉਸ ਤੋਂ ਬਾਅਦ ਉਹਨੇ ਚੰਗੇ ਤਰੀਕੇ ਪਾ ਕੇ ਸ਼ੱਕਰ ਹੌਲੀ ਹੌਲੀ ਰਲਾ ਕੇ ਜਿਹੜੀ ਦੇਣੀ, ਤਾਂ 5-7 ਮਿੰਟ ਕੋਲ ਬੈਠ ਰਹਿਣਾ। ਮੈਂ ਅੱਜ ਸੋਚਦਾ ਹੁੰਨਾ, ਉਹਨੇ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ ਵੈਸੇ ਹੀ, ਉਹਨਾਂ ਗੱਲਾਂ ਦਾ ਉਸ ਬੀਬੀ ਲਈ ਕੋਈ ਮਤਲਬ ਨਹੀਂ ਸੀ ਹੁੰਦਾ। ਤੇ ਜਦੋਂ ਉਸ ਬੀਬੀ ਲਈ ਮਤਲਬ ਕੋਈ ਨਹੀਂ ਸੀ ਹੁੰਦਾ, ਇਹਦਾ ਮਤਲਬ ਸੀ ਕਿ ਉਹ ਇੱਕ ਕਮਿਊਨੀਕੇਸ਼ਨ ਹੀ ਕਰਦੀ ਸੀ, ਇੱਕ ਤਰ੍ਹਾਂ ਦੇ ਨਾਲ ਉਹ ਇੱਕ ਤੰਦ ਨਾਲ ਤੰਦ ਜੋੜਦੀ ਸੀ ਕਿ ਭਾਈ ਨਿਆਣਿਆਂ ਨਾਲ ਨਿਆਣਿਆਂ ਵਰਗੀਆਂ ਗੱਲਾਂ ਕਰੀਏ। ਕਦੇ ਉਹਦੇ ਮੱਥੇ ਦੇ ਉੱਤੇ ਬਲ ਨਹੀਂ ਸੀ ਪਿਆ ਦੇਖਿਆ, ਕਦੇ ਉਹਨੇ ਕੋਈ ਮਾੜੀ ਗੱਲ ਨਹੀਂ ਸੀ ਕੀਤੀ। ਪਰ ਹੁਣ ਉਹ ਰਿਸ਼ਤਿਆਂ ਵਾਲਾ ਨਿੱਘ ਭੋਰਾ ਘਟਿਆ, ਕਈ ਥਾਈਂ ਅਜੇ ਵੀ ਹੈਗਾ, ਪਰ ਉਹ ਬੀਬੀ ਦੇਖੋ ਸੰਸਾਰ 'ਚੋਂ ਚਲੇ ਗਈ, ਤੇ ਅੱਜ ਮੁਲਕ ਦੂਸਰਾ ਹੈ, ਕੁਰਸੀਆਂ ਹੋਰ ਨੇ, ਸਮਾਂ ਕਿੱਥੇ ਚਲੇ ਗਿਆ। ਨਾ ਉਹਨਾਂ ਦੇ ਘਰ ਹੁਣ ਉਹ ਮਧਾਣੀ ਹੋਣੀ ਆ, ਨਾ ਉਹ ਚਾਟੀ ਹੋਣੀ ਆ, ਨਾ ਉਹ ਬੀਬੀ ਹੈ, ਪਰ ਚੇਤਾ ਅੱਜ ਵੀ ਦਿਲ 'ਚ ਵਸਿਆ। ਬਾਠ ਸਾਹਿਬ, ਆਪਣੇ ਤੋਂ ਵੀ ਜੇ ਪਹਿਲਾਂ ਦੀ ਆਪਾਂ ਗੱਲ ਕਰੀਏ ਜੀ, ਉਹਨਾਂ ਵੇਲਿਆਂ ਦੇ ਵਿੱਚ ਫਰਿੱਜਾਂ ਦਾ ਪ੍ਰਬੰਧ ਹੈ ਨਹੀਂ ਸੀ। ਇਹਦਾ ਮਤਲਬ ਲੋਕ ਲੱਸੀ ਤਾਂ ਉਦੋਂ ਵੀ ਰਿੜਕਦੇ ਸੀ, ਬਣਾਉਂਦੇ ਸੀ, ਦੁੱਧ ਰਿੜਕਣ ਤੋਂ ਬਾਅਦ ਲੱਸੀ ਪੈਦਾ ਹੋਈ ਹੈ ਜੀ। ਪਰ ਲੱਸੀ ਨੂੰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਯਾਰ ਲੱਸੀ ਗਰਮ ਹੈ, ਕਿਉਂਕਿ ਲੱਸੀ ਦੀ ਦਰਅਸਲ ਤਸੀਰ ਠੰਡੀ ਹੈ। ਜਦੋਂ ਲੱਸੀ ਦੀ ਤਸੀਰ ਠੰਡੀ ਹੈ, ਹੁਣ ਤਾਂ ਭਾਵੇਂ ਸਾਨੂੰ ਜਿਹੜੀ ਅਸੀਂ ਬਣਾਉਟੀ ਲੱਸੀ ਬਣਾ ਕੇ ਪੀਂਦੇ ਹਾਂ, ਇਹਦੇ ਵਿੱਚ ਸਾਨੂੰ ਬਰਫ਼ ਪਾਉਣੀ ਬੜੀ ਲਾਜ਼ਮੀ ਹੈ ਜੀ। ਨਹੀਂ ਤਾਂ ਇਹ ਵੀ ਕਈ ਵਾਰੀ ਕਹਿੰਦੇ ਨੇ ਯਾਰ ਲੱਸੀ ਪੀਤੀ ਆ, ਖੋਜ ਹੀ ਫੇਰ ਪੈਣ ਲੱਗ ਪਈ। ਗੱਲ ਬਣੀ ਨਹੀਂ, ਕਿਉਂਕਿ ਲੱਸੀ ਦੀ ਤਸੀਰ ਠੰਡੀ ਹੁੰਦੀ ਸੀ। ਖੇਤਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਬਾਹਰ ਭਾਵੇਂ ਜਾਂਦੇ ਕਿਉਂਕਿ ਤੁਰ ਕੇ ਜਾਂਦੀਆਂ ਸੀ, ਸੁਆਣੀਆਂ ਕਈ ਵਾਰੀ ਰੋਟੀ ਲੈ ਕੇ ਜਾਣੀ, ਜਾਂ ਕਿਸੇ ਵਿਅਕਤੀ ਨੂੰ ਕਹਿ ਦੇਣਾ ਜਾ ਵੀ ਐਂ ਕਰ। ਹੁਣ ਵਾਢੀ ਨੂੰ ਜ਼ੋਰ ਪੈ ਗਿਆ ਕਾਫੀ, ਦਿਲ ਕਰਦਾ ਕਿ ਥੋੜ੍ਹੀ ਜਿਹੀ ਠੰਡਕ ਮਹਿਸੂਸ ਹੋਵੇ, ਤੂੰ ਇੱਦਾਂ ਕਰ, ਘੜੇ 'ਚੋਂ ਪਾਣੀ ਮੁੱਕ ਗਿਆ, ਜੇਕਰ ਇਹ ਲੱਸੀ ਹੋਈ ਨਾ, ਘੜਾ ਤਾਂ ਪਾਣੀ ਦਾ ਭਰ ਕੇ ਲਿਆਉਣਾ ਹੀ ਹੈ, ਤੇ ਤੂੰ ਨਾਲ ਲੱਸੀ ਜ਼ਰੂਰ ਲੈ ਕੇ ਆਈ ਜੀ। ਭਾਵੇਂ ਲੱਸੀ ਗਰਮ ਵੀ ਹੋ ਜਾਂਦੀ ਸੀ, ਪਰ ਉਹਦੀ ਤਸੀਰ ਠੰਡੀ ਹੋਣ ਦੇ ਕਾਰਨ ਉਹ ਠੰਡਕ ਮਹਿਸੂਸ ਕਰਨ ਲਾ ਦਿੰਦੀ ਸੀ। ਇਸ ਦੇ ਨਾਲ ਆਪਾਂ ਇਹਦੀ ਸਾਇੰਟੀਫਿਕ ਦੀ ਗੱਲ ਵੀ ਕਰ ਰਹੇ ਸੀ, ਸਟੱਡੀ ਦੀ। ਲੱਸੀ ਜਦੋਂ ਕੋਈ ਵੀ ਵਿਅਕਤੀ ਪੀਂਦਾ, ਤੁਸੀਂ ਦੇਖਿਆ ਹੋਵੇ ਕਿ ਜਲਣ ਮਹਿਸੂਸ ਹੁੰਦੀ ਹੋਵੇ। ਜਦੋਂ ਆਪਾਂ ਗੱਲ ਕੀਤੀ ਜਿਹੜਾ ਸਵੇਰੇ ਉੱਠ ਕੇ ਲੱਸੀ ਮੰਗਦਾ, ਇਹ ਦੱਸਦੇ ਆ ਡਾਕਟਰੀ ਪੱਖ ਤੋਂ ਆਪਾਂ ਜੇ ਦੇਖੀਏ, ਜੇਕਰ ਕਿਸੇ ਵਿਅਕਤੀ ਨੂੰ ਐਸਿਡਿਟੀ ਹੈ, ਆਮ ਤੌਰ ਤੇ ਵੇਖਿਆ ਕਿ ਜਲਣ ਮਹਿਸੂਸ ਹੁੰਦੀ ਹੈ, ਲੱਸੀ ਪੀ ਲਓ, ਐਸਿਡਿਟੀ ਉੱਤੇ ਕਾਬੂ ਪਾਉਣ ਦੇ ਵਿੱਚ ਵੀ ਇਹ ਕਾਫੀ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਦੁੱਧ ਨਹੀਂ ਪੀਂਦੇ, ਦਹੀਂ ਨਹੀਂ ਖਾਂਦੇ, ਜਾਂ ਕੁਝ ਇਸ ਤਰ੍ਹਾਂ ਦੇ ਪਦਾਰਥ ਖਾਣਾ ਨਹੀਂ ਚਾਹੁੰਦੇ ਕਿ ਅਸੀਂ ਮੋਟਾਪੇ ਦਾ ਸ਼ਿਕਾਰ ਨਾ ਹੋ ਜਾਈਏ ਜੀ।
ਪਰ ਲੱਸੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਤੁਹਾਡਾ ਮੋਟਾਪਾ ਕੰਟਰੋਲ ਕਰਨ ਦੇ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਨਹੀਂ ਦੇਖੋ, ਲੱਸੀ ਦੇ ਨਾਲ ਦੇ ਗੁਣ ਤਾਂ ਨਹੀਂ ਹੈਗੇ ਕਿਤੇ। ਕਈ ਟਿੱਪਣੀਆਂ ਇਦਾਂ ਦੀਆਂ ਆਉਣਗੀਆਂ ਜ਼ਰੂਰ ਕਿ ਭਾਈ ਅਸੀਂ ਅਜੇ ਵੀ ਲੱਸੀ ਰਿੜਕਦੇ ਹਾਂ, ਅਸੀਂ ਅਜੇ ਵੀ ਉਸੇ ਸਵਾਦ ਦੀ ਲੱਸੀ ਪੀਂਦੇ ਹਾਂ। ਚਲੋ ਚੰਗੀ ਗੱਲ ਹੈ, ਪਰ ਬੈਨੀਪਾਲ ਸਾਹਿਬ ਹੁਣ ਬੀਬੀਆਂ ਨਾ ਗੁੱਸਾ ਕਰਨ, ਮੈਂ ਇੱਕ ਗੱਲ ਕਹਿਣ ਲੱਗਾ। ਕਹਿ ਦਿਆ ਕਰੋ ਜੀ। ਚਲੋ ਇਹ ਗੱਲ ਇਸ ਕਰਕੇ ਕਿ ਉਦੋਂ ਇੱਕ ਪੈਸੇ ਵੀ ਬਚਦੇ ਸੀ। ਅੱਜ 20 ਥਾਵਾਂ ਦੇ ਉੱਤੇ जाके मैं तो कॉस्मेटिक के स्टोर में जाती हूँ, मेरे को ना वही क्रीम मैंने हाथों को लगानी होती। वो बीबियाँ ਜਿਹੜੀਆਂ ਲੱਸੀ ਰਿੜਕਦੀਆਂ ਸੀ, ਜਿਹੜੀਆਂ ਮੁੜ ਕੇ ਉਹਦੇ ਵਿੱਚੋਂ ਐਂ ਕਰਕੇ ਮੱਖਣ ਕੱਢਦੀਆਂ ਸੀ, ਜਿਹੜੀਆਂ ਮੁੜ ਕੇ ਉਹ ਠੰਡੀ ਹੋਈ ਚਾਟੀ ਨੂੰ ਧੋਂਦੀਆਂ ਸੀ, ਉਹਨਾਂ ਦੇ ਹੱਥਾਂ ਤੇ ਕਦੇ ਖੁਸ਼ਕੀ ਨਹੀਂ ਸੀ। ਖੁਸ਼ਕੀ ਸਵਾਲ ਹੀ ਪੈਦਾ ਨਹੀਂ ਕਿ ਨੇੜੇ ਵੀ ਆ ਜਾਏ। ਨੇੜੇ ਵੀ ਆ ਜਾਏ। ਹੁਣ ਵੀ ਤੁਸੀਂ ਦੇਖੋ, ਕਦੇ ਮੱਖਣ ਦੇ ਵਿੱਚ ਹੱਥ ਪਾ ਕੇ ਦੇਖਿਓ, ਉਹਦੇ ਤੋਂ ਚੀਜ਼ ਕੋਈ ਮੁਲਾਇਮ ਨਹੀਂ, ਪਾ ਯਾਰ ਮੱਖਣ ਵਰਗਾ, ਮੱਖਣ ਵਰਗਾ, ਮਲਾਈ ਵਰਗਾ ਜੀ। ਹੁਣ ਉਹ ਮਲਾਈ ਦੇ ਵਿੱਚ ਵੀ ਹੱਥ ਫਿਰਨਾ, ਤੁਹਾਡਾ ਮੱਖਣ ਦੇ ਵਿੱਚ ਵੀ ਹੱਥ ਫਿਰਨਾ, ਫਿਰ ਕਿੰਨੀ ਵਾਰੀ ਵਿੱਚੋਂ ਇਦਾਂ ਕੱਢ ਕੇ ਲਿਆਉਣਾ। ਜਿੰਨਾ ਮਰਜ਼ੀ ਤੁਸੀਂ ਭਾਂਡੇ ਨਾਲ ਸਾਫ਼ ਕਰ ਲਓ, ਹੱਥਾਂ ਦੇ ਥੰਧਿਆਈ ਤਾਂ ਨਹੀਂ ਜਾਣੀ। ਜਿਹੜੀ ਚਾਟੀ ਦੇ ਵਿੱਚ ਕਈ ਵਾਰੀ ਉਹ ਜਦੋਂ ਫੁੱਟ ਜਾਣੀ ਨਾ, ਠੁੱਡਾ ਵੱਜ ਕੇ ਜਾਂ ਕਿਸੇ ਹੋਰ ਕਾਰਨ ਕਰਕੇ, ਉੱਥੇ ਪਤਾ ਲੱਗਦਾ ਸੀ ਕਿ ਪੂਰੀ ਉਹ ਜਿੰਨੀ ਮਿੱਟੀ ਦਾ ਵੀ ਮੋਟਾ ਬਣਿਆ ਹੋਇਆ ਚਾਟੀ ਹੁੰਦੀ ਸੀ, ਸਾਰੀ ਠੰਡੀ ਹੋਈ ਪਈ ਹੁੰਦੀ ਸੀ। ਬਿਲਕੁਲ ਬੈਨੀਪਾਲ ਸਾਹਿਬ, ਹੋ ਸਕਦਾ ਕਿ ਅੱਜ ਕਿਉਂਕਿ ਉਹ ਨੰਗੇ ਹੱਥ ਨਾਲ ਸਾਰਾ ਕੁਝ ਕਰਨਾ ਹੁੰਦਾ ਸੀ, ਅੱਜ ਹਾਈਜੈਨਿਕਲੀ ਕਿ ਉਹ ਠੀਕ ਹੈ ਕਿ ਨਹੀਂ ਠੀਕ ਹੈ, ਉਹਦੇ ਵਿੱਚੋਂ ਕੋਈ ਕੀਟਾਣੂ ਬਟਾਣੂ, ਕਿਉਂਕਿ ਉਦੋਂ ਨਹੀਂ ਸੀ ਇੰਨੀਆਂ ਗੱਲਾਂ ਦਾ ਪਤਾ ਤੇ ਨਾ ਉਦੋਂ ਕੁਝ ਹੁੰਦਾ ਸੀ ਭਾਈ। ਅੱਜ ਪਤਾ ਨਹੀਂ ਕਿ ਉਹ ਚੀਜ਼ਾਂ ਨੂੰ ਕੋਈ ਚੰਗਾ ਸਮਝੇ ਜਾਂ ਨਾ ਸਮਝੇ, ਪਰ ਆਪਾਂ ਤਾਂ ਉਹ ਦੌਰ ਦੇਖਿਆ ਹੋਇਆ ਜਦੋਂ ਹੱਥ ਨਾਲ ਹੀ ਮੱਖਣ ਕੱਢਦੇ ਸੀ, ਮੁੜ ਕੇ ਹੱਥ ਨਾਲ ਹੀ ਕੌਲੀ ਦੇ ਵਿੱਚੋਂ ਪਾਉਂਦੇ ਸੀ ਤੇ ਹੱਥ ਨਾਲ ਹੀ ਕਈ ਵਾਰੀ ਸਾਗ ਵਾਲੀ ਕੌਲੀ 'ਚ ਐ ਉਂਗਲੀ ਨਾਲ ਵੀ ਕਰ ਜਾਂਦੀਆਂ ਬੀਬੀਆਂ। ਸਾਹਿਬ ਇਹ ਸ਼ਾਇਦ ਹਾਈਜੀਨਿਕ ਸਮਝਿਆ ਜਾਵੇ ਵੀ ਕਿ ਮਾੜੀ ਗੱਲ ਸੀ। ਗੋਲ ਗੱਪੇ ਦੱਸ ਦੋ ਕਿਹੜਾ ਨਹੀਂ ਖਾਂਦਾ ਜੀ। ਸਾਰੀਆਂ ਚੀਜ਼ਾਂ ਨੇ ਨਾ, ਬਰਾਬਰ ਤੋਲਣਾ ਤਾਂ ਸਾਨੂੰ ਪਊਗਾ ਜੀ। ਜਿੱਥੇ ਸਾਡੀ ਜੀਭ ਦਾ ਸਵਾਦ ਆ ਉੱਥੇ ਅਸੀਂ ਬਿਲਕੁਲ ਨਹੀਂ ਦੇਖਦੇ। ਮੈਨੂੰ ਲੱਗਦਾ ਕਿ ਗੋਲ ਗੱਪਿਆਂ ਵਾਲੀਆਂ ਰੇਹੜੀਆਂ ਦੇ ਉੱਤੇ ਸਾਰੇ ਲੋਕ ਗੋਲ ਗੱਪੇ ਖਾਂਦੇ ਹੋਣਗੇ, ਸਾਰੇ ਨਹੀਂ ਖਾਂਦੇ ਹੋਣਗੇ ਤਾਂ 90% ਲੋਕ ਖਾਂਦੇ ਹੋਣਗੇ। 90 ਮੈਂ ਜ਼ਿਆਦਾ ਕਹਤਾ, 5-7% ਇੱਧਰ ਉੱਧਰ ਹੋਰ ਕਰ ਹੋ ਜਾਂਦੇ। ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਲੱਸੀ ਦੀ, ਇਹ ਉਹ ਪਦਾਰਥ ਹੈ ਜਿਹੜਾ ਪੰਜਾਬੀ ਸੱਭਿਆਚਾਰ ਦਾ ਉਹ ਅੰਗ ਰਹਿਣਾ ਹੈ। ਜਦੋਂ ਵੀ ਕਿਤੇ ਸੱਭਿਆਚਾਰ ਦੀ ਗੱਲ ਹੋਣੀ ਹੈ, ਉੱਥੇ ਲੱਸੀ ਤੋਂ ਬਿਨਾਂ ਇਹ ਲੱਗੂਗਾ ਕਿ ਸਾਡੀ ਗੱਲਬਾਤ, ਸਾਡਾ ਖਾਣ ਪੀਣ ਅਧੂਰਾ ਹੈ ਜੀ। ਬਿਲਕੁਲ। ਨਾਲ ਹੁਣ ਵੀ ਬੈਨੀਪਾਲ ਸਾਹਿਬ ਕਈ ਵਾਰੀ ਨਾ ਤੁਸੀਂ ਜੇ ਕਦੇ ਪੰਜਾਬ ਗਏ, ਉੱਥੇ ਦੇਖਿਓ ਜਦੋਂ ਵਿਆਹ ਸ਼ਾਦੀ ਰੱਖਿਆ ਹੁੰਦਾ, ਉੱਥੇ ਮੰਗਣ ਵਾਲੇ ਵੀ ਆਉਂਦੇ ਆ, ਵਧਾਈ ਲੈਣ ਵਾਲੇ ਵੀ ਆਉਂਦੇ ਆ। ਜੇ ਗਰਮੀਆਂ ਨੂੰ ਕਿਤੇ ਰਹਿਣ ਦਾ ਮੌਕਾ ਮਿਲੇ, ਉਦੋਂ ਵੀ ਆਮ ਤੌਰ ਤੇ ਕੋਈ ਰਾਹਗੀਰ ਤੁਰਿਆ ਜਾਂਦਾ ਹੋਊਗਾ, ਕੋਈ ਹੋਰ ਜਿਹੜਾ ਵਿੱਤੀ ਤੌਰ ਤੇ ਕਮਜ਼ੋਰ ਹੁੰਦਾ, ਉਹ ਇਸ ਤਰ੍ਹਾਂ ਪਾਣੀ ਮੰਗਣ ਆਉਂਦਾ ਘਰ ਦੇਖ ਕੇ ਕਿ ਜੇ ਪਸ਼ੂ ਪਾ ਵੱਜਾ, ਜੇ ਹਵੇਲੀ ਹੈਗੀ ਆ ਤਾਂ ਉਹਦਾ ਕੁੰਡਾ ਖੜਕਾਵਾਂ ਤੇ ਹੌਲੀ ਦੇਣੇ ਕਹੂਗਾ ਕਿ ਬੀਬੀ ਜੀ ਪਾਣੀ ਪੀਣਾ ਸੀ, ਤੇ ਨਾਲ ਸੰਗਦਾ ਝਿਜਕਦਾ ਜਾਂ ਝਿਜਕਦੀਆਂ ਇਹ ਪੁੱਛਦੀਆਂ ਲੱਸੀ ਹੈਗੀ ਘੁੱਟਕ। ਯਾਨੀ ਅਜੇ ਤੱਕ ਵੀ ਉਹ ਜਿਹੜੀ ਤ੍ਰਿਸ਼ਨਾ ਉਹ ਕੇਵਲ ਤੇ ਕੇਵਲ ਲੱਸੀ ਦੇ ਨਾਲ ਹੀ ਜਿਹੜੀ ਪੂਰੀ ਹੁੰਦੀ ਹੈ। ਸੋ ਲੱਸੀ ਦੇ ਨਾਲ ਤੁਹਾਡੀਆਂ ਕੋਈ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਤਾਂ ਤੁਸੀਂ ਟਿੱਪਣੀਆਂ ਲਿਖ ਜ਼ਰੂਰ ਦਿਓ। ਅੱਜ ਅਸੀਂ ਕੋਸ਼ਿਸ਼ ਕੀਤੀ ਸੀ ਕਿ ਭਾਈ ਉਸ ਸਾਰੇ ਦੌਰ ਦੇ ਵਿੱਚੋਂ, ਉਸ ਸਾਰੀ ਸਟਰੈਸ ਚੋਂ, ਤਣਾਅ ਚੋਂ, ਨਿੱਕੀਆਂ ਜਿਹੜੀਆਂ ਨੋਕਾਂ ਝੋਕਾਂ ਨੇ, ਸਾਡੀਆਂ ਲੜਾਈਆਂ ਝਗੜੇ ਨੇ, ਭਾਵੇਂ ਘਰਾਂ 'ਚ ਨੇ ਭਾਵੇਂ ਕੰਮਾਂ ਕਾਰਾਂ ਦੇ ਨੇ, ਉਹ ਸਾਰੇ ਦੇ ਵਿੱਚੋਂ ਭੋਰਾ ਆਪਾਂ ਬਾਹਰ ਹੋਈਏ ਤੇ ਕੁਝ ਲੱਸੀ ਦੀ, ਕੁਝ ਦਹੀਂ ਦੀ, ਕੁਝ ਮਧਾਣੀ ਦੀ, ਕੁਝ ਬੀਬੀਆਂ ਦੀ, ਕੁਝ ਬਾਬਿਆਂ ਦੀ ਉਹ ਗੱਲਬਾਤ ਕਰੀਏ ਜਿਹਦੇ ਨਾਲ ਪੁਰਾਣਾ ਸਮਾਂ ਚੇਤੇ ਆਵੇ। WhatsApp ਮੈਂ ਇੱਥੇ ਵੀ ਦੇਖਿਆ ਕਿ ਜੇ ਆਪਾਂ ਕਦੇ ਖਾਣ ਪੀਣ ਜਾ ਕੇ ਇਕੱਠੇ ਹੋ ਕੇ ਜਾਈਏ, ਕਈ ਵਾਰੀ ਨਾਲ ਦੇ ਬੈਠੇ ਹੁੰਦੇ ਨੇ ਬੰਦੇ, ਕੋਈ ਕੋਕ ਦੀ ਮੰਗ ਕਰੂ, ਕੋਈ ਕਿਸੇ ਹੋਰ ਆਪਣੇ ਤਰਲ ਪਦਾਰਥ ਦੀ ਮੰਗ ਕਰੂ। ਕਈ ਬੰਦੇ ਕਹਿੰਦੇ ਯਾਰ ਮੈਂਗੋ ਲੱਸੀ ਲਿਆ ਦੇ। ਦੇਖੋ ਉਹਦੇ 'ਚ ਸਵਾਦ ਦੋ ਲੈਣਾ ਚਾਹੁੰਦੇ ਨੇ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਸਾਰਾ ਕੁਝ ਕਮਰਸ਼ੀਅਲ ਹੁੰਦਾ ਜਾ ਰਿਹਾ ਹੈ। ਆਪਾਂ ਚਾਟੀ ਵਾਲੀ ਲੱਸੀ ਤੋਂ ਅੱਜ ਕੱਲ੍ਹ ਵੀ ਦੇਖਿਓ ਪੰਜਾਬ ਦੇ ਵਿੱਚ ਜਦੋਂ ਜਾਂਦੇ ਆ, ਇੱਥੇ ਕਹਿੰਦੇ ਇੱਥੇ ਚਾਟੀ ਦੀ ਲੱਸੀ ਵੀ ਮਿਲਦੀ ਹੈ। ਇਹ ਨਹੀਂ ਪਤਾ ਵੀ ਉਹ ਚਾਟੀ ਦੇ ਵਿੱਚ ਕਿਹੋ ਜਿਹੀ ਚਾਟੀ ਦੇ ਵਿੱਚ ਕਿਵੇਂ ਲੱਸੀ ਬਣਾਉਂਦੇ ਆ, ਪਰ ਜਿਹੜਾ ਸਵਾਦ, ਜਿਹੜੀ ਆਪਾਂ ਲੱਸੀ ਦੀ ਗੱਲ ਕਰਦੇ ਆ, ਉਹ ਸਵਾਦ ਤਾਂ ਨਹੀਂ ਮਿਲਦਾ ਉੱਥੇ। ਪਰ ਹਾਂ, ਅੱਜ ਵੀ ਇਹ ਵੱਡੇ ਵਪਾਰ ਦੇ ਤੌਰ ਤੇ ਚਾਟੀ ਦੀ ਲੱਸੀ ਕਹਿ ਕੇ ਵੇਚੀ ਜਾ ਰਹੀ ਹੈ। ਮੈਂਗੋ ਲੱਸੀ ਵੇਚੀ ਜਾ ਰਹੀ ਹੈ, ਨਮਕੀਨ ਲੱਸੀ ਵੇਚੀ ਜਾ ਰਹੀ ਹੈ। ਕਈ ਸ਼ਹਿਰਾਂ ਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਰੈਸਟੋਰੈਂਟ ਵਾਲੇ ਇਹ ਦੱਸਦੇ ਨੇ, ਉਹ ਕਹਿੰਦੇ ਸਾਡਾ ਜਿੰਨਾ ਬਾਕੀ ਚੀਜ਼ਾਂ ਦਾ ਵਪਾਰ ਹੁੰਦਾ ਲਗਭਗ ਗਰਮੀਆਂ ਦੇ ਦਿਨਾਂ ਦੇ ਵਿੱਚ ਲੱਸੀ ਸਾਡੀ ਉਹਦੇ ਤੋਂ ਵੱਧ ਵਿਕਰੀ ਕਰ ਜਾਂਦੀ ਹੈ। ਜਿਹੜਾ ਨਾ ਉਹਨਾਂ ਨੇ ਐਡਵਰਟਾਈਜ਼ਮੈਂਟ ਵਾਲਾ ਲਿਖਿਆ ਹੁੰਦਾ ਬੋਰਡ ਜਿਹਾ ਆਪਣਾ, ਜਾਂ ਪੈਂਫਲੇਟ ਛਾਪਿਆ ਹੁੰਦਾ, ਉਹ 'ਤੇ ਲਿਖਿਆ ਹੋਣਗੇ ਸਮੋਸੇ, ਬਰਗਰ, ਪੀਜ਼ਾ, ਆ ਮੋਟਾ ਕਰਕੇ ਸਪੈਸ਼ਲ ਲੱਸੀ ਵੀ ਮਿਲਦੀ ਹੈ, ਜਾਂ ਕੰਪਲੀਮੈਂਟਰੀ ਹੁੰਦੀ ਹੈ, ਜਾਂ ਤੁਹਾਨੂੰ ਇਸ ਤਰ੍ਹਾਂ ਦੀ ਲੱਸੀ ਮਿਲੂਗੀ। ਬੈਨੀਪਾਲ ਸਾਹਿਬ ਜਦੋਂ ਨਵਾਂ ਰੈਸਟੋਰੈਂਟਾਂ ਦੇ ਉੱਤੇ ਜਾਂ ਹੋਟਲਾਂ ਦੇ ਉੱਤੇ ਕੰਮ ਸ਼ੁਰੂ ਹੋਇਆ ਨਾ ਲੱਸੀ ਦਾ, ਉਹਨਾਂ ਨੇ ਐਡਾ ਕੰਗਣੀਆਂ ਵਾਲਾ ਗਲਾਸ ਲੱਸੀ ਫਰਿੱਜ 'ਚ ਪਈ ਹੋਣੀ, ਜੰਮੀ ਹੋਣੀ, ਹੁਣ ਵੀ ਮਿਲਦੀ ਹੈ, ਉੱਪਰ ਇੱਕ ਪਰਤ ਜਿਹੜੀ ਉਹ ਮਲਾਈ ਦੀ ਹੋਣੀ। ਸ਼ੁਰੂਆਤੀ ਦੌਰ ਦੇ ਵਿੱਚ ਤਾਂ ਮੇਰੇ ਤੋਂ ਪੂਰਾ ਗਲਾਸ ਜਿਹੜਾ ਪੀਤਾ ਵੀ ਨਹੀਂ ਸੀ ਜਾਂਦਾ, ਉਹ ਮਿੱਠੀ ਲੱਸੀ ਹੁੰਦੀ ਸੀ। ਅੱਜ ਮੈਨੂੰ ਲੱਗਦਾ ਕਿ 50-60 ਰੁਪਏ ਦਾ ਗਲਾਸ ਉਹ ਹੋਣਾ, ਪਰ ਲੱਸੀ ਸਾਡੇ ਚੇਤਿਆਂ 'ਚ ਵਸੀ ਹੋਈ ਹੈ, ਸਾਡੇ ਅੰਗ ਸੰਗ ਰਹੀ ਹੈ। ਇਹ ਤਾਂ ਭਾਈ ਨਾਲ ਹੀ ਜਾਊ। ਹੁਣ ਆਪਾਂ ਪੌੜੀ ਵੱਲ ਨੂੰ ਚੱਲਦੇ ਹਾਂ। ਪੌੜੀ ਚੜ੍ਹਦੀ ਹੈ ਜੀ ਕਿ ਘੜੇ ਚੱਲਣਾ? ਦੇਖੋ ਘੜਾ ਵੀ ਵੱਜਦਾ ਤੇ ਘੜੋਲੀ ਵੀ ਵੱਜਦੀ ਹੈ। ਦੇਖੋ ਹੁਣ ਆਪਾਂ ਮੇਰੇ ਖਿਆਲ ਦੇ ਵਿੱਚ
ਘੜੇ ਦੇ ਨਾਲ, ਕਿਉਂਕਿ ਘੜੇ ਦਾ ਹੀ ਇੱਕ ਰੂਪ ਹੈ ਚਾਟੀ। ਅਸਲ ਦੇ ਵਿੱਚ ਮਿੱਟੀ ਜੇ ਆਪਾਂ ਗੱਲ ਕਰਦੀ ਨਾ, ਮਿੱਟੀ ਚੋਂ ਅਸੀਂ ਉਪਜੇ ਹਾਂ ਜੀ, ਮਿੱਟੀ ਦੇ ਆਲੇ ਦੁਆਲੇ ਹੀ ਰਹਿੰਦੇ ਆ। ਕਹਿੰਦੇ ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ ਤੇ ਮਾਟੀ ਕੁਦਮ ਕਰਿੰਦੀ ਯਾਰ। ਉਹ ਜਿਹਨੂੰ ਆਪਾਂ, ਕਿਉਂਕਿ ਪੁਰਾਣੇ ਕਵੀਆਂ ਨੇ ਬਹੁਤ ਖੂਬਸੂਰਤ ਲਿਖਿਆ, ਕਹਿੰਦੇ ਮਾਟੀ ਜੋੜਾ ਮਾਟੀ ਦਾ ਹੀ ਬਣਿਆ, ਮਾਟੀ ਦਾ ਹੀ ਘੋੜਾ ਜਿਹਦੇ ਤੇ ਸਵਾਰ ਉਹ ਵੀ ਮਿੱਟੀ ਦਾ ਜੀ, ਮਾਟੀ ਉਹ ਜਿਹੜੀ ਕੁਦਮ ਨੱਚਦੀ ਕੁੱਦਦੀ ਫਿਰਦੀ ਹੈ ਇਹ ਵੀ ਮਿੱਟੀ ਦੀ ਹੈ, ਪਰ ਮਾਟੀ ਦਾ ਸਵਾਰ ਵੀ ਜਿਹੜਾ ਉਹਦੇ ਤੇ ਸਵਾਰੀ ਕਰ ਰਿਹਾ ਉਹ ਵੀ ਮਿੱਟੀ ਦਾ ਹੀ ਹੈ। ਆਖਰਕਾਰ ਮਿੱਟੀ 'ਚ ਸਾਰਾ ਕੁਝ ਰਲ ਜਾਂਦਾ। ਹੁਣ ਜਿਹੜੀ ਚਾਟੀ ਵੀ ਸੀ ਇਹ ਵੀ ਮਿੱਟੀ 'ਚੋਂ ਹੀ ਪੈਦਾ ਹੋ ਰਹੀ ਹੈ। ਤੇ ਜਿਹੜੇ ਘੜੇ ਦੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜ਼ਿਕਰ ਕਰੀਏ, ਸਾਡੇ ਤੇ ਲੋਕ ਗੀਤਾਂ ਦੇ ਵਿੱਚ ਘੜਾ ਵੱਜਦਾ, ਘੜੋਲੀ ਵੱਜਦੀ। ਘੜਿਆਂ ਦਾ ਜ਼ਿਕਰ ਜਦੋਂ ਆਪਾਂ ਕਰਦੇ ਹਾਂ, ਘੜਾ ਇੱਕ ਕਿਸਮ ਦਾ ਨਹੀਂ, ਘੜਾ ਹੋ ਗਿਆ, ਚਾਟੀ ਹੋ ਗਈ, ਸੁਰਾਹੀ ਹੋ ਗਈ, ਇਹਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਚੀਜ਼ਾਂ, ਤੌੜੀ ਹੋ ਗਈ, ਤੌੜਾ ਹੋ ਗਿਆ, ਹਾਂਜੀ ਸ਼ਕਿਆਲਾ ਹੋ ਗਿਆ, ਬਹੁਤ ਕੁਛ ਹੈ। ਕਿਉਂਕਿ ਇਹ ਸਾਰੀਆਂ ਹੈਗੀਆਂ ਇੱਕੋ ਹੀ ਆਪਾਂ ਕਹਿ ਸਕਦੇ ਇੱਕੋ ਹੀ ਪਰਿਵਾਰ ਦੇ ਅੰਗ ਨੇ ਜੀ। ਹੁਣ ਜੇ ਆਪਾਂ ਘੜਿਆਂ ਦੀ ਗੱਲ ਕਰੀਏ, ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਲੱਸੀ ਨੂੰ ਨਹੀਂ ਆਪਾਂ ਆਪਣੇ ਸੱਭਿਆਚਾਰ 'ਚੋਂ ਪਾਸੇ ਕਰ ਸਕਦੇ, ਕੀਤਾ ਘੜੇ ਨੂੰ ਵੀ ਨਹੀਂ ਜਾ ਸਕਦਾ। ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਸੱਭਿਆਚਾਰ ਦੇ ਵਿੱਚ ਸਾਡੇ ਨਾਲ ਜੁੜਿਆ ਰਹਿੰਦਾ। ਕਹਿੰਦੇ ਲੈ ਵੀ ਇਹਦਾ ਤਾਂ ਘੜਾ ਭੰਨ ਦਿੱਤਾ। ਜਦੋਂ ਅਖੰਡ ਪਾਠ ਸਾਹਿਬ ਲੋਕ ਕਰਵਾਉਂਦੇ ਸੀ ਉਦੋਂ ਵੀ ਕਹਿੰਦੇ ਸੀ ਇੱਦਾਂ ਕਰੋ ਭਾਈ, ਇਹਦੇ ਵਿੱਚ ਜਲ ਰੱਖ ਦਿਓ, ਘੜਾ ਇੱਕ ਪਾਸੇ ਰੱਖ ਦੇਣਾ। ਜਦੋਂ ਅਸੀਂ ਕੋਈ ਹਾੜੀ ਸੌਣੀ ਦੀ ਫਸਲ ਬੀਜਣੀ ਵੱਢਣੀ, ਬਾਹਰ ਖੇਤਾਂ ਦੇ ਵਿੱਚ ਪਾਣੀ ਘੜੇ ਦੇ ਵਿੱਚ, ਫਿਰ ਘਰਾਂ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਫਰਿੱਜ ਨਹੀਂ ਸੀ, ਪਾਣੀ ਘਰਾਂ ਦੇ ਵਿੱਚ ਉਹ ਘੜੇ ਦੇ ਵਿੱਚ। ਪਰ ਘੜੇ ਦਾ ਜਿਹੜਾ ਪਿਊਰੀਫਾਈ ਸਿਸਟਮ ਹੈ ਨਾ, ਉਹਦੇ 'ਤੇ ਗੱਲ ਬਹੁਤ ਲਾਜ਼ਮੀ ਕਰਨੀ ਬਣਦੀ ਹੈ। ਜੇ ਆਪਾਂ ਇਹਨੂੰ ਬਹੁਤ ਵਿਸਥਾਰ ਦੇ ਦਈਏ, ਭਾਵੇਂ ਮੇਰਾ ਖਿਆਲ ਹੈ ਘੜੇ ਦੇ ਉੱਤੇ ਹੀ 5-7 ਪ੍ਰੋਗਰਾਮ ਕਰ ਲਈਏ ਆਪਾਂ। ਹੁਣ ਜਿਹੜਾ ਘੜਾ ਹੈ, ਆਪਾਂ ਵੇਖਦੇ ਹਾਂ ਕਿ ਆਪਾਂ ਫਰਿੱਜ 'ਚੋਂ ਪਾਣੀ ਪੀ ਲਿਆ, ਆਪਾਂ ਜਾਂ ਘਰਾਂ ਦੇ ਵਿੱਚ ਫਿਲਟਰ ਲਵਾ ਲਿਆ, ਪਰ ਉਹਦੇ ਵਿੱਚੋਂ ਜਿਹੜਾ ਪਿਊਰੀਫਾਈ ਵਾਲਾ ਸਿਸਟਮ ਆ ਉਹ ਨਹੀਂ। ਕਿਉਂਕਿ ਅਸਲ ਦੇ ਵਿੱਚ ਆਪਾਂ ਫਿਰ ਗੱਲ ਕਰਦੇ ਹਾਂ ਵੀ ਆਪਾਂ ਵਿਗਿਆਨਕ ਆਧਾਰ ਦੇਖੀਏ ਘੜੇ ਦਾ, ਕਿਉਂਕਿ ਘੜੇ ਦਾ ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਪਾਣੀ ਪੀਤਾ ਜਾਂਦਾ ਜਾਂ ਪਿਲਾਇਆ ਜਾਂਦਾ। ਬਹੁਤ ਸਾਰੇ ਰੈਸਟੋਰੈਂਟ ਇਸ ਤਰ੍ਹਾਂ ਜਿੱਥੇ ਕਹਿੰਦੇ ਨੇ ਭਾਈ ਇੱਥੇ ਘੜੇ ਦਾ ਪਾਣੀ ਵੀ ਤੁਹਾਨੂੰ ਮਿਲ ਜਾਏਗਾ। ਉਹਦਾ ਕਾਰਨ ਹੈ ਜਦੋਂ ਮਿੱਟੀ ਦੇ ਨਾਲ ਨਾ ਪਾਣੀ ਦਾ ਸੰਬੰਧ, ਸਿੱਧੀ ਕਿਰਿਆ ਹੁੰਦੀ ਹੈ, ਉਹਦੇ ਵਿੱਚੋਂ ਇੱਕ ਖਾਸ ਪਦਾਰਥ ਹੁੰਦਾ ਜਿਹੜਾ ਉਹਨੂੰ ਉਹ ਬਾਹਰ ਕੱਢਦਾ। ਤੁਸੀਂ ਦੇਖਿਆ ਹੋਣਾ ਘੜੇ ਦੇ ਪਾਣੀ ਆਪਾਂ ਅੰਦਰ ਪਾਉਂਦੇ ਹਾਂ, ਪਰ ਮਸਾਮਾਂ ਰਾਹੀਂ ਹੌਲੀ ਹੌਲੀ ਰਿਸ ਕੇ ਇੱਕ ਤੋਂ ਬਾਹਰ ਜਿਹੜਾ ਹੁੰਦਾ ਉਹ ਵੇਸਟ ਹੈ, ਜਿਹੜਾ ਇੱਕ ਤਾਂ ਉਹਨੂੰ ਘੜਾ ਬਾਹਰ ਕੱਢਦਾ, ਦੂਸਰਾ ਫਿਰ ਜਦੋਂ ਉਹ ਮਸਾਮਾਂ ਰਾਹੀਂ ਪਾਣੀ ਬਾਹਰ ਆ ਜਾਂਦਾ, ਉਹਦੇ ਨਾਲ ਜਦੋਂ ਹਵਾ ਚੱਲਦੀ ਹੈ ਅੰਦਰਲਾ ਪਾਣੀ ਠੰਡਾ ਰਹਿੰਦਾ, ਨਾਲੇ ਪਿਊਰੀਫਾਈ ਹੋ ਜਾਂਦਾ ਜੀ। ਬੈਨੀਪਾਲ ਸਾਹਿਬ ਦੇਖੋ, ਘੜਾ ਤਾਂ ਆਪਣੇ ਆਪ ਦੇ ਵਿੱਚ ਇੱਕ ਸ਼ੈ ਆ ਜੀ, ਇੱਕ ਗਹਿਣਾ ਜੀ। ਉਹ ਇਸ ਕਰਕੇ ਨਾ ਪਹਿਲਾਂ ਤਾਂ ਘੜੇ ਜਿਹੜੇ ਆ ਕਈ ਘੜੇ ਖਰੀਦ ਕੇ ਰੱਖੇ ਹੁੰਦੇ ਸੀ ਬੀਬੀਆਂ ਨੇ ਘਰ ਦੇ ਵਿੱਚ। ਇਹ ਜਿਹੜੀਆਂ ਬਣੀਆਂ ਹੁੰਦੀਆਂ ਸੀ ਮਿੱਟੀ ਤੋਂ ਚੀਜ਼ਾਂ, ਘੜਾ ਆ ਜਾਂ ਕੋਈ ਹੋਰ, ਉਹ ਮਿੱਟੀ ਦੀਆਂ ਚੀਜ਼ਾਂ ਦੇ ਵਿੱਚ ਕਈ ਵਾਰੀ ਦਾਲਾਂ ਜਾਂ ਹੋਰ ਚੀਜ਼ਾਂ ਵੀ ਪਾ ਕੇ ਰੱਖਦੇ ਸੀ। ਹੁਣ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਕਿ GT ਰੋਡ ਦੇ ਉੱਤੇ ਜਾਂ ਸੜਕਾਂ ਤੇ ਵੀ ਪਿੰਡ ਵਾਲੇ ਘੜਾ ਰੱਖ ਦਿੰਦੇ ਸੀ ਪਾਣੀ ਦਾ ਭਰ ਕੇ ਜੀ। ਫਿਰ ਡਿਊਟੀ ਵੀ ਲੱਗੀ ਹੁੰਦੀ ਸੀ ਕਿ ਭਾਈ ਆਉਂਦਾ ਜਾਂਦਾ ਰਾਹਗੀਰ ਪਾਣੀ ਪੀਊਗਾ, ਇੱਕ ਬੰਦੇ ਨੇ ਉਹਦੇ ਵਿੱਚ ਪਾਣੀ ਜਿਹੜਾ ਉਹ ਪਾ ਕੇ ਵੀ ਜਾਣਾ। ਤੇ ਹੁਣ ਬਹੁਤ ਸਾਰੀਆਂ ਭਾਵੇਂ ਫਰਿੱਜ ਆ ਗਏ, ਪਾਣੀ ਨੂੰ ਸ਼ੁੱਧ ਕਰਨ ਵਾਲੇ ਯੰਤਰ ਆ ਗਏ, ਤਰ੍ਹਾਂ ਤਰ੍ਹਾਂ ਦੇ ਪਾਣੀ ਆ ਗਏ, ਪਾਣੀ ਵਿਕਣ ਲੱਗ ਪਏ। ਪਰ ਇਹਦੇ ਬਾਵਜੂਦ ਵੀ ਗਰਮੀਆਂ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚ ਚੱਕਰ ਮਾਰਦੇ ਹਾਂ ਤਾਂ ਤੁਹਾਨੂੰ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਘੜੇ ਆਮ ਮਿਲਣਗੇ ਵਿਕਦੇ। ਉਹ ਵੱਖਰੀ ਗੱਲ ਹੈ ਕਿ ਹੁਣ ਘੜਾ ਜਿਹੜਾ ਉਹ ਵੱਖਰੇ ਰੂਪ ਵੱਖਰਾ ਹੋ ਗਿਆ, ਉਹਨੂੰ ਟੂਟੀ ਲੱਗ ਗਈ ਹੈ। ਇਸ ਕਰਕੇ ਕਿ ਵਾਰ-ਵਾਰ ਘੜੇ ਦਾ ਢੱਕਣ ਚੁੱਕਣਾ ਨਾ ਪਵੇ, ਉਹਦੇ ਵਿੱਚ ਹੱਥ ਪਾ ਕੇ ਪਾਣੀ ਭਰਨਾ ਨਾ ਪਵੇ, ਟੂਟੀ ਦੇ ਨਾਲ ਕੰਮ ਜਿਹੜਾ ਉਹ ਚੰਗਾ ਹੋ ਜਾਂਦਾ। ਹੁਣ ਮੈਂ ਇੱਥੇ ਆਉਣ ਤੱਕ ਲਗਾਤਾਰ ਆਪਣੇ ਘਰ ਦੇ ਵਿੱਚ ਘੜੇ ਦਾ ਪਾਣੀ ਪੀਂਦਾ ਰਿਹਾ। ਬੈਨੀਪਾਲ ਸਾਹਿਬ ਜਦੋਂ ਘੜਾ ਲਿਆਂਦਾ ਜੀ, ਉਹ ਘੜਾ ਲਿਆਂਦਾ ਤੇ ਇੱਕ ਨਵਾਂ ਰੌਲਾ ਪੈ ਗਿਆ। ਘੜਾ ਲਿਆ ਕੇ ਹੁਣ ਰਸੋਈਆਂ ਤਾਂ ਪੱਕੀਆਂ ਨੇ, ਉੱਥੇ ਰੱਖ ਦਿੱਤਾ, ਪਾਣੀ ਪਾਤਾ ਤੇ ਪਾਣੀ ਹੁਣੀ ਬਾਹਰ ਹੌਲੀ ਹੌਲੀ, ਕਿਉਂਕਿ ਸਿਮਦਾ ਸੀ। ਫਿਰ ਉਹਦਾ ਜੁਗਾੜ ਹੋਰ ਕੀਤਾ ਕਿ ਭਾਈ ਚਲੋ ਠੀਕ ਹੈ, ਇੱਕ ਛੋਟੀ ਪਰਾਤ ਲਿਆਉਨੇ ਆ। ਫਿਰ ਘੜਾ ਜਿਹੜਾ ਉਹਦੇ ਵਿੱਚ ਪਰਾਤ ਦੇ ਵਿੱਚ ਥੋੜੀ ਜਿਹੀ ਮਿੱਟੀ ਪਾ ਕੇ, ਰੇਤਾ ਪਾ ਕੇ ਘੜਾ ਉਹਦੇ 'ਚ ਰੱਖਿਆ ਕਿ ਠੀਕ ਹੈ ਪਾਣੀ ਨੇ ਤਾਂ ਸਿਮਣਾ, ਉਹ ਫਿਰ ਪਰਾਤ ਦੇ ਵਿੱਚ ਜਿਹੜਾ ਉਹ ਰਹੀ ਜਾਊਗਾ। ਫਿਰ ਇੱਕ ਹੋਰ ਪੰਗਾ ਪੈਂਦਾ, ਪਹਿਲਾਂ ਤਾਂ ਘੜਾ ਸਾਰਾ ਬਣਿਆ ਹੁੰਦਾ ਸੀ, ਹੁਣ ਜਿੱਥੇ ਟੂਟੀ ਲੱਗਦੀ ਹੈ ਕਦੇ ਕਦੇ ਉੱਥੋਂ ਲੀਕ ਕਰਦਾ। ਇਸ ਕਰਕੇ ਭਾਈ ਘੜਾ ਲੈਣ ਜਾਓ, ਪਰ ਉਹਦੇ ਵਿੱਚ ਉਹਨਾਂ ਨੇ ਬਾਲਟੀ ਵਹਿ ਪਾਣੀ ਦੀ ਰੱਖੀ ਹੁੰਦੀ ਹੈ, ਉਹ ਟੂਟੀ ਤੱਕ ਤੁਹਾਨੂੰ ਘੜਾ ਪਾਣੀ ਦਾ ਭਰ ਕੇ ਦਿਖਾਉਂਦੇ ਆ ਕਿ ਭਾਈ ਆ ਦੇਖ ਲਓ ਲੀਕ ਤਾਂ ਨਹੀਂ ਕਰਦੀ। ਨਾਲ ਦੀ ਨਾਲ ਹੁਣ ਬੈਨੀਪਾਲ ਸਾਹਿਬ ਇੱਕ ਮਸਲਾ ਇੱਥੇ ਹੋਰ ਹੈ, ਤੁਸੀਂ ਫਰਿੱਜ ਦਾ ਪਾਣੀ ਪੀ ਲਓ, ਤੁਸੀਂ ਬੋਤਲ ਦੇ ਵਿੱਚ ਪੈਕ ਪਾਣੀ ਪੀ ਲਓ, ਪਰ ਜਿਹੜਾ ਘੜੇ ਦੇ ਪਾਣੀ ਦਾ ਸਵਾਦ ਆ ਉਸੇ ਨਲਕੇ ਦਾ ਪਾਣੀ ਹੋਊਗਾ ਉਹ। ਪਰ ਘੜੇ ਦੇ ਨਾਲ ਕਿਉਂਕਿ ਜਦੋਂ ਪਾਣੀ ਦਾ ਉਹ ਮਿੱਟੀ ਦੇ ਨਾਲ ਸੰਪਰਕ ਹੁੰਦਾ, ਜਿਹੜੀ ਉਹ ਕਿਰਿਆ ਹੁੰਦੀ ਹੈ, ਕੁਝ ਤੱਤ ਮਰਦੇ ਨੇ, ਕੁਝ ਤੱਤ ਬਣਦੇ ਹੋਣਗੇ, ਪਰ ਉਹ ਪਾਣੀ ਦਾ ਜਿਹੜਾ ਸਵਾਦ ਹੀ ਵੱਖਰਾ। ਪਹਿਲੀ ਗੱਲ ਹੈ ਕਿ ਰੱਜ ਉਸੇ ਪਾਣੀ ਨਾਲ ਆਉਂਦਾ। ਤੁਸੀਂ ਫਰਿੱਜ ਦਾ ਪਾਣੀ ਗਰਮੀਆਂ ਨੂੰ ਪੀ ਲਓ, 5 ਮਿੰਟ ਹੀ ਤੁਹਾਨੂੰ ਐਂ ਲੱਗੂਗਾ ਯਾਰ ਪਿਆਸ ਨਹੀਂ ਬੁਝੀ, ਪਰ ਘੜੇ ਦਾ ਭਰਿਆ ਹੁੰਦਾ, ਢਿੱਡ ਭਰਿਆ ਹੁੰਦਾ। ਘੜੇ ਦਾ ਪਾਣੀ ਪੀ ਲਓ, ਤੁਹਾਨੂੰ ਘੰਟਾ ਕੁ ਮੁੜ ਕੇ ਲੋੜ ਨਹੀਂ। ਮੈਂ ਵੇਸਟ ਦੀ ਗੱਲ ਕਰ ਰਿਹਾ ਸੀ, ਨਾਈਟ੍ਰੇਟ ਹੈ, ਉਹਨੂੰ ਬਾਹਰ ਕੱਢ ਦਿੰਦਾ।
ਇਹਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਸੀ ਮੈਂ ਤੜਕੇ ਘੜੇ ਦਾ ਪਾਣੀ ਜੀ, ਉਹ ਘੜਾ ਕਿਤੋਂ ਜੇ ਤੜਕਿਆ ਤੇ ਫਿਰ ਘੜੇ 'ਚ ਪਾਣੀ ਨਹੀਂ ਰਹਿਣਾ। ਉਹਨੇ ਹੌਲੀ ਸਿਮਦੇ ਜਾਣਾ ਤੇ ਪਾਣੀ ਆਖਰਕਾਰ ਬਾਹਰ ਚਲੇ ਜਾਣਾ। ਹੁਣ ਘੜਾ, ਮਟਕਾ, ਕਿੰਨੀਆਂ ਚੀਜ਼ਾਂ ਨੇ, ਸੁਰਾਹੀ, ਇਹ ਸਾਰੀਆਂ ਘੜੇ ਦਾ ਰੂਪ ਹੀ ਨੇ। ਪਰ ਹੁਣ ਜਦੋਂ ਘੜੇ ਦੀ ਆਪਾਂ ਗੱਲ ਕਰਦੇ ਹਾਂ, ਘੜਾ ਸਿਰਫ ਇਸੇ ਚੀਜ਼ ਲਈ ਨਹੀਂ ਸੀ ਕਿ ਪਾਣੀ ਭਰਨ ਲਈ ਜਾਂ ਕੋਈ ਬਹੁਤ ਸਾਰੇ ਲੋਕ ਦਾਲਾਂ ਸਬਜ਼ੀਆਂ ਘੜੇ ਦੇ ਵੱਖਰੇ ਵੱਖਰੇ ਰੂਪ ਨੇ ਉਹ ਉਹਦੇ 'ਚ ਬਣਾਉਂਦੇ ਆ, ਕੋਈ ਚਾਟੀ ਕਹਿ ਲੈਂਦੇ ਆਪਾਂ, ਪਰ ਹੈਗੇ ਤਾਂ ਵੱਡੇ ਛੋਟੇ ਘੜੇ ਦੇ ਰੂਪ ਹੀ ਨੇ ਜੀ। ਪਰ ਘੜਾ ਤਾਂ ਸਾਡੇ ਲੋਕ ਸਾਜ਼ਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਟਕ ਟਕ। ਹਾਂ, ਤੇ ਜਦੋਂ ਹੁਣ ਸਾਜ਼ਾਂ ਤੋਂ ਆਪਾਂ ਗੱਲ ਕਰੀਏ ਤੇ ਜਦੋਂ ਹੁਣ ਘੜਾ ਖਰੀਦਣ ਵੇਲੇ ਪੁਰਾਣੇ ਬਜ਼ੁਰਗ ਜਿਹੜੇ ਤੁਹਾਡੇ ਘਰਾਂ ਵਿੱਚ ਵੀ ਨੇ ਜਾਂ ਤੁਸੀਂ ਕਿਸ ਨੂੰ ਜਾਣਦੇ ਹੋ ਉਹਨਾਂ ਨੂੰ ਪੁੱਛ ਲਿਓ, ਉਹ ਘੜਾ ਖਰੀਦਣ ਵੇਲੇ ਉਹਨੂੰ ਟਣਕਾ ਕੇ ਦੇਖਦੇ ਸੀ ਜੀ, ਐਨ ਕੰਨ ਦੇ ਲਾਗੇ ਕਰਕੇ ਕੰਨ ਦੇ। ਹੁਣ ਦੇਖੋ ਵੀ ਕਿਹੋ ਜੀ ਉਹਨਾਂ ਦੀ ਬਿਰਤੀ ਹੋਊ, ਸੂਝ ਕਿਹੋ ਜੀ ਹੋਊਗੀ ਜਾਂ ਸਮਝ ਕਿਹੋ ਜੀ ਹੋਏਗੀ ਕਿ ਘੜਾ ਟਣਕਾਇਆ, ਠੋਲਾ ਮਾਰ ਕੇ ਦੇਖਣਾ ਘੜੇ ਨੂੰ, ਉਹਨੇ ਦੱਸ ਦੇਣਾ ਨਹੀਂ ਇਹ ਘੜਾ ਤਾਂ ਭਾਈ ਤੜਕਿਆ ਹੋਇਆ, ਇਹ 'ਚ ਪਾਣੀ ਨਹੀਂ ਰਹਿਣਾ। ਜਾਂ ਜਿਹੜੇ ਨੇ ਘੁਮਿਆਰ ਨੇ ਵੇਚਣ ਆਉਣਾ, ਉਹਨੇ ਕਹਿਣਾ ਭਾਈ ਸਾਹਿਬ ਘੜਾ ਲੈ ਲਓ, ਪਹਿਲਾਂ ਟਣਕਾ ਕੇ ਦੇਵਾਂਗੇ। ਆ ਜਿਹੜਾ ਘੜਾ ਤੁਹਾਨੂੰ ਲੱਗਦਾ ਉਹਨੇ ਕਹਿਣਾ ਨਹੀਂ ਆ ਤਾਂ ਯਾਰ ਪਿੱਲਾ ਜਿਹਾ। ਜਾਨੀ ਜਿੱਦਾਂ ਸੀ ਨਾ ਗਰੰਟੀ ਕਾਰਡ ਹੁਣ ਕਹਿੰਦੇ ਨਾਲ ਦੇਾਂਗੇ, ਉਹ ਟਣਕਾ ਕੇ ਦੇਾਂਗੇ ਗਰੰਟੀ ਕਾਰਡ ਹੀ ਹੁੰਦਾ ਸੀ। ਹਾਂ, ਉਹ ਗਰੰਟੀ ਕਾਰਡ ਸੀ। ਸੋ ਉਹ ਗਰੰਟੀ ਕਾਰਡ ਦੇਖੋ ਇਹ ਵੀ ਨਹੀਂ ਸੀ ਕਿ ਉਹ ਐਕਸਪਾਇਰ ਹੋਣ ਵਾਲਾ, ਪਰ ਕਈ ਵਾਰੀ ਘਰਾਂ ਦੇ ਵਿੱਚ ਕੁੱਟ ਕਟਾਪਾ ਬੜਾ ਹੋਣਾ। ਕਈ ਘੜੇ ਲੈ ਕੇ ਰੱਖੇ ਹੋਣੇ, ਉਹ ਇਹ ਹੁੰਦੇ ਸੀ ਵੀ ਵੱਖੋ ਵੱਖ ਮੋਟਰਾਂ ਦੇ ਉੱਤੇ ਜਦੋਂ ਹਾੜੀ ਹੋਊਗੀ ਤੁਹਾਨੂੰ ਲੈ ਕੇ ਜਾਣਾ ਪਾਣੀ ਵਾਸਤੇ। ਮੈਨੂੰ ਯਾਦ ਆ ਕਈ ਵਾਰੀ ਪਾਣੀ ਭਰਨ ਲਈ ਆਉਣਾ, ਉਹ ਮਸਤ ਕਿਸੇ ਪਾਸੇ ਹੋਰ ਨਾ ਹੇਠਾਂ ਜਿਹੜਾ ਕਰਚਾ ਲੱਗਣਾ ਜੀ, ਉਹ ਦੇਖਣਾ ਵੀ ਉਹ ਜਦੋਂ ਇਹ ਖਿਆਲ ਹੀ ਨਹੀਂ ਰਹਿਣਾ ਵੀ ਹੱਥ 'ਚ ਘੜਾ ਵੀ ਫੜਿਆ ਸੀ, ਥੋੜਾ ਬਹੁਤਾ ਪਾਣੀ ਵੀ ਹੁੰਦਾ ਸੀ। ਉਹ ਫਿਰ ਘਰ ਦੇ ਆਉਂਦੇ ਤੱਕ ਉਹ ਕਹਿਣਾ ਤੂੰ ਲੈਣ ਕੀ ਆਇਆ ਸੀ? ਲੈਣ ਤਾਂ ਮੈਂ ਪਾਣੀ ਆਇਆ ਸੀ ਪਰ ਮੈਨੂੰ ਬਾਲਟੀ 'ਚ ਪਾ ਕੇ ਦੇ ਦਿਓ। ਬੈਨੀਵਾਲ ਸਾਹਿਬ ਦੇਖੋ ਕਿਆ ਬਾਤਾਂ ਹੁੰਦੀਆਂ ਸੀ। ਉਹ ਘੜੇ ਨੂੰ ਖੁਰਾ ਕਹਿ ਦਿੰਦੇ ਕਈ ਜਗ੍ਹਾ ਤੇ, ਪਤਾ ਨਹੀਂ ਕੋਈ ਹੁਣ ਤੁਹਾਡੇ ਵੀ ਖੁਰਾ ਹੀ ਕਹਿੰਦੇ ਸੀ। ਉਹ ਨਲਕੇ ਦੇ ਹੇਠਾਂ ਜਾਨੀ ਜਿਹੜਾ ਬਣਿਆ ਉਹ ਥੋੜਾ ਜਿਹਾ ਪੱਕਾ ਹੋਣਾ ਜੀ। ਹੁਣ ਘੜਾ ਉੱਪਰੋਂ ਹੌਲੀ ਆ ਕੇ ਰੱਖਣਾ, ਪਰ ਜਦੋਂ 2 ਇੰਚ ਰਹਿ ਜਾਣਾ ਸਬਰ ਜਵਾਬ ਦੇ ਜਾਣਾ, ਉਦੋਂ ਫਿਰ ਥੋੜਾ ਜਿਹਾ ਤੇਜ਼ ਛੱਡ ਦੇਣਾ। ਉਹ ਕਈ ਵਾਰ ਫਿਰ ਘੜਾ ਛੱਡ ਦਿੱਤਾ ਫਿਰ ਛੱਡ ਹੀ ਹੋ ਜਾਂਦਾ ਸੀ। ਉਹਲੇ ਘੜਾ ਭੱਜ ਜਾਣਾ, ਮੁੜ ਕੇ ਫਿਰ ਘਰਦਿਆਂ ਨੇ ਮਾਂਜ ਦੇਣਾ ਆਣ ਕੇ ਕਿ ਭਾਈ ਇੱਕੋ ਹੀ ਤਾਂ ਘੜਾ ਸੀ, ਹੁਣ ਫਿਰ ਤੈਨੂੰ ਜਿਹੜਾ ਪਤਾ ਨਹੀਂ ਲੱਗਦਾ, ਤੇਰਾ ਧਿਆਨ ਕਿੱਧਰ ਸੀ, ਬਾਂਟੇ ਖੇਲਣ ਦਾ ਧਿਆਨ ਹੋਣਾ। ਹੁਣ ਬੈਨੀਪਾਲ ਸਾਹਿਬ ਇੱਥੇ ਇੱਕ ਗੱਲ ਹੋਰ ਜੀ, ਜਦੋਂ ਉਹ ਆਉਂਦੇ ਸੀ ਘੜੇ ਵੇਚਣ, ਆਮ ਤੌਰ ਤੇ ਟਾਂਗਾ ਹੁੰਦਾ ਸੀ ਜੀ, ਉਹ ਟਾਂਗੇ ਦੇ ਉੱਤੇ ਉਹਨਾਂ ਨੇ ਐਨ ਲੱਦੇ ਹੋਣੇ ਘੜਾ ਵੀ, ਸੁਰਾਈਆਂ ਪਈਆਂ, ਛਕਿਆਲੇ ਪਏ, ਜੇ ਉਹ ਜੋ ਵੀ ਮਿੱਟੀ ਤੋਂ ਸਮਾਨ ਬਣਦਾ ਤੇ ਉਹਦੇ ਵਿੱਚ ਨਿਆਣਿਆਂ ਨੂੰ ਤਾਂ ਇੱਕੋ ਹੀ ਕੰਮ ਆਉਂਦਾ ਹੁੰਦਾ ਸੀ, ਟੰਨ ਕਰਕੇ ਭੱਜ ਜਾਣਾ, ਟੰਨ ਕਰਕੇ ਭੱਜ ਜਾਣਾ। ਤੇ ਉਹਨੇ ਫਿਰ ਕਹਿਣਾ ਉਹ ਤੋੜਨਾ ਦਿਓ, ਫਿਰ ਖੇਡ ਹੁੰਦੀ ਸੀ, ਉਹੀ ਖੇਡ ਹੁੰਦੀ ਸੀ। ਉਦੋਂ ਕਿਹੜਾ ਵੀਡੀਓ ਗੇਮਾਂ ਹੁੰਦੀਆਂ ਸੀ। ਹੁਣ ਜਿਹੜਾ ਘੜੇ ਵੇਚਣ ਆਇਆ ਤੋਂ ਟੰਨ ਕਰਕੇ ਭੱਜਿਆ ਤੇ ਟੰਨ ਕਰਕੇ ਭਾਂਦੇ ਨੇ ਘੜਾ ਭੱਜ ਦਿੱਤਾ, ਜਾਂ ਉਹਨੇ ਮਗਰ ਫੜ ਕੇ ਫਿਰ ਉਹ ਆਪ ਭੰਨਿਆ, ਉਹ ਵੀ ਤੁਸੀਂ ਮਾੜੀ ਮੋਟੀ ਟਿੱਪਣੀ ਲਿਖ ਦਿਓ। ਪਰ ਇੰਨੀ ਗੱਲ ਹੁੰਦੀ ਸੀ ਬੈਨੀਪਾਲ ਸਾਹਿਬ, ਉਹ ਜਿਨ੍ਹਾਂ ਨੇ ਘੜੇ ਵਿਕਦੇ ਦੇਖੇ ਆ, ਉਹ ਜਿਹੜਾ ਭਾਈਚਾਰਾ ਘੜੇ ਬਣਾਉਂਦਾ ਸੀ, ਉਹ ਫਿਰ ਕਈ ਵਾਰੀ ਉਹਨੇ ਦਾਣੇ ਲੈਂਦੇ ਸੀ ਕਿ ਜਿੰਨਾ ਉਹ ਭਾਂਡਾ ਹੋਣਾ। ਉਦੋਂ ਕਿਉਂਕਿ ਪੈਸੇ ਟਕੇ ਦਾ ਰਿਵਾਜ ਘੱਟ ਹੁੰਦਾ ਸੀ, ਵਾਟ ਸਿਸਟਮ। ਹਾਂ, ਉਹ ਵਸਤੂ ਵਟਾਂਦਰਾ ਯੁੱਗ ਦੇ ਵਿੱਚ ਘੜਾ ਦੇ ਦੇਣਾ, ਕਹਿਣਾ ਫਿਰ ਇੰਨੇ ਕੁ 'ਚ ਦਾਣੇ ਦੇ ਦਿਓ, ਉਹਦੇ ਵਿੱਚ ਹੀ ਦਾਣੇ ਪਾ ਕੇ ਜਿਹੜੀ ਉਹਦੀ ਬੋਰੀ ਦੇ ਵਿੱਚ ਪਾ ਦੇਣੇ। ਉਹ ਸਾਰਾ ਸਮਾਂ ਤੁਸੀਂ ਤਾਂ ਚਲੋ ਵੱਧ ਵੇਖਿਆ, ਥੋੜ੍ਹਾ ਜਿਹਾ ਮੈਂ ਵੀ ਹੱਥੀਂ ਬਣਾਏ ਨੇ। ਤੇ ਨਾਲ ਬੈਨੀਪਾਲ ਸਾਹਿਬ ਇੱਕ ਖੇਡ ਵੀ ਹੁੰਦੀ ਸੀ ਜਿਹੜੀ ਇਹਨਾਂ ਮਿੱਟੀ ਦੇ ਭਾਂਡਿਆਂ ਨਾਲ ਜੁੜੀ ਆ ਜੀ। ਜਦੋਂ ਕੋਈ ਮਿੱਟੀ ਦਾ ਭਾਂਡਾ ਟੁੱਟ ਜਾਣਾ ਜੀ, ਉਹਦੀਆਂ ਠੀਕਰੀਆਂ ਰੱਖ ਕੇ ਫਿਰ ਪਿੱਠੂ ਕਰਮ ਖੇਡਣਾ, ਪਿੱਠੂ ਗਰਮ ਕੈਰਮ ਜੋ ਵੀ ਕਹਿ ਲਓ, ਆਪੋ ਹੁੰਦਾ ਸੀ ਜੀ ਪਿੱਠੂ ਦਾ ਹਮੇਸ਼ਾ। ਉਹ ਫਿਰ ਰੱਖ ਕੇ 1 2 3 4 5 7 ਤੇ ਐ ਮਾਰਨਾ, ਨਿਸ਼ਾਨਾ ਲੱਗ ਗਿਆ ਜਦੋਂ ਫਿਰ ਤਾਂ ਭਾਈ ਉਹ ਐ ਨਾਲੇ ਪਰੇ ਦੇਖਿਆ ਨਾਲੇ ਗੀਟੀਆਂ ਇਕੱਠੀਆਂ ਕਰੀ ਜਾਣੀਆਂ। ਕਈ ਵਾਰੀ ਲੱਗਦਾ ਨਹੀਂ ਸੀ ਤਾਂ ਪਹਿਲੇ ਭੱਜ ਲੈਣਾ, ਜਿਵੇਂ ਦੀਵਾਲੀ ਵਾਲੇ ਪਟਾਕੇ ਹੁੰਦੇ ਨੇ, ਕਈ ਵਾਰੀ ਚੱਲਿਆ ਨਹੀਂ ਹੁੰਦਾ ਬੰਦਾ ਪਹਿਲੇ ਭੱਜ ਲੈਂਦਾ। ਉਹ ਬਹੁਤ ਕੁਛ ਦੇਖੋ ਉਹਦੇ ਨਾਲ ਜਿਹੜਾ ਉਹ ਜੁੜਿਆ ਹੋਇਆ। ਤੇ ਆਖਰੀ ਮੌਕੇ ਦੇ ਉੱਤੇ ਜਿਹੜਾ ਘੜਾ ਭੰਨਿਆ ਜਾਂਦਾ, ਉਹ ਤਾਂ ਚਲੋ ਸਾਰਿਆਂ ਦਾ ਭੱਜਣਾ, ਕੋਈ ਡਰਦਾ ਰਹਿੰਦਾ ਤੇ ਕੋਈ ਕਹਿੰਦਾ ਚਲੋ ਕੋਈ ਗੱਲ ਨਹੀਂ ਭਾਈ ਜਦੋਂ ਘੜਾ ਭੱਜੂਗਾ ਉਦੋਂ ਵੇਖਾਂਗੇ। ਪਰ ਇਹ ਚੀਜ਼ਾਂ ਜਿਹੜੀਆਂ ਉਹ ਸ਼ਿੰਗਾਰ ਰਹਿਣੀਆਂ। ਇੱਕ ਗੱਲ ਹੈਗੀ ਆ, 50,000 ਦੀ ਫਰਿੱਜ ਲੈ ਆਓ, 25 ਰੁਪਈਆਂ ਦੀ ਪਾਣੀ ਦੀ ਬੋਤਲ ਲੈ ਆਓ, 20 ਤਰ੍ਹਾਂ ਦੇ ਤੁਹਾਡੇ ਮਨ ਦੇ ਵਿੱਚ ਸੰਸੇ ਹੋਣਗੇ ਕਿ ਕਿਤੇ ਕੋਈ ਬਿਮਾਰੀ ਠਮਾਰੀ ਨਾ ਲੱਗ ਜਾਵੇ, ਘੜੇ ਦੇ ਪਾਣੀ ਨਾਲ ਕੋਈ ਬਿਮਾਰੀ ਨਹੀਂ ਸੀ। ਤੁਸੀਂ ਬਹੁਤ ਚੰਗੇ ਥਾਂ ਤੇ ਲਿਆ ਕੇ ਗੱਲ ਛੱਡੀ ਹੈ। ਜਦੋਂ ਮੈਂ ਪਹਿਲਾਂ ਆਖ ਰਿਹਾ ਸੀ ਨਾ ਕਿ ਉਹ ਕਿਰਿਆ ਹੁੰਦੀ ਹੈ, ਨਾਈਟ੍ਰੇਟ ਬਾਹਰ ਕੱਢ ਦਿੰਦਾ ਘੜਾ ਆਪਣੇ ਆਪ। ਜਿਹੜੀ ਅਸੀਂ ਬੋਤਲ 'ਚ ਪਾਣੀ ਖਰੀਦਦੇ ਸਾਨੂੰ ਨਹੀਂ ਪਤਾ ਕਿ ਪਿਓਰ ਹੈਗਾ ਕਿ ਨਹੀਂ ਜੀ, ਪਰ ਘੜੇ 'ਚ ਪਾਇਆ ਪਾਣੀ ਘੜਾ ਆਪਣੇ ਆਪ ਉਸ ਕਿਰਿਆ ਰਾਹੀਂ ਉਸ ਨੂੰ ਪਿਓਰੀਫਾਈ ਕਰਦਾ ਜੀ। ਹੁਣ ਗੱਲ ਆਪਾਂ ਗੱਲ ਕਰ ਰਹੇ ਸੀ ਘੜਾ, ਘੜੇ ਦੇ ਉੱਤੇ ਚੱਪਣੀ ਵੀ ਹੁੰਦੀ ਸੀ। ਕਈਆਂ ਕਹਾਵਤਾਂ ਵੀ ਨੇ ਕਿ ਚੱਪਣੀ 'ਚ ਨੱਕ ਡੋਬ ਕੇ ਮਰ ਜਾ। ਕਈ ਵਾਰੀ ਮਰਦ ਔਰਤ ਦੀ ਇਸ ਤਰ੍ਹਾਂ ਦੀਆਂ ਬੋਲੀਆਂ ਨੇ, ਆਪਾਂ ਬੋਲੀਆਂ ਵੱਲ ਵੀ ਜਾਵਾਂਗੇ ਜੀ। ਪਰ ਜਦੋਂ ਹੁਣ ਆਪਾਂ ਸੱਭਿਆਚਾਰ ਦੀ ਗੱਲ ਕਰ ਰਹੇ ਹਾਂ ਕਿ ਘੜਾ ਸਾਡੇ ਨੇੜੇ ਤੇੜੇ ਰਿਹਾ, ਸਾਡੇ ਜਨਮ ਤੋਂ ਲੈ ਕੇ ਸਾਡੇ ਮਰਨ ਤੱਕ ਘੜਾ ਸਾਡੇ ਕਦੇ ਖੱਬੇ ਆ ਤੇ ਘੜਾ ਕਦੇ ਸਾਡੇ ਸੱਜੇ ਆ। ਮੈਨੂੰ ਯਾਦ ਆ ਕਿ ਸਾਡੇ ਗੁਆਂਢ ਦੇ ਵਿੱਚ ਘੁਮਿਆਰਾਂ ਦਾ ਘਰ ਹੁੰਦਾ ਸੀ। ਉਹਨਾਂ ਨੇ ਜਦੋਂ ਨਾ ਘੜੇ ਬਣਾਉਣੇ ਜਾਂ ਭਾਂਡੇ ਹੋਰ ਵੀ ਬਣਾਉਣੇ, ਜਦੋਂ ਸਕੂਲ ਨੂੰ ਬਸਤਾ ਚੁੱਕੀ ਜਾਣਾ, ਅਸੀਂ ਕਈ ਵਾਰੀ ਖੜ੍ਹ ਕੇ ਦੇਖਣ ਲੱਗ ਜਾਣਾ।
ਅਸੀਂ ਪੁੱਛਣਾ ਤਾਂ ਜੀ ਇਹ ਕਿਵੇਂ ਬਣਦਾ, ਉਹਨੂੰ ਕਹਿਣਾ ਪੁੱਤ ਤੂੰ ਖੜ ਕੇ ਦੇਖ ਤਾਂ ਲੈ, ਚੱਕ ਦੇਖ, ਦੂਰ ਰਹੀਂ। ਅਸੀਂ ਕਈ ਵਾਰੀ ਗੁੱਸਾ ਕਰਨਾ ਵੀ ਸਾਨੂੰ ਨੇੜੇ ਕਾਹਤੇ ਨਹੀਂ ਆਉਣ ਦਾ, ਅਸੀਂ ਕਿਹੜਾ ਟੈਕਨੀਕ ਸਿੱਖ ਲੈਣੀ ਹੈ। ਫਿਰ ਘਰੇ ਆ ਕੇ ਪੁੱਛਣਾ ਬਾਪੂ ਜੀ ਅੱਜ ਉਹਨਾਂ ਨੂੰ ਮੈਂ ਕਿਹਾ ਸੀ, ਉਹ ਕਹਿੰਦੇ ਤੂੰ ਨੇੜੇ ਨਾ ਆਈ। ਉਹ ਕਹਿੰਦੇ ਪੁੱਤ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਨੇੜੇ ਲੱਗ ਗਏ ਸੀ, ਉਹ ਤੇਜ਼ ਨਹੀਂ ਚੱਲਦਾ, ਲੱਤਾਂ ਵੜ ਦੂ ਤੁਹਾਡੀਆਂ। ਉਹ ਇਸ ਕਰਕੇ ਨਹੀਂ ਕਿ ਤੁਸੀਂ ਉਹਦੇ ਕੁਝ ਸਿੱਖ ਲੈਣਾ ਜੀ। ਫਿਰ ਅਸੀਂ ਸਿਰਫ ਇੱਕੋ ਹੀ ਚੀਜ਼ ਖੜਿਆਂ ਨੇ ਦੇਖਦੇ ਰਹਿਣਾ ਕਿ ਹੁਣ ਉਹਨੇ ਘੜਾ ਜਾਂ ਜਿਹੜਾ ਵੀ ਭਾਂਡਾ, ਉਹ ਮਿੱਟੀ ਦਾ ਹੱਥਾਂ ਦੀ ਦੇਖੋ ਕਲਾ ਕਿੰਨੀ ਸੀ, ਉਹ ਇਦਾਂ ਹੀ ਹੱਥ ਘਮਾਈ ਜਾਣੇ, ਉਹਦੇ ਨਾਲ ਹੀ ਭਾਂਡਾ ਬਣ ਜਾਣਾ, ਫਿਰ ਮਿੱਟੀ ਫੇਰ ਢਾ ਲੈਣੀ ਜੀ। ਪਰ ਜਦੋਂ ਉਹ ਲਾਉਂਦੇ ਸੀ ਘੜਾ ਤਾਂ ਉਹਨਾਂ ਦੇ ਮੁੰਡੇ ਮੈਂ ਦੇਖਿਆ ਜਿਹੜੇ ਸਾਡੇ ਤੋਂ ਕਾਫੀ ਸੀਨੀਅਰ ਹੁੰਦੇ ਸੀ ਜਾਂ ਹੋਰ, ਉਹ ਭਾਂਡੇ ਬਣਾ ਲੈਂਦੇ, ਚੱਪਣੀਆਂ ਠੂਠੀਆਂ ਤੋਂ ਇਹਨਾਂ ਤੋਂ ਸ਼ੁਰੂ ਕਰਦੇ ਹੋ। ਪਰ ਉਹਨੂੰ ਲਾਉਣ ਵੇਲੇ ਨਾ ਐ ਜਦੋਂ ਕੱਟਣਾ, ਉਹ ਕੱਟਣ ਵੇਲੇ ਵੀ ਉਹਦੇ ਕਿਉਂਕਿ ਗਿੱਲਾ ਹੈ, ਗਿੱਲੀ ਮਿੱਟੀ ਦੇ ਵਿੱਚੋਂ ਇੱਕ ਦੇਖੋ ਉਸ ਕਲਾਕਾਰ ਨੇ ਕੈਸੀ ਕਿਰਤ ਕਰ ਦਿੱਤੀ, ਕਿਸੇ ਨੇ ਸੁਰਾਹੀ ਬਣਾ ਦਿੱਤੀ। ਖੜੇ ਅਸੀਂ ਕਹਿਣਾ ਨਹੀਂ ਤਾਇਆ ਜੀ ਹੁਣ ਹੋਰ ਚੀਜ਼ ਬਣਾ ਦਿਓ, ਕਹਿੰਦਾ ਦੱਸ ਪੁੱਤ ਕੀ ਬਣਾਵਾਂ। ਤੁਸੀਂ ਦੇਖੋ ਵੀ ਕਿੰਨੀ ਕਲਾ ਹੋਊ ਹੱਥਾਂ ਦੇ ਵਿੱਚ। ਤੇ ਭਾਂਡੇ ਦਾ ਸਾਈਜ਼ ਵੀ ਆਮ ਤੌਰ ਤੇ ਆਪਾਂ ਨਾ ਜਦੋਂ ਕੋਈ ਚੀਜ਼ ਗੋਲ ਬਣਾਉਣੀ ਹੋਵੇ ਆਪਣੇ ਕੋਲੋਂ ਵਿਦਆਊਟ ਪ੍ਰਕਾਰ ਦੇ ਆਪਾਂ ਤੋਂ ਬਣਦੀ ਨਹੀਂ, ਉਹ ਸੇਬ ਵੀ ਨਹੀਂ ਬਣਦਾ ਹੁੰਦਾ ਸੀ, ਬਣਦਾ ਨਹੀਂ, ਟੇਢੀ ਜੀ ਕਰ ਦਿੰਦੇ। ਕਈ ਵਾਰੀ ਪੱਗ ਬਣਾਉਣੀ ਹੋਵੇ ਇੱਕ ਪਾਸੇ ਨੂੰ ਚਿੱਬ ਜਾ ਕੱਢ ਦਿੰਦੇ ਆ, ਪਰ ਉਹ ਹੱਥ ਕੈਸੇ ਕਾਰੀਗਰ ਸੀ, ਪਰ ਸਮੇਂ ਦੀ ਮਾਰ ਨੇ ਉਹ ਕਾਰੀਗਰ ਵਿਹਲੇ ਕਰਤੇ। ਮੈਨੂੰ ਪਤਾ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਜਾਂ ਉਹਨਾਂ ਨੇ ਜਦੋਂ ਭਾਂਡੇ ਦੇਣ ਆਉਣੇ ਜਾਂ ਹਾੜੀ ਵੇਲੇ ਵੀ, ਉਹ ਵਿਚਾਰੇ ਦਾਣੇ ਵੀ ਨਹੀਂ ਸੀ, ਉਹ ਹਾੜੀ ਸੋਹਣੀ ਉਹ ਕੀਤੇ ਹੁੰਦੇ ਸੀ ਕਿ ਜਿੰਨੇ ਭਾਂਡਿਆਂ ਦੀ ਭਾਈ ਸਾਨੂੰ ਲੋੜ ਹੋਊ ਉਹਨਾਂ ਨੇ ਪਰ ਆਉਂਦੇ ਨੇ ਪਹਿਲਾਂ ਜੀ ਤੁਹਾਨੂੰ 2 ਦੇ ਕੇ ਗਏ ਸੀ, ਹੁਣ ਸੱਚੀ ਉਹ ਟੁੱਟ ਗਏ ਜੀ, ਹੌਲੀ ਦੇਣੀ ਕਰਨੀ, ਹੌਲੀ ਦੇਣੀ। ਕਿਉਂਕਿ ਫਿਰ ਕਈ ਵਾਰੀ ਉਹਨਾਂ ਨੇ ਇਹ ਵੀ ਦੱਸਣੇ, ਆਵਾ ਹੀ ਕਹਿੰਦੇ ਸੀ ਮੇਰਾ ਖਿਆਲ, ਆਵੇ ਦੇ ਵਿੱਚ ਉਹ ਕਹਿੰਦੇ ਭਾਂਡੇ ਪਾਏ ਸੀ, ਐਤਕੀ ਆਵਾ ਨਾ ਠੀਕ ਨਹੀਂ ਰਿਹਾ। ਸੋ ਉਹਨਾਂ ਦੀਆਂ ਆਪਣੀਆਂ ਦੁਸ਼ਵਾਰੀਆਂ ਬਹੁਤ ਸੀ, ਖੱਜਲ ਖੁਆਰੀਆਂ ਬਹੁਤ ਸੀ। ਮਿੱਟੀ ਉਹ ਕਹਿੰਦੇ ਸਾਨੂੰ ਇੰਨਾ ਸਮਾਂ ਲੱਗਦਾ ਸੀ ਨਾ, ਕਈ ਪਿੰਡਾਂ ਦੇ ਵਿੱਚੋਂ ਦੂਰੋਂ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਮਿੱਟੀ ਦਰਅਸਲ ਚੀਕਣੀ ਮਿੱਟੀ ਦੇ ਬਣਦੇ ਸੀ, ਚੱਜ ਦੀ ਮਿੱਟੀ ਬਣਦੀ। ਫਿਰ ਉਹ ਮਿੱਟੀ ਨੂੰ ਅਸੀਂ ਦੇਖਣਾ, ਉਹਨਾਂ ਨੇ ਕੁੱਟਦੇ ਰਹਿਣਾ, ਛਾਣਦੇ ਰਹਿਣਾ, ਬਰੀਕ ਕਰਦੇ ਰਹਿਣਾ, ਫੇਰ ਕੁੱਟਦੇ ਰਹਿਣਾ। ਮੈਨੂੰ ਲੱਗਦਾ ਉਹ ਭਾਂਡੇ ਬਣਾਉਣ ਤੱਕ ਜਿਹੜੀ ਉਹ ਮਿੱਟੀ ਭਾਂਡਾ ਬਣਨ ਤੱਕ ਜਾਂ ਘੜਾ ਬਣਨ ਤੱਕ ਉਹ ਜਿਹੜਾ ਸਫ਼ਰ ਹੈ ਉਹ ਇੱਕ ਘੁਮਿਆਰ ਤੋਂ ਬਗੈਰ ਮੈਨੂੰ ਲੱਗਦਾ ਦੂਸਰਾ ਬੰਦਾ ਨਹੀਂ ਜਾਣ ਸਕਦਾ। ਬਿਲਕੁਲ ਬੈਨੀਪਾਲ ਸਾਹਿਬ, ਉਹ ਕਲਾਕਾਰ ਲੋਕ ਨੇ, ਉਹਨਾਂ ਦੀ ਜਿਹੜੀ ਕਲਾ, ਪੰਜਾਬੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਵੈਸੇ ਮੁੱਲ ਨਹੀਂ ਪਾਇਆ। ਅੱਜ ਦੇਖੋ ਵੱਡੇ ਰੈਸਟੋਰੈਂਟ ਬਣ ਗਏ, ਕਿਸੇ ਦਾ ਨਾਂ ਹਵੇਲੀ, ਕਿਸੇ ਦਾ ਨਾਂ ਕੁਛ, ਉੱਥੇ ਹੁਣ ਉਹੀ ਭਾਂਡੇ ਬਣਦੇ ਆ, ਉਹ ਦਿਖਾਉਂਦੇ ਆ ਤੇ ਉਹ ਟਿਕਟਾਂ ਲੈ ਕੇ ਦਿਖਾਉਂਦੇ ਆ, ਜਦ ਕਿ ਸਾਡੇ ਘਰਾਂ ਦੇ ਵਿੱਚ ਹੁੰਦਾ ਸੀ, ਸਾਡੇ ਪਿੰਡਾਂ 'ਚ ਹੁੰਦਾ ਸੀ। ਅੱਜ ਵੀ ਫਰਿੱਜ ਬਣਾਉਂਦੇ ਆ, ਫਰਿੱਜ ਚਲਾਉਂਦੇ ਆ, 20 ਤਰ੍ਹਾਂ ਦੀਆਂ ਗੈਸਾਂ ਨਿਕਲਦੀਆਂ। ਕਦੇ ਕਹਿੰਦੇ ਜੀ ਓਜ਼ੋਨ ਲੇਅਰ ਨੂੰ ਖਤਰਾ ਪੈਦਾ ਹੋ ਗਿਆ, ਕਦੇ ਕਹਿੰਦੇ ਜੀ ਹੁਣ ਡਾਕਟਰ ਵੀ ਕਹਿੰਦੇ ਫਰਿੱਜ ਦਾ ਪਾਣੀ ਨਾ ਪੀਓ। ਅੱਜ ਡਾਕਟਰ ਕਹਿੰਦੇ ਨੇ, ਜਿਹੜੇ ਇੰਗਲਿਸ਼ ਮੈਡੀਸਨ ਦੇ ਮਾਹਿਰ ਨੇ, ਪਤਾ ਨਹੀਂ ਕਿਹੜੀਆਂ ਪੈਥੀਆਂ ਨੇ, ਉਹ ਐਲੋਪੈਥੀ ਹੈ ਜਾਂ ਕਿਹੜੀ ਹੈ, ਕਿ ਭਾਈ ਘੜੇ ਦਾ ਪਾਣੀ ਨਾ, ਘੜੇ ਦਾ ਪੀਓ, ਫਰਿੱਜ ਦਾ ਨਾ ਪੀਓ, ਸਧਾਰਨ ਪਾਣੀ ਪੀਓ ਜਿਹੜਾ ਬਹੁਤ ਠਰਿਆ ਨਾ ਹੋਵੇ। ਹੁਣ ਉਹ ਘੜੇ 'ਚੋਂ ਕੋਈ ਸਮੱਸਿਆ ਨਹੀਂ ਸੀ, ਪਰ ਅਸੀਂ ਦੇਖਦੇ ਉਹ ਸਾਰਾ ਕੁਝ ਖਤਮ ਕੀਤਾ। ਹੋਰ 20 ਚੀਜ਼ਾਂ ਦੇ ਉੱਤੇ ਜਿਹੜੀਆਂ ਪੈਕ ਚੀਜ਼ਾਂ ਨੇ ਅਸੀਂ ਵੱਧ ਤੋਂ ਵੱਧ ਮੁੱਲ ਦਿੰਦੇ ਹਾਂ, ਕਦੇ ਕੀ ਨਹੀਂ ਕੀਤੀ। ਪਰ ਅੱਜ ਵੀ ਉਹ ਬੰਦੇ ਜਦੋਂ ਦੀਵੇ ਲੈ ਕੇ ਆ ਜਾਂਦੇ ਆ, ਉਹ ਮਿੱਟੀ ਦਾ ਭਾਂਡਾ ਕੋਈ ਬਿਰਲਾ ਟਾਵਾਂ ਵੇਚਦਾ ਬੰਦਾ, ਅੱਜ ਵੀ ਲੈ ਕੇ ਅਸੀਂ 20 ਤਰ੍ਹਾਂ ਦੇ ਭਾਅ ਕਰਦੇ ਹਾਂ, ਮਿੱਟੀ ਦਾ ਤਾਂ ਬਣਿਆ, ਆਹ ਕਿਹੜੀ ਗੱਲ ਹੈ। ਉਹ ਭਾਈ ਉਹਨਾਂ ਨੂੰ ਵੀ ਢਿੱਡ ਲੱਗਾ, ਉਹਨਾਂ ਦੇ ਵੀ ਨਿੱਕੇ ਨਿਆਣੇ ਪੜ੍ਹਦੇ ਨੇ, ਅਗਲਿਆਂ ਨੇ ਵੀ ਇੱਕ ਅੱਧਾ ਛੋਟਾ ਮੋਟਾ ਮੋਬਾਈਲ ਰੱਖਿਆ, ਉਹਨਾਂ ਨੇ ਵੀ ਉਹਦਾ ਬਿੱਲ ਦੇਣਾ। ਇਸ ਕਰਕੇ ਜਿਹੜਾ ਬੰਦਾ ਹੱਥੀਂ ਕੰਮ ਕਰਦਾ, ਆ ਜਿਹੜੀ ਹੁਣ ਗੱਲ ਚੱਲਦੀ ਹੈ ਨਾ ਮੇਕ ਇਨ ਇੰਡੀਆ ਦੀ, ਸਵਦੇਸ਼ੀ ਦੀ, ਕਿ ਭਾਈ ਆਪਣੀਆਂ ਚੀਜ਼ਾਂ ਖਰੀਦੋ। ਆਪਣੀਆਂ ਚੀਜ਼ਾਂ ਖਰੀਦਣ ਦਾ ਭਾਵ ਇਹ ਨਹੀਂ ਕਿ ਜਿਹੜੀ 100 ਕਰੋੜ ਰੁਪਈਏ ਨਾਲ ਫੈਕਟਰੀ ਲੱਗੀ ਆ ਤੇ ਉਹਦੀ ਚੀਜ਼ ਖਰੀਦਣੀ। ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਇਲਾਕੇ 'ਚ ਜੇ ਕੋਈ ਬੰਦਾ ਗੰਨੇ ਦਾ ਗੁੜ ਕੱਢਦਾ ਹੈ, ਖੰਡ ਤੋਂ ਪਹਿਲਾਂ ਉਹਦਾ ਗੁੜ ਖਰੀਦੋ। ਜੇ ਕੋਈ ਬੰਦਾ ਗੰਨੇ ਦੀ ਰਸ ਵੇਚਦਾ ਹੈ, ਪੈਕ ਜੂਸ ਤੋਂ ਪਹਿਲਾਂ ਉਹਦੀ ਰਸ ਲੈ ਕੇ ਪੀਓ। ਤੇ ਜੇ ਫਰਿੱਜ ਖਰੀਦਣੀ ਆ ਨਾ, ਨਾਲ 2 ਘੜੇ ਜ਼ਰੂਰ ਲੈ ਕੇ ਆਇਓ, ਘੱਟੋ ਘੱਟ ਉਹਦੀ ਰੋਜ਼ੀ ਰੋਟੀ ਚੱਲਦੀ ਰਹੇ। ਮੈਂ ਵੈਸੇ ਸਿਆਸਤ ਵਾਲੇ ਪਾਸੇ ਨੂੰ ਅੱਜ ਮੁੜਨਾ ਨਹੀਂ ਸੀ ਚਾਹੁੰਦਾ। ਹੁਣ ਸਵਦੇਸ਼ੀ ਇੱਕ ਚੰਗੀ ਚੀਜ਼ ਹੈ ਕਿ ਆਪਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ, ਪਰ ਜੇ ਕੱਲ੍ਹ ਨੂੰ ਵੈਕਸੀਨ ਕਿਸੇ ਹੋਰ ਮੁਲਕ ਨੇ ਬਣਾ ਲਈ, ਫਿਰ ਕੀ ਹੋ? ਫਿਰ ਤਾਂ ਹਾਊ ਕੁਛ ਨਾ ਕੁਛ, ਫਿਰ ਆਤਮ ਨਿਰਭਰ ਰਹਿਣਾ ਹੈ ਜਾਂ ਵੈਕਸੀਨ ਵੀ ਉਹਨਾਂ ਤੋਂ ਲੈਣੀ ਹੈ। ਵੈਸੇ ਗੱਲ ਮਾੜੀ ਨਹੀਂ, ਮੁਲਕ ਨੂੰ ਆਤਮ ਨਿਰਭਰ ਹੋਣਾ ਬਹੁਤ ਲਾਜ਼ਮੀ ਆ, ਜ਼ਰੂਰੀ ਆ, ਪਰ ਆਪਾਂ ਘੜੇ ਵੱਲ ਹੀ ਮੁੜੀਏ। ਘੜੇ ਦੇ ਨਾਲ ਸਾਡੀਆਂ ਨਾ ਸਾਹਿਤ ਦੀਆਂ ਜਾਂ ਸੱਭਿਆਚਾਰ ਦੀਆਂ 2 ਚੀਜ਼ਾਂ ਹੋਰ ਵੀ, ਲੋਕ ਗਥਾਵਾਂ ਵੀ ਜੁੜੀਆਂ ਨੇ। ਸੋਹਣੀ ਮਾਹੀਵਾਲ ਜੀ ਕਹਿੰਦੇ ਕੱਚੇ ਦੇ ਸਹਾਰੇ ਠੱਲ ਪਈ, ਉਹ ਕੱਚਾ ਵੇਖ ਨਾ ਡਿਆ ਟਣਕਾ ਕੇ, ਨਣਦੇ ਤੂੰ ਧੋਖਾ ਕਰ ਗਈ। ਦੇਖੋ ਜਿਹੜੀ ਕਥਾ ਚੱਲ ਰਹੀ ਹੈ ਉਹਦੇ ਮੁਤਾਬਕ ਤਾਂ ਇਹੀ ਹੈ ਨਾ ਕਿ ਉਹ ਆਪਣੇ ਸੋਹਣੀ ਮਾਹੀਵਾਲ ਨੂੰ ਮਿਲਣ ਜਾਂਦੀ ਸੀ ਤੇ ਉਹ ਘੜੇ ਦੇ ਸਹਾਰੇ ਜਾਂਦੀ ਸੀ। ਪਰ ਇੱਕ ਦਿਨ ਨਨਾਣ ਨੇ ਦੇਖ ਲਿਆ, ਪੱਕੇ ਦੀ ਥਾਂ ਤੇ ਕੱਚਾ ਰੱਖ ਗਈ। ਪਰ ਦੇਖੋ ਘੜੇ ਦੇ ਉੱਤੇ ਉਹਨੂੰ ਲੱਗਦਾ ਸੀ ਕਿ ਮੈਂ ਘੜੇ ਦੇ ਸਹਾਰੇ ਇਹ ਚਨਾਹ ਦਰਿਆ ਨੂੰ ਪਾਰ ਕਰ ਲਵਾਂਗੀ ਤੇ ਆਪਣੇ ਮਾਹੀਵਾਲ ਨੂੰ ਜਾ ਕੇ ਮਿਲਾਂਗੀ। ਹੁਣ ਕੱਚਾ ਤੇ ਆਖਰ ਕੱਚਾ ਹੀ ਹੈ, ਭਾਵੇਂ ਉਹ ਘੜਾ ਹੈ, ਭਾਵੇਂ ਕੋਈ ਬੰਦਾ ਹੈ ਜੀ। ਕੱਚੇ ਨੇ ਤੁਹਾਡਾ ਸਾਥ ਨਹੀਂ ਦੇਣਾ, ਉਹਨੇ ਸਾਥ ਉਸ ਕੱਚੇ ਘੜੇ ਦੇ ਵਾਂਗ ਅੱਧ ਵਿਚਕਾਰੇ ਛੱਡਣਾ।
ਇਹਦੇ ਨਾਲ ਇੱਕ ਕੀਮਾ ਮਲਕੀ ਦਾ ਜ਼ਿਕਰ ਵੀ ਆਉਂਦਾ ਜੀ। ਹੁਣ ਕੀਮਾ ਮਲਕੀ ਵਾਲਾ ਜ਼ਿਕਰ ਤੇ ਆਪਾਂ ਥੋੜੀ ਇਹਨੂੰ ਹਜੇ ਟੱਚ ਦਿੱਤਾ ਤੇ ਇਹਨੂੰ ਵਿਸਥਾਰ ਦੇਣਾ ਹੈ। ਕੀਮਾ ਮਲਕੀ ਤੁਹਾਨੂੰ ਪਤਾ ਹੈ ਕਿ ਜਦੋਂ ਉਹ ਪਾਣੀ ਭਰਨ ਜਾਂਦੀਆਂ ਨੇ ਕੁੜੀਆਂ, ਉਸ ਵੇਲੇ ਕੋਈ ਫਰਿੱਜ 'ਚ ਥੋੜੀ ਭਰ ਕੇ ਲਿਆਉਂਦਾ ਹੋਊਗਾ ਜਾਂ ਕੋਈ ਵੱਡਾ ਸਾਰਾ ਕੋਈ ਹੋਰ ਭਾਂਡਾ ਤਾਂ ਹੋਣਾ ਨਹੀਂ, ਉਹਨਾਂ ਕੋਲ ਵੀ ਘੜਾ ਹੀ ਸੀ। ਇਹ ਤੋਂ ਪਿੱਛੇ ਜੇ ਆਪਾਂ ਪਿੱਛੇ ਜੇ ਇੱਕ ਧਰਮ ਦੀ ਗੱਲ ਕਰੀਏ, ਕ੍ਰਿਸ਼ਨ ਜੀ ਵੀ ਕਹਿੰਦੇ ਉਹ ਘੜੇ ਭੰਨ ਦਿੰਦੇ ਹੁੰਦੇ ਸੀ ਤੀਰ ਮਾਰ ਕੇ। ਇਹਦਾ ਮੱਖਣ ਹੁੰਦਾ ਸੀ ਪਾਇਆ ਉਹਨਾਂ ਦੇ ਵਿੱਚ ਵੀ ਉੱਪਰ, ਮੱਖਣ ਤੋਂ ਇਲਾਵਾ ਵੀ ਉਹ ਤੋਂ ਬਿਨਾਂ ਪਾਣੀ ਭਰਨ ਜਾਂਦੀਆਂ ਸੀ ਜਦੋਂ ਕੁੜੀਆਂ ਗਲੇਲ ਨਾਲ, ਉਹ ਵੀ ਉਹਨਾਂ ਨੇ ਭੰਨ ਦੇਣੇ। ਸੋ ਘੜਾ ਮੈਨੂੰ ਲੱਗਦਾ ਹੈ ਇਨਸਾਨ ਦੇ ਨਾਲ ਮੁੱਢ ਕਦੀਮੋਂ ਜੁੜਿਆ ਹੋਇਆ ਤੇ ਆਖਰੀ ਸਾਹਾਂ ਤੱਕ ਜੁੜਿਆ ਰਹਿਣਾ। ਤੇ ਕੁਝ ਲੋਕ ਬੋਲੀਆਂ ਵੀ ਨੇ, ਆਪਾਂ ਹੁਣ ਗੱਲ ਕਰਦੇ ਸੀ ਕਿ ਸੋਹਣੀ ਮਾਹੀਵਾਲ ਦੀ, ਕਹਿੰਦੇ ਰਾਤ ਹਨੇਰੀ ਸਾਂ ਕਰਦੀ, ਰਾਤ ਹਨੇਰੀ ਸਾਂ ਕਰਦੀ, ਸੋਹਣੀ ਕਦੇ ਨਾ ਡਰਦੀ, ਚੁੱਕਿਆ ਘੜਾ ਉਹਨੇ ਧਰ ਲਿਆ ਢਾਕ ਤੇ, ਜਾਵੇ ਵਿੱਚ ਚਨਾ ਦੇ ਧਰਦੀ, ਡੋਬੀ ਤੈਨਣ ਦੇ, ਘੜਾ ਵਟਾ ਕੇ ਧਰ ਗਈ, ਡੋਬੀ ਤੈਨਣ ਦੇ। ਸੋ ਇਹਦੇ ਨਾਲ ਕਹਿੰਦੇ ਰਾਤ ਹਨੇਰੀ ਲਿਸ਼ਕਣ ਤਾਰੇ, ਰਾਤ ਹਨੇਰੀ ਲਿਸ਼ਕਣ ਤਾਰੇ, ਕੱਚੇ ਕੜੇ ਤੇ ਮੈਂ ਤਰਦੀ, ਵੇਖੀ ਰੱਬਾ ਖੈਰ ਕਰੀ, ਤੇਰੀ ਆਸ ਤੋਂ ਮੂਲ ਨਾ ਡਰਦੀ, ਦੇਖੀ ਰੱਬਾ ਖੈਰ ਕਰੀ। ਵੈਨੀਪਾਲ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾਲ ਤੁਰਦੀਆਂ। ਆ ਤੁਸੀਂ ਦੋ ਚੀਜ਼ਾਂ ਸੁਣਾਤੀਆਂ, ਵੰਨਗੀ ਸਾਡੇ ਦਰਸ਼ਕਾਂ ਦੇ ਸਾਹਮਣੇ ਆ ਗਈ। ਜੇ ਉਹਨਾਂ ਨੂੰ ਵੀ ਘੜੇ ਦੇ ਉੱਤੇ ਕੁਝ ਯਾਦ ਆ ਤਾਂ ਤੁਸੀਂ ਵੀ ਜਿਹੜਾ ਉਹ ਲਿਖ ਕੇ ਭੇਜਿਓ, ਹੋ ਸਕਦਾ ਹੈ ਕਿ ਸਾਡੇ ਚੇਤਿਆਂ ਦੇ ਵਿੱਚ ਉਹ ਚੀਜ਼ ਵਿਸਰ ਗਈ ਹੋਵੇ। ਤੇ ਵੈਨੀਪਾਲ ਸਾਹਿਬ ਘੜੇ ਦੇ ਉੱਤੇ ਗੱਲ ਹੋਰ ਚੇਤੇ ਆ ਗਈ, ਆਉਣ ਦਿਓ ਜੀ, ਘੜਾ ਹੀ ਆਪਾਂ ਸਿਰੇ ਤੱਕ ਲੈ ਜਾਣਾ। ਘੜੇ ਦੇ ਉੱਤੇ ਗੱਲ ਇਹ ਚੇਤੇ ਆਈ ਹੈ ਕਿ ਉਦੋਂ ਬੀਬੀਆਂ ਜਦੋਂ ਪਾਣੀ ਭਰਨ ਜਾਂਦੀਆਂ ਸੀ ਜਾਂ ਖੇਤਾਂ ਨੂੰ ਉਹਦੇ ਵਿੱਚ ਲੱਸੀ ਜਾਂ ਪਾਣੀ ਲੈ ਕੇ ਜਾਂਦੀਆਂ ਸੀ, ਉਹਨਾਂ ਦੇ ਇੱਕ ਹੱਥ ਦੇ ਵਿੱਚ ਡੋਲੂ ਹੋਣਾ ਕਿਸੇ ਹੋਰ ਚੀਜ਼ ਦਾ, ਚਾਹ ਦਾ ਜਾਂ ਜੋ ਵੀ ਦੁੱਧ ਦਾ ਲੈ ਕੇ ਜਾਣਾ, ਸਿਰ ਦੇ ਉੱਤੇ ਘੜਾ ਹੋਣਾ, ਦੂਸਰੇ ਹੱਥ ਦੇ ਵਿੱਚ ਬਾਲਟੀ ਦੇ ਵਿੱਚ ਥੱਲੇ ਅਚਾਰ ਹੋਣਾ, ਉੱਪਰਲੇ ਪਾਸੇ ਰੋਟੀਆਂ ਹੋਣੀਆਂ ਜਾਂ ਕੁਛ ਹੋਰ ਦਹੀਂ ਦਾ ਜਿਹੜਾ ਉਹ ਕੌਲਾ ਰੱਖਿਆ ਹੋਣਾ। ਉਹ ਬੀਬੀਆਂ ਕਈ ਵਾਰੀ 2-2 ਕਿਲੋਮੀਟਰ ਦੂਰ ਖੇਤਾਂ ਨੂੰ ਜਾਂਦੀਆਂ ਸੀ, ਹੱਥ ਨਹੀਂ ਸੀ ਪਾਉਂਦੀਆਂ। ਨਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਵੱਖਰੀ ਗੱਲ ਹੈ ਕਿ ਅੱਜ ਸਮਾਂ ਇਦਾਂ ਦਾ ਆ ਗਿਆ ਕਿ ਜਾਗੋ ਜਦੋਂ ਕੱਢੀ ਦੀ ਹੈ ਉਦੋਂ ਵੀ ਅਸੀਂ ਕਹਿੰਦੇ ਆ ਕਿ ਉਹ ਭਾਈ ਉਹ ਜਾਗੋ ਵਾਲੀ ਗਾਗਰ ਜਿਹੜੀ ਹੈ ਉਹ ਹੁਣ ਸਿਰ ਤੇ ਨਾ ਹੀ ਰੱਖੀਏ, ਜਾਗੋ वाला घड़ा ਜਿਹੜਾ वो सिर पे ना रखिए, वो फिर वो करवाया होता है ना, फिर बालों को वो कई कुछ करवाया होता है, वो फिर ख़राब हो जाता है, स्टाइल फिर 2-4 दिन तो निकालने होते हैं। पर उदों वो साडियां बीबियां दा एक बैलेंस सी, वो बैलेंस कल्ला बॉडी दा नहीं सी, वो दिमाग ते बॉडी दा एक बैलेंस सीगा कि शरीर दा ते दिमाग दा इदां बीबियां बैलेंस बना के तुरदियां सी। वो कच्चे राह हुंदे सी, कितों थल्ले नूं जाने ते कितों उपर नूं जाने, राह दे विच सड़कां दे विच आड़ां जिहड़ियां ने ਉਹ ਵੀ ਪੱਟੀਆਂ ਹੁੰਦੀਆਂ ਸੀ। ਫਿਰ ਇਹ ਵੀ ਨਹੀਂ ਸੀਗਾ ਕਿ ਭਾਈ ਉਹ ਰਾਹ ਦੇ ਉੱਤੇ ਆ ਕੇ ਬੈਠੇ ਹੁੰਦੇ ਸੀ। ਕਈ ਵਾਰੀ ਕਣਕ ਜਦੋਂ ਵੱਢੀ ਜਾਂਦੀ ਸੀ ਵੈਨੀਪਾਲ ਸਾਹਿਬ, ਉਦੋਂ ਬਹੁਤ ਲੋੜ ਪੈਂਦੀ ਸੀ ਇਹਨਾਂ ਚੀਜ਼ਾਂ ਦੀ। ਉਦੋਂ ਉਹਨਾਂ ਨੇ ਖੇਤ ਦੇ ਵਿੱਚ ਵੀ 2-2 3-3 ਏਕੜ ਤੁਰ ਕੇ ਚੱਲ ਜਾਣਾ, ਵਿੱਚੇ ਹੀ ਵੱਟਾਂ ਆਉਣੀਆਂ, ਵਿੱਚੇ ਖੁੰਗੇ ਵੀ ਆਉਣੇ, ਪਰ ਬਿਨਾਂ ਹੱਥ ਲਾਇਆ ਘੜਾ ਡਿੱਗਣ ਨਹੀਂ ਸੀ ਦਿੰਦੀਆਂ, ਧੁਰ ਤੱਕ ਪਹੁੰਚਾਉਂਦੀਆਂ ਸੀ। ਜਦੋਂ ਉਹ ਪਾਣੀ ਭਰਨ ਵੀ ਜਾਂਦੀਆਂ ਸੀ ਨਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੁਰਾਣੇ ਵੇਲਿਆਂ ਦੇ ਵਿੱਚ, ਤੁਹਾਡੇ ਵੇਲਿਆਂ ਤੋਂ ਮੈਂ ਥੋੜੀ ਪਹਿਲਾਂ ਗੱਲ ਕਰਦਾ, ਉਦੋਂ ਤੂੰ ਨਿਆਣਾ ਸੀ, ਉਹਦੀ ਗੱਲ ਕਰਦੇ ਆ। ਉਦੋਂ ਕਹਿੰਦੇ ਖੂਹਾਂ ਤੋਂ ਲੋਕ ਪਾਣੀ ਭਰਦੇ ਸੀ। ਜਿਹੜਾ ਆਪਾਂ ਕੀਮਾ ਮਲਕੀ ਦਾ ਵੀ ਜ਼ਿਕਰ ਕੀਤਾ, ਉਹ ਇਹ ਨਹੀਂ ਸੀ ਕਿ ਮੂੰਹ ਨੰਗਾ ਸਿਰ ਮੂੰਹ ਨੰਗਾ, ਇਸ ਤਰ੍ਹਾਂ ਨਹੀਂ। ਉਹਨਾਂ ਨੇ ਬਕਾਇਦਾ ਤੌਰ ਤੇ ਜੇ ਘਰ ਦੇ ਵਿੱਚ ਕੰਮ ਕਰਦੀਆਂ ਨੇ, ਕਮੀਜ਼ ਸਲਵਾਰ ਪਾਈ ਵੀ ਉਹਨੇ, ਘੱਗਰਾ ਪਾਉਣਾ, ਸਿਰ ਤੇ ਫੁਲਕਾਰੀ ਲੈਣੀ, ਤੇ ਫਿਰ ਖਾਸ ਤਰੀਕੇ ਨਾਲ ਉਹਨਾਂ ਦਾ ਸਮਾਂ ਮਿਥਿਆ ਹੁੰਦਾ ਸੀ ਕਿ ਭਾਈ ਸਵੇਰ ਦਾ ਚੁੱਲ੍ਹੇ ਚੌਂਕੇ ਦਾ ਕੰਮ ਨਿਪਟਾ ਕੇ ਫਿਰ ਆਪਾਂ ਪਾਣੀ ਭਰ ਕੇ ਲਿਆਉਣਾ। ਜਦੋਂ ਪਾਣੀ ਭਰ ਕੇ ਪਾਣੀ ਭਰਨ ਜਾਂਦੀਆਂ ਤੇ ਉਹਨਾਂ ਦੇ ਉੱਤੇ ਵੀ ਇੱਕ ਲੋਕ ਬੋਲੀ ਹੈ ਜੀ, ਕਹਿੰਦੇ ਦੇਸ਼ ਮੇਰੇ ਦੀ ਉਹ ਕੁੜੀਓ ਵੇਖ ਲਓ, ਦੇਸ਼ ਮੇਰੇ ਦੀ ਉਹ ਕੁੜੀਓ ਵੇਖ ਲਓ, ਅੱਲੜ ਤੇ ਮੁਟਿਆਰਾਂ ਚੁੱਕ ਲੈ ਘੜਿਓ ਪਾਣੀ ਲੈਣ ਚੱਲੀਆਂ, ਜਿਉਂ ਕੂੰਜਾਂ ਦੀਆਂ ਡਾਰਾਂ ਦੇਸ਼ ਪੰਜਾਬ ਦੀਆਂ, ਖਿੜੀਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ। ਹੁਣ ਘੜੇ ਦੇ ਨਾਲ ਮੈਨੂੰ ਲੱਗਦਾ ਕਿ ਉਸ ਵੇਲੇ ਦੇ ਜਿਹੜੇ ਕਵੀ ਸੀ ਬੜੇ ਮਾਹਰ ਸੀ ਤੇ ਮਹਾਨ ਸੀ, ਕਿਉਂਕਿ ਜਦੋਂ ਵੀ ਕੋਈ ਆਲੇ ਦੁਆਲੇ ਕੋਈ ਗੀਤ ਉਪਜਦੇ ਨੇ, ਆਮ ਤੌਰ ਤੇ ਬਹੁਤੇ ਕਵੀਆਂ ਨੇ ਉਸ ਵੇਲੇ ਦਿਆਂ ਨੇ ਆਲੇ ਦੁਆਲੇ ਦੇ ਮਾਹੌਲ ਦੇ ਉੱਤੇ ਬਹੁਤ ਕੁਝ ਲਿਖਿਆ। ਕਈ ਵਾਰੀ ਆਪਾਂ ਗੱਲ ਕੀਤੀ ਸੀ ਕਿ ਘੜੇ ਦੇ ਉੱਤੇ ਜਿਹੜਾ ਛੋਟਾ ਜਿਹਾ ਵਸਤੂ ਰੱਖੀ ਜਾਂਦੀ, ਇਹਨੂੰ ਕਈ ਚੱਪਣ ਵੀ ਹੈ ਤੇ ਚੱਪਣੀ ਵੀ। ਉਹ ਚੱਪਣੀ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਅਗਲਾ ਕਹਿੰਦਾ ਚੱਪਣੀ 'ਚ ਨੱਕ ਡੋਬ ਕੇ ਮਰ ਜਾ। ਕਈ ਵਾਰੀ ਹਸਬੈਂਡ ਵਾਈਫ, ਪਤੀ ਪਤਨੀ ਦੇ ਵਿਚਕਾਰ ਵੀ ਨੋਕ ਝੋਂਕ ਹੁੰਦੀ, ਉਹਦੇ ਤੇ ਜਿਹੜੀ ਬੋਲੀ ਲਿਖੀ ਹੈ, ਕਹਿੰਦੇ ਬਾਹਰੋਂ ਤਾਂ ਆਇਆ ਹੱਸਦਾ ਖੇਡਦਾ, ਬਾਹਰੋਂ ਤਾਂ ਆਇਆ ਹੱਸਦਾ ਖੇਡਦਾ, ਘੜਿਆਂ ਕੋਲੇ ਬਹਿ ਗਿਆ ਨਹੀਂ, ਮੈਨੂੰ ਚੱਪਣੀ ਚੱਪਣੀ ਡਹਿ ਗਿਆ ਨਹੀਂ। ਇਹ ਚੱਪਣੀ ਕੋਈ ਸਰੀਰ ਦਾ ਅੰਗ ਵੀ ਹੁੰਦਾ? ਚੱਪਣੀ ਅੰਗ ਵੀ ਹੈ ਜੀ, ਹੈ ਨਾ। ਮੈਂ ਕਿਹਾ ਕਿਸੇ ਨੂੰ ਭੁਲੇਖਾ ਨਾ ਰਹੇ ਕਿਸੇ ਨਵੇਂ ਬੰਦੇ ਨੂੰ। ਨਹੀਂ, ਚੱਪਣੀ ਬਿਲਕੁਲ ਗੋਡਾ। ਦੇਖੋ WhatsApp ਦੇਖੋ ਕੈਸੀਆਂ ਚੀਜ਼ਾਂ ਨੇ ਬਈ, ਚੰਗੀਆਂ ਹੀ ਨੇ, ਸਾਰੀਆਂ ਚੰਗੀਆਂ ਹੀ ਨੇ। ਚਲੋ ਹੁਣ ਬੈਨੀਪਾਲ ਸਾਹਿਬ, ਮੈਂ ਇੱਥੇ ਇੱਕ ਗੱਲ ਹੋਰ ਦੱਸਾਂ ਕਿ ਜੇ ਕਿਸੇ ਨੂੰ ਲੱਗਦਾ ਨਾ ਕਿ ਘੜਾ ਅੱਜ ਪ੍ਰਸੰਗਿਕਤਾ ਗਵਾ ਗਿਆ, ਬਿਲਕੁਲ ਨਹੀਂ। ਮੈਂ ਕਹਿੰਦਾ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਅੱਜ ਜਿੰਨੀ ਘੜੇ ਦੀ ਲੋੜ ਆ ਉਨੀ ਕਿਤੇ ਵੀ ਨਹੀਂ। ਪਹਿਲਾਂ ਬੈਨੀਪਾਲ ਸਾਹਿਬ ਕੀ ਹੁੰਦਾ ਸੀ ਕਿ GT ਰੋਡ ਦੇ ਉੱਤੇ ਆਮ ਤੌਰ ਤੇ ਲੋਕ ਨਲਕੇ ਲਵਾ ਦਿੰਦੇ ਸੀ। ਹਾਂ, ਉਹ ਨਲਕੇ ਚੱਲਦੇ ਹੁੰਦੇ ਸੀ, ਪਾਣੀ ਲੋਕ ਰਾਹਗੀਰ ਆਉਂਦੇ ਜਾਂਦੇ ਪੀ ਲੈਂਦੇ ਸੀ।
ਹੁਣ ਮਜ਼ਦੂਰਾਂ ਦੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਚੱਲੀਆਂ ਕਿ ਸੜਕਾਂ ਤੇ ਤੁਰੇ ਫਿਰਦੇ ਆ। ਹੁਣ ਨਲਕੇ ਪਾਣੀ ਛੱਡ ਗਏ, ਜਿਹੜੇ ਸੀਗੇ ਉਹ ਪਟਾਪ ਟੂਲ ਹੈ। ਤੁਸੀਂ ਕਿੰਨੀ ਦੂਰ ਤੱਕ ਵੀ ਚਲੇ ਜਾਓ, ਤੁਹਾਨੂੰ ਕੋਈ ਪਾਣੀ ਪੀਣ ਦਾ ਸਧਾਰਨ ਬੰਦੇ ਨੂੰ ਸਾਧਨ ਨਹੀਂ ਲੱਭੂ। ਜਿਹੜਾ ਤਾਂ ਬੰਦਾ ਗੱਡੀ ਵਾਲਾ ਗੱਡੀ ਦੇ ਵਿੱਚ ਪਾਣੀ ਰੱਖ ਲੂ, ਸਕੂਟਰ ਵਾਲਾ ਸਕੂਟਰ 'ਚ ਰੱਖ ਲੂ, ਤੁਰਕੇ ਵਾਲਾ ਕੀ ਕਰੂ, ਅਣਜਾਣ ਬੰਦਾ ਕੀ ਕਰੂ। ਇਸ ਕਰਕੇ ਚੰਗੀ ਗੱਲ ਹੈ ਕਿ ਭਾਈ ਆਪਾਂ ਗਰਮੀਆਂ ਦੇ ਵਿੱਚ ਪਿੰਡਾਂ ਵਾਲੇ ਇਕੱਠੇ ਹੋ ਕੇ ਪਿੰਡ ਦੇ ਚੌਂਕ ਦੇ ਵਿੱਚ ਲਾ ਲਓ ਜਾਂ ਹੋਰ ਸੜਕ ਦੇ ਉੱਤੇ ਲਾ ਲਓ, ਘੜੇ ਰੱਖਣ ਦੀ ਪ੍ਰਕਿਰਿਆ ਸ਼ੁਰੂ ਕਰੀਏ। 1-2 ਦਰਖਤ ਜਿਹੜੇ ਹੈ ਉਹ ਜਿੱਥੇ ਬੱਸ ਅੱਡਾ ਹੈਗਾ, ਜਿੱਥੇ ਬੱਸ ਸਟਾਪ ਆ, ਜਿੱਥੇ ਬੱਸ ਰੁਕਣੀ ਹੈ, 1-2 ਦਰਖਤ ਲੱਗੇ ਹੋਣ ਤਾਂ ਉੱਥੇ ਛਾਵੇਂ ਘੜੇ ਦੇ ਵਿੱਚ ਪਾਣੀ ਰੱਖ ਦਿਆ ਕਰੀਏ, ਬਾਰੋ-ਬਾਰੀ ਭਰ ਦਿਆ ਕਰੀਏ ਤਾਂ ਚੰਗਾ ਰਹਾਂਗੇ। ਕਿਉਂਕਿ ਕੰਮ ਨਹੀਂ ਤਾਂ ਬਹੁਤ ਜ਼ਿਆਦਾ ਖਰਾਬ ਹੋਈ ਜਾਂਦਾ। ਕਈ ਵਾਰੀ 50-50 ਕਿਲੋਮੀਟਰ ਤੁਹਾਨੂੰ ਪਾਣੀ ਨਹੀਂ ਇੱਥੇ ਆਉਂਦਾ, ਪਾਣੀ ਨਹੀਂ ਲੱਭਦਾ। ਬੈਨੀਪਾਲ ਸਾਹਿਬ, ਮੈਂ ਕਈ ਵਾਰ ਮਹਾਰਾਸ਼ਟਰ ਗਿਆ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਾਲਾ ਪਾਸਾ ਵੀ ਜੀ, ਉਸ ਖੇਤਰ ਨੂੰ ਮਰਾਠਵਾੜਾ ਖੇਤਰ ਕਹਿੰਦੇ ਆ। ਵੈਸੇ ਤਾਂ ਆਮ ਤੌਰ 'ਤੇ ਆਪਾਂ ਰੇਲ ਗੱਡੀ 'ਚ ਉਤਰੀਦਾ, ਆਪਾਂ ਉੱਥੇ ਮੱਥਾ ਟੇਕੀਦਾ, ਗੁਰੂ ਘਰ ਬਹੁਤ ਨੇ। ਉਹਦੇ ਤੋਂ ਬਾਅਦ ਆਪਾਂ ਕਰਨਾਟਕ ਵਾਲਾ ਇੱਕ ਗੁਰੂ ਘਰ ਉਹ ਵੀ ਦੇਖਣ ਜਾਈਦਾ। ਹਾਂ, ਸਾਰਾ ਕੁਝ ਜੀ। ਹੁਣ ਉੱਥੇ ਸਾਰਾ ਕੁਝ ਠੀਕ ਹੈ, ਪਰ ਜੇ ਕਦੇ ਤੁਸੀਂ 2-3 ਦਿਨ ਦਾ ਐਕਸਟਰਾ ਸਮਾਂ ਲੈ ਕੇ ਜਾਓ, ਆਲੇ ਦੁਆਲੇ ਵੇਖੋ, ਉਹ ਤੋਂ 40-50 ਕਿਲੋਮੀਟਰ ਦੂਰ ਨਿਕਲ ਜਾਓ ਨੰਦੇੜ ਤੋਂ। ਕਿਉਂਕਿ ਮੈਂ ਉਦੋਂ ਇੱਕ ਕਿਤਾਬ ਲਿਖੀ ਸੀ, ਕਿਤਾਬ ਦੇ ਲਈ ਮੈਂ ਉੱਧਰ ਸਾਰਾ ਕੁਝ ਮਾੜੀ ਮੋਟੀ ਖੋਜ ਪੱਤਰੀ ਜੀ ਕਰਨ ਗਿਆ। ਇੰਨੇ ਮਾੜੇ ਹਾਲਾਤ ਨੇ ਪਿੰਡਾਂ ਦੇ ਜਿਹੜੇ ਸਥਾਨਕ ਲੋਕ ਨੇ ਜੀ। ਕਿਉਂਕਿ ਆਮ ਤੌਰ 'ਤੇ ਤਾਂ ਸਾਨੂੰ ਲੱਗਦਾ ਕਿ ਉਹ ਜਿਹੜੀਆਂ 2-3 ਸੜਕਾਂ ਆਪਾਂ ਸ਼ਹਿਰ ਦੀਆਂ ਗਾਈ ਦੀਆਂ ਕਿ ਉੱਥੇ ਤਾਂ ਸਾਰਾ ਕੁਝ ਵਧੀਆ। ਇੰਨੇ ਮਾੜੇ ਹਾਲਾਤ ਨੇ ਕਿ ਲੋਕਾਂ ਦੇ ਕੋਲ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਜੀ। ਉਹਨਾਂ ਨੂੰ ਘੜਿਆਂ ਦੀ ਇੰਪੋਰਟੈਂਸ ਪੁੱਛ ਕੇ ਦੇਖੀਏ। ਅੱਜ ਵੀ ਜਦੋਂ ਗਰਮੀਆਂ ਦੇ 2-3 ਮਹੀਨੇ ਹੁੰਦੇ ਆ, ਪਾਣੀ ਉਤਰ ਜਾਂਦਾ। ਜਿਹੜਾ ਇੱਕ ਅੱਧਾ ਪਿੰਡ ਦੇ ਵਿੱਚ ਬੋਰ ਵੀ ਹੁੰਦਾ, ਉਹ ਜਿਹੜਾ ਪਾਣੀ ਉਤਰ ਜਾਂਦਾ ਹੈ, ਉਸ ਉਤਰੇ ਪਾਣੀ ਤੋਂ ਬਾਅਦ ਸਰਕਾਰੀ ਗੱਡੀ ਆਉਂਦੀ ਹੈ, 500 ਬੰਦੇ ਦੀ ਕਤਾਰ ਲੱਗੀ ਹੁੰਦੀ ਹੈ। ਉਹ ਫਿਰ ਆਪੋ ਆਪਣੇ ਘੜੇ ਦੇ ਵਿੱਚ ਪਾਣੀ ਪਵਾਉਂਦੇ ਆ, ਤੇ ਜਦੋਂ ਘੜੇ ਦੇ ਵਿੱਚ ਪਾਣੀ ਪਵਾਉਂਦੇ ਆ, ਉਹੀ ਘੜੇ ਦੇ ਪਾਣੀ ਦੇ ਨਾਲ ਉਹਨਾਂ ਨੇ ਨਹਾਉਣ ਧੋਣ ਕਰਨਾ ਹੈ, ਪਾਣੀ ਪੀਣਾ ਵੀ ਹੈ, ਕੱਪੜਾ ਲੱਤਾ ਜਿਹੜਾ ਉਹ ਵੀ ਧੋਣਾ ਹੈ। ਇਹ ਜਦੋਂ ਮੈਂ ਗਿਆ ਸੀ ਜਿਹਨਾਂ ਦਿਨਾਂ ਦੇ ਵਿੱਚ ਬੈਨੀਪਾਲ ਸਾਹਿਬ, ਉੱਥੇ ਉਹਨਾਂ ਨੇ ਤੇ ਇੱਥੋਂ ਤੱਕ ਵੀ ਦੱਸਿਆ ਸੀ ਕਈ ਵਾਰੀ 4-4 5-5 ਦਿਨ ਗੱਡੀ ਨਹੀਂ ਆਉਂਦੀ। ਫਿਰ ਸਾਨੂੰ 15-15 ਕਿਲੋਮੀਟਰ ਦੂਰ, 10-10 ਕਿਲੋਮੀਟਰ ਦੂਰ ਸਿਰ ਦੇ ਉੱਤੇ ਘੜੇ ਰੱਖ ਕੇ ਪਾਣੀ ਜਿਹੜਾ ਨਾਲ ਦੇ ਪਿੰਡੋਂ ਲੈਣ ਜਾਣਾ ਪੈਂਦਾ। ਇਸ ਕਰਕੇ ਪੰਜਾਬ 'ਚ ਵੀ ਬਹੁਤ ਲੋੜ ਹੈ, ਕਿਉਂਕਿ ਨਲਕੇ ਪੁੱਟੇ ਗਏ, ਸਾਂਝੀਆਂ ਥਾਵਾਂ ਬਚੀਆਂ ਨਹੀਂ। 1-1 2-2 ਆਪਣੇ ਪਿੰਡਾਂ ਦੇ ਜਿਹੜੇ ਦਰਖਤ ਵੀ ਲਾ ਦਿਓ, 2-4 ਪਾਸੇ ਘੜਿਆਂ ਦੇ ਵਿੱਚ ਪਾਣੀ ਰੱਖ ਦਿਓ, ਫਾਇਦਾ ਹੋਊਗਾ। ਤੁਸੀਂ ਜੀਟੀ ਰੋਡ ਦੀ ਗੱਲ ਕੀਤੀ ਹੈ। ਮੈਂ ਵੇਖਿਆ ਕਿ ਸਾਡੇ ਪਿੰਡ ਨੂੰ ਜਿੰਨੀਆਂ ਵੀ ਆਲੇ ਦੁਆਲੇ ਸੜਕਾਂ ਲੱਗਦੀਆਂ ਸੀ ਜੀ, ਜਿੱਥੇ ਕਈਆਂ ਥਾਵਾਂ 'ਤੇ ਵਸੀਮਾ ਕਹਿ ਦਿੰਦੇ ਆ, ਕਈਆਂ ਥਾਵਾਂ 'ਤੇ ਬੰਨਾ ਕਹਿ ਦਿੰਦੇ ਆ, ਉਹ ਬੰਨੇ 'ਤੇ ਜਾਂ ਵਸੀਮੇ 'ਤੇ ਜਿੱਥੇ ਪਿੰਡ ਦੀ ਹੱਦ ਖਤਮ ਹੋ ਕੇ ਅਗਲੇ ਪਿੰਡ ਦੀ ਸ਼ੁਰੂ ਹੁੰਦੀ ਸੀ, ਮੈਂ ਦੇਖਿਆ ਸਾਰੇ ਪਾਸੇ ਨਲਕੇ ਲੱਗੇ ਹੋਏ ਸੀ ਜੀ। ਪਰ ਕਈ ਵਾਰੀ ਦੇਖਣਾ ਉਹਨਾਂ ਵੇਲਿਆਂ ਦੇ ਵਿੱਚ ਵੀ ਕੋਈ ਉਹਦੀ ਹੱਥੀ ਡੰਡੀ ਕੱਢ ਕੇ ਲੈ ਜਾਂਦਾ ਸੀ। ਮਾੜਾ ਮੋਟਾ ਤਾਂ ਚੱਲਦਾ, ਮਾੜਾ ਮੋਟਾ ਉਹਨਾਂ ਵੇਲਿਆਂ 'ਚ ਚੱਲਦਾ ਵੀ ਸੀ। ਪਰ ਫਿਰ ਵੀ ਪਿੰਡ ਦੀ ਪੰਚਾਇਤ ਨੇ ਆਉਂਦੇ ਜਾਂਦਿਆਂ ਨੇ ਦੇਖਣਾ ਕਿ ਨਹੀਂ ਭਾਈ ਉਹਦੀ ਹੱਥੀ ਕੋਈ ਉਹਦੀ ਡੰਡੀ ਕੱਢ ਕੇ ਲੈ ਗਿਆ, ਉਹ ਫਿਰ ਪਵਾ ਦੇਣੀ। ਪਰ ਹੁਣ ਉਹ ਨਲਕੇ ਪੁੱਟਣੇ ਇੱਕ ਸਮੇਂ ਦੀ ਮਜਬੂਰੀ ਵੀ ਹੋ ਗਈ, ਕਿਉਂਕਿ ਪਾਣੀ ਡੂੰਘੇ ਹੋ ਗਏ। ਝੋਨਾ ਲਾਉਣਾ ਹੀ ਛੱਡ ਦੇਣਾ ਕਹਿੰਦੇ ਸੀ, ਪਰ ਝੋਨਾ ਲਾਉਣਾ ਨਹੀਂ ਛੱਡਿਆ, ਪਾਣੀ ਭਾਵੇਂ ਡੂੰਘੇ ਹੋ ਗਏ। ਹੁਣ ਉਹ ਨਲਕੇ ਪੁੱਟਣੇ ਪੈ ਗਏ, ਪਰ ਉਹਦੇ ਬਦਲ ਤਾਂ ਹੋ ਸਕਦੇ ਆ। ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਕਾਰ ਵੱਲੋਂ ਉਹ ਟੂਟੀਆਂ ਲਾਈਆਂ ਹੋਈਆਂ ਨੇ, ਉਹ ਵਾਟਰ ਬਾਕਸ ਲੱਗੇ ਹੋਏ ਨੇ ਜੀ। ਸੋ ਘੱਟੋ ਘੱਟ ਜਾਂ ਤਾਂ ਉਹ ਪਾਣੀ ਆਉਂਦਾ ਹੀ ਨਹੀਂ ਉੱਥੇ, ਇੱਕ ਬਹੁਤ ਵੱਡਾ ਦੁਖਾਂਤ ਹੈ, ਜਾਂ ਫਿਰ ਉਹਨਾਂ ਦੇ ਮੂਹਰੇ ਟੂਟੀ ਬੰਦੀ ਨਹੀਂ ਹੁੰਦੀ ਜੀ। ਉਹਨਾਂ ਨੇ ਐਸਾ ਗਾਰਾ ਚਰਗਲ ਕੀਤੀ ਹੋਈ ਹੈ, ਸੜਕਾਂ ਤੋੜ ਰੱਖੀਆਂ ਨੇ। ਸੋ ਘੱਟੋ ਘੱਟ ਜੇਕਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਜਾਂ ਤਾਂ ਪਾਣੀ ਦਾ ਪ੍ਰਬੰਧ ਕਰਕੇ ਰੱਖਣਾ ਚਾਹੀਦਾ, ਜਾਂ ਉਹ ਬੰਦ ਵੀ ਹੁੰਦਾ ਹੋਵੇ। ਕਿਉਂਕਿ ਆਮ ਤੌਰ ਤੇ ਦੇਖਿਆ ਲੋਕਾਂ ਨੇ ਜਾਣਬੁੱਝ ਕੇ ਟੂਟੀਆਂ ਤੋੜ ਦਿੱਤੀਆਂ ਕਿ ਜਦੋਂ ਟੈਂਕੀ ਦਾ ਪਾਣੀ ਆਵੇ ਸਾਨੂੰ ਆਪਣੇ ਆਪ ਪਤਾ ਲੱਗ ਜੇ, ਥਰ ਹੋਵੇ ਤਾਂ ਪਤਾ ਲੱਗ ਜੇ। ਕਿਉਂਕਿ ਪਾਣੀ ਇੱਕ ਉਹ ਮੇਰੇ ਖਿਆਲ ਦੇ ਵਿੱਚ ਕੁਦਰਤੀ ਆਪਣੇ ਆਪ ਦੇ ਵਿੱਚ ਪਦਾਰਥ ਹੈ, ਮਿਨਰਲ ਹੈ, ਜਿਹਦੀ ਹਮੇਸ਼ਾ ਹੀ, ਜੇ ਪਾਣੀ ਆ ਤਾਂ ਜੀਵਨ ਹੈ। ਇਨਸਾਨ ਨੂੰ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਹੈ। ਘੋੜਾ ਆਰ ਗੋਰੀਏ ਤੇ ਘੋੜਾ ਪਾਰ ਗੋਰੀਏ, ਘੜਾ ਚੱਕ ਲੈ ਦੰਦਾਂ ਦੇ ਭਾਰ ਗੋਰੀਏ ਜੀ। ਸੋ ਘੜਾ, ਮੈਨੂੰ ਲੱਗਦਾ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਘੜੇ ਦੀ, ਮੁੱਕਣੀ ਵੀ ਆ ਕੇ ਉੱਥੇ ਹੀ ਹੈ ਕਿ ਮਾਟੀ ਹੋਈ ਇੱਕ ਜੀ, ਕਿ ਮਿੱਟੀ ਦੇ ਵਿੱਚੋਂ ਘੜਾ ਬਣਦਾ। ਕਿੰਨੀਆਂ ਕਿਸਮਾਂ ਦਾ, ਗਾਗਰ ਵੀ ਹੈ, ਸੁਰਾਹੀ ਵੀ ਹੈ, ਮਟਕਾ ਵੀ ਹੈ, ਤੇ ਹੋਰ ਵੀ ਕੁਝ ਹੋਣੀ ਹੈ ਮੇਰੇ ਖਿਆਲ। 20 ਚੀਜ਼ਾਂ ਨੇ ਬੈਨੀਪਾਲ ਸਾਹਿਬ। ਮੈਂ ਕਹਿੰਦਾ ਕਿ ਆਪਾਂ ਇਹ ਵੀ ਗੱਲ ਹੁਣ ਪੁੱਛ ਲਈਏ, ਬੀਬੀਆਂ ਜਿਹੜੀਆਂ ਭਾਵੇਂ ਸਿਆਣੀ ਉਮਰ ਦੀਆਂ, ਭਾਵੇਂ ਨਿਆਣੀ ਉਮਰ ਦੀਆਂ ਜੀ, ਭਾਵੇਂ ਅਜੇ ਜਿਨ੍ਹਾਂ ਦੇ ਵਿਆਹ ਹੋਣੇ ਆ, ਜਾਂ ਜਿਨ੍ਹਾਂ ਨੂੰ ਕਈ ਸਾਲ ਨਿਆਣੇ ਕੇ ਵਿਆਹ ਹੋ ਗਏ, ਤੁਸੀਂ ਦੱਸਿਓ ਜ਼ਰੂਰ ਕਿ ਗਿੱਧੇ ਦੇ ਵਿੱਚ ਕਦੇ ਘੜੇ ਦੀ ਵਰਤੋਂ ਵੀ ਕੀਤੀ ਹੈ। ਯੂਥ ਫੈਸਟੀਵਲਾਂ ਦੇ ਵਿੱਚ ਤਾਂ ਹੁਣ ਬਹੁਤ ਦੇਖੀ ਹੈ, ਹੁੰਦੀ ਸੀ ਘੜੋਲੀ, ਘੜੋਲੀ ਵੱਜਦੀ। ਹਾਂ, ਉਹ ਹੁਣ ਬੀਬੀਆਂ ਯੂਥ ਫੈਸਟੀਵਲ ਦੇ ਵਿੱਚ ਤਾਂ ਜਦੋਂ ਵਿਦਿਆਰਥਣਾਂ ਜਿਹੜੀਆਂ ਨੇ, ਕਿਉਂਕਿ ਨੰਬਰ ਮਿਲਦੇ ਸੀ ਕਿ ਤੁਸੀਂ ਕਿੰਨੇ ਤਰ੍ਹਾਂ ਦੀ ਉਹ ਵਰਤੋਂ ਕਰਦੇ ਸਾਧਨਾਂ ਦੀ, ਉਹ ਵੀ ਦੰਦਾਂ ਦੇ ਨਾਲ ਉਹ ਘੜਾ ਜਿਹੜਾ ਚੱਕ ਲੈਂਦੀਆਂ ਸੀ ਤਾਂ ਫਿਰ ਐਨ ਕਿੱਕਲੀ ਪਾਉਂਦੀਆਂ ਸੀ ਪੂਰੇ ਤਰੀਕੇ ਨਾਲ। ਹੁਣ ਮੈਨੂੰ ਨਹੀਂ ਪਤਾ ਕਿ ਉਹਦਾ ਅਸਲੀ ਨਾਂ ਜਿਹੜਾ ਚੀਜ਼ ਦਾ ਕੀ ਹੋਏਗਾ ਜਿਹੜਾ ਉਹ ਮੁਜ਼ਾਹਰਾ ਕਰਦੀਆਂ ਸੀ, ਪਰ ਕਈ ਦੇਖੀਆਂ ਕਿ ਪੁਰਾਣੀਆਂ ਬੀਬੀਆਂ ਹੁਣ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਤਾਂ ਉਹ ਵੀ
ਘੜਾ ਜਾਂ ਕੁਝ ਗਾਗਰ ਚੱਕ ਕੇ ਗਿੱਧੇ ਦੇ ਵਿੱਚ ਨਾਲ ਨਾਲ ਬਾਲਟੀ ਚੱਕ ਕੇ ਵੀ ਲੱਗਣੀ ਦੀਆਂ ਬੀਬੀਆਂ ਆ ਵੀ ਬੋਲੀ ਪਾਉਂਦੀਆਂ ਹੁੰਦੀਆਂ ਸੀ, ਇੱਕ ਘੜੇ ਵਿੱਚ ਬੂਠ ਮਾਜਰਾ ਜੀ, ਇੱਕ ਘੜੇ ਵਿੱਚ ਰੂ, ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ। ਕਿਉਂਕਿ ਬੋਲੀਆਂ ਬਹੁਤ ਨੇ ਘੜਿਆਂ ਦੇ ਨਾਲ ਵੀ। ਉਹ ਘੜਾ ਮੈਂ ਤੇਰਾ ਭੰਨ ਦਿਆਂ ਮੁਟਿਆਰੇ ਨੀ, ਲੱਜ ਕਰਾਂ ਟੋਟੇ ਚਾਰ ਬਾਂਕੀਏ ਨਾਰੇ। ਸੋ ਘੜੇ ਦੇ ਆਲੇ ਦੁਆਲੇ ਤਾਂ ਸਾਡੇ ਬਹੁਤ ਵਰਤਾਂਤ ਨੇ। ਤੇ ਹੁਣ ਘੜਾ ਵੱਜਦਾ, ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ, ਸੁਣ ਮੁੰਡਿਆ ਸੱਸ ਲੜਦੀ ਜਠਾਣੀ ਲੜਦੀ, ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ। ਕਿਉਂਕਿ ਹਮੇਸ਼ਾ ਆਪਣੇ ਆਪ ਨੂੰ ਸਹੀ ਰੱਖਣਾ। ਨਹੀਂ ਦੇਖੋ, ਪ੍ਰੋਟੈਕਸ਼ਨ ਤਾਂ ਬਹੁਤ ਜ਼ਰੂਰੀ ਹੁੰਦੀ ਨਾ। ਜਿਹੜਾ ਹੁੰਦੀ ਨਾ ਗੱਲ ਕਿ ਉਹਨੇ ਤਾਂ ਹੁਣ ਦੇਖੀ ਮੁੰਡੇ ਨੇ ਆਉਣਾ ਨਾਲ ਹੀ ਇਹਨੇ ਉਹਨੂੰ ਲੈ ਕੇ ਅੰਦਰ ਵੜ ਜਾਣਾ ਤੇ ਚੱਕ ਕੇ ਲਿਆਉਣਾ ਤੇ ਮੁੰਡੇ ਨੂੰ ਸਾਡੇ ਗਲ ਪੈ ਜਾਣਾ। ਉਹ ਘੜੇ ਦੇ ਆਲੇ ਦੁਆਲੇ ਘੁੰਮਦਾ ਹੀ ਸਾਰਾ ਕੰਮ। ਉਹ ਕਹਿੰਦਾ ਹੋਰ ਕੁੜੀਆਂ ਤਾਂ ਦੋ ਘੜੇ ਚੁੱਕਦੀਆਂ, ਮੇਰਾ ਘੜਾ ਕਿਉਂ ਡੋਲਦਾ ਨਹੀਂ, ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨਹੀਂ। ਸੋ ਭਾਟ ਸਾਹਿਬ ਘੜੇ ਦੇ ਉੱਤੇ ਗੱਲਾਂ ਬਾਤਾਂ ਕਰਦੇ ਕਰਦੇ ਲਗਭਗ ਸਮਾਂ ਸਮਾਪਤ ਹੈ। ਬੈਨੀਪਾਲ ਸਾਹਿਬ, ਮੈਂ ਇੱਕ ਬੇਨਤੀ ਦਰਸ਼ਕਾਂ ਨੂੰ ਕਰ ਦੇਣੀ। ਕਰ ਦਿਓ ਜੀ। ਲੱਸੀ ਤੋਂ ਕੰਮ ਸ਼ੁਰੂ ਕੀਤਾ ਸੀ, ਆਪਾਂ ਘੜੇ ਤੱਕ ਪੁੱਜੇ ਹਾਂ। ਜੇ ਤਾਂ ਤੁਹਾਨੂੰ ਇਹ ਪ੍ਰੋਗਰਾਮ ਲੱਗਾ ਕਿ ਭਾਈ ਕੀ ਆਹ ਗੱਲਾਂ ਸਿਆਸਤ ਦੀਆਂ ਹੋਣੀਆਂ ਚਾਹੀਦੀਆਂ ਸੀ, ਇੱਧਰ ਉੱਧਰ ਦੀਆਂ ਹੋਣੀਆਂ ਚਾਹੀਦੀਆਂ ਸੀ, ਹੋਰ ਗੱਲਾਂ ਹੋਣੀਆਂ ਚਾਹੀਦੀਆਂ ਸੀ, ਜੇ ਤਾਂ ਤੁਹਾਨੂੰ ਇੱਦਾਂ ਲੱਗਦਾ ਕਿ ਪ੍ਰੋਗਰਾਮ ਲੱਸੀ ਹੋ ਗਿਆ ਤਾਂ ਫਿਰ ਤੁਸੀਂ ਸਾਨੂੰ ਲਿਖ ਦਿਓ, ਅੱਗੇ ਤੋਂ ਅਸੀਂ ਪ੍ਰੋਗਰਾਮ ਨਹੀਂ ਕਰਾਂਗੇ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਠੀਕ ਆ ਭਾਈ, ਇੱਦਾਂ ਦੀ ਲੱਸੀ 'ਚ ਸ਼ੱਕਰ ਪਾਉਣੀ ਚਾਹੀਦੀ ਹੈ, ਇੱਦਾਂ ਦੀ ਲੱਸੀ ਦੇ ਵਿੱਚ ਜਿਹੜਾ ਉਹ ਨਮਕ ਪਾਉਣਾ ਚਾਹੀਦਾ ਹੈ, ਇੱਦਾਂ ਦਾ ਘੜਾ ਜਿਹੜਾ ਵੱਜਣਾ ਚਾਹੀਦਾ ਹੈ, ਤੇ ਫਿਰ ਆਪਾਂ ਬਜਾਈ ਰੱਖਿਆ ਕਰਾਂਗੇ। ਵੀਕਐਂਡ ਦੇ ਉੱਤੇ ਆਪਾਂ ਦਰਸ਼ਕਾਂ ਤੇ ਛੱਡਦੇ ਹਾਂ। ਜਾਂ ਫਿਰ ਘੜੇ ਦੀਆਂ ਕਿਸਮਾਂ ਨੇ ਗਾਗਰ ਤੇ ਕੁੱਜਾ। ਜੇ ਤੁਹਾਨੂੰ ਲੱਗਦਾ ਹੈ ਕਿ ਕੁੱਜੇ 'ਚ ਸਮੁੰਦਰ ਬੰਦ ਹੋ ਗਿਆ, ਤਾਂ ਵੀ ਜਾਂ ਗਾਗਰ 'ਚ ਸਾਗਰ ਆ ਗਿਆ, ਤੇ ਫਿਰ ਵੀ ਦੱਸ ਦਿਓ। ਅਸੀਂ ਅੱਗੇ ਨੂੰ ਬਹੁਤ ਸਮਾਨ ਪਿਆ ਇਸ ਤਰ੍ਹਾਂ ਦਾ, ਜਿਹਦੇ ਉੱਤੇ ਇਸ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਤਾਂ ਚੰਗਾ ਲੱਗਿਆ ਜੀ। ਬਿਲਕੁਲ। ਕਿਉਂਕਿ ਪਰ ਅਸੀਂ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ। ਸਾਡੇ ਕੋਲੇ ਪਲੰਦਾ ਦੂਸਰਾ ਵੀ ਬਥੇਰਾ ਪਿਆ ਸਿਆਸਤ ਵਾਲਾ। ਕਦੇ ਕਦੇ ਹੁੰਦਾ ਕਿ ਵੀਕਐਂਡ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਲਈਆਂ ਜਾਣ ਤਾਂ ਕਿ ਸਾਨੂੰ ਬੀਤਿਆ ਵੇਲਾ ਯਾਦ ਆ ਜਾਏ। ਕਿਉਂਕਿ ਸਿਰਫ ਇਹੀ ਨਹੀਂ ਕਿ ਆਪਾਂ ਘੜੇ ਦੀਆਂ ਗੱਲਾਂ ਕਰ ਗਏ ਜਾਂ ਸਿਰਫ ਲੱਸੀ ਦੀਆਂ ਗੱਲਾਂ ਕੀਤੀਆਂ ਨੇ। ਦਰਅਸਲ ਤਾਂ ਜਿਹੜਾ ਸਾਡਾ ਗੋਲਡਨ ਪੀਰੀਅਡ ਹੈ ਨਾ, ਜਿਹੜੇ ਵਿੱਚੋਂ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ, ਉਹਦੇ ਨਾਲ ਬਹੁਤ ਸਾਰੇ ਜਿਹੜੇ ਤੁਹਾਡੇ ਵਿਛੜ ਚੁੱਕੇ ਤੁਹਾਡੇ ਤੋਂ ਲੋਕ ਨੇ, ਭਾਵੇਂ ਦੁਨੀਆ ਤੇ ਹੈਗੇ ਹੀ ਹੈ ਜੀ, ਪਰ ਜਿਨ੍ਹਾਂ ਦੇ ਟੱਚ ਵਿੱਚ ਤੁਸੀਂ ਰਹੇ ਹੋ, ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਕੇ ਖੜੇ ਹੋਣਗੇ। ਕਿਸ ਤੋਂ ਲੱਸੀ ਲੈਣ ਗਏ ਹੋਵੋਗੇ, ਕਿਸੇ ਨੂੰ ਲੱਸੀ ਤੁਸੀਂ ਪਾਈ ਹੋਣੀ ਹੈ, ਕਿਸੇ ਤੋਂ ਘੜਾ ਖਰੀਦਿਆ ਹੋਣਾ, ਕਿਸੇ ਤੋਂ ਘੜਾ ਤੁਸੀਂ ਭੰਨਦੇ ਨੂੰ ਕਿਸੇ ਨੂੰ ਦੇਖਿਆ ਹੋਣਾ, ਜਾਂ ਕਿਸੇ ਦਾ ਘੜਾ ਭੱਜਦਾ ਦੇਖਿਆ ਹੋਣਾ। ਸੋ ਬਹੁਤ ਸਾਰੀਆਂ ਯਾਦਾਂ ਤੁਹਾਡੇ ਚੇਤਿਆਂ ਵਿੱਚ ਦੁਬਾਰਾ ਉੱਕਰ ਆਈਆਂ ਹੋਣਗੀਆਂ। ਇਸ ਕਰਕੇ ਕੋਸ਼ਿਸ਼ ਕਰਿਓ ਕਿ ਸਾਡੇ ਤੱਕ ਕੀਮਤੀ ਰਾਏ ਜ਼ਰੂਰ ਪੁੱਜਦੀ ਕਰਿਓ। ਬਿਲਕੁਲ ਬੈਨੀਪਾਲ ਸਾਹਿਬ, ਅਸਲ 'ਚ ਪ੍ਰੋਗਰਾਮ ਨਹੀਂ ਹੈ ਇਹ, ਤੁਹਾਡਾ ਸਾਡਾ ਸਾਰਿਆਂ ਦਾ ਆਪਣਾ ਆਪ ਆ। ਇਹ ਸਾਡੇ ਅਤੀਤ ਦੇ ਪਰਛਾਵੇਂ ਨੇ ਤੇ ਉਹ ਪਰਛਾਵੇਂ ਜਿਹੜੇ ਆ ਸਾਡੇ ਤੋਂ ਕਦੇ ਦੂਰ ਨਹੀਂ ਹੋਣੇ। ਸੋ ਇਹਨਾਂ ਪਰਛਾਵਿਆਂ ਦਾ ਜਿਹੜਾ ਸਾਥ ਤੁਸੀਂ ਕਿੰਨਾ ਕੁ ਮੰਨਣਾ ਚਾਹੁੰਦੇ ਹੋ, ਇਹ ਤੁਹਾਡੇ ਰਾਏ ਦੀ ਇੰਤਜ਼ਾਰ ਰਹੇਗਾ। ਕਹਿੰਦੇ ਓਕ ਲਾ ਕੇ ਪੀ ਲੈ ਹਾਣੀਆਂ, ਠੰਡਾ ਠਾਰ ਘੜੇ ਦਾ ਪਾਣੀ। ਸੋ ਇਸ ਦੇ ਨਾਲ ਹੀ ਅੱਜ ਦੇ ਸਮੇਂ ਦੀ ਸਮਾਪਤੀ। ਮਿਹਰਬਾਨੀ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਕਿਵੇਂ ਦਾ ਲੱਗਿਆ ਟਿੱਪਣੀਆਂ ਜ਼ਰੂਰ ਕਰਕੇ ਸਾਨੂੰ ਆਪਣੀ ਕੀਮਤੀ ਰਾਏ ਪੁੱਜਦੀ ਕਰ ਦਿਓ। ਹੁਣ ਸਮਾਂ ਸਮਾਪਤ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।